ਸਵਾਗਤ ਜੀ ਤੁਹਾਡਾ ਸਾਰਿਆਂ ਦਾ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਤੇ ਹਰ ਰੋਜ਼ ਅਸੀਂ ਆਪਣੇ ਸਮੇਂ ਮੁਤਾਬਕ ਪਹੁੰਚ ਜਾਈਦਾ ਤੇ ਰੋਜ਼ ਹੀ ਕੋਸ਼ਿਸ਼ ਇਹ ਕਰੀਦੀ ਹੈ ਵੀ ਜੋ ਖਬਰਾਂ ਹੋਣ ਆਪ ਜੀ ਦੀ ਕਚਹਿਰੀ 'ਚ ਰੱਖ ਦਈਏ, ਜੋ ਅੱਗਾ ਪਿੱਛਾ ਹੁੰਦਾ ਉਹ ਵੀ ਨਾਲ ਦੀ ਨਾਲ ਫਰੋਲ ਕੇ ਆਪ ਜੀ ਦੇ ਨਾਲ ਸਾਂਝਾ ਕਰ ਲਈਦਾ। ਸੋ ਤੁਸੀਂ ਇੰਨੇ ਨਾਲ ਉਹਨੂੰ ਪਸੰਦ ਕਰਦੇ ਹੋ, ਬੜੇ ਧੰਨਵਾਦੀ ਹਾਂ। ਅੱਜ ਵੀ ਗੱਲਬਾਤ ਕਰਾਂਗੇ। ਇੱਕ ਤਾਂ ਭਗਵੰਤ ਮਾਨ ਹੋਰਾਂ ਨੇ ਜਿਹੜਾ ਐਲਾਨ ਕੀਤਾ ਕਿ ਵੀ ਹੁਣ ਇੱਕੋ ਹੀ ਪੈਨਸ਼ਨ ਮਿਲਿਆ ਕਰਨੀ ਹੈ, ਉਹਦਾ ਵੀ ਕਾਫੀ ਰੌਲਾ। ਪਰ ਜਿਹੜਾ ਉਹ ਪ੍ਰਧਾਨ ਮੰਤਰੀ ਸਾਹਿਬ ਨਾਲ ਮੁਲਾਕਾਤ ਕਰਕੇ ਆਏ ਸੀ ਉਹਦੇ 'ਤੇ ਵੀ ਵਿਰੋਧ ਹੋ ਰਿਹਾ। ਕੁਝ ਇੱਕ ਚਿੱਠੀਆਂ ਹੋਰ ਇੱਧਰੋਂ ਉੱਧਰੋਂ ਨਿਕਲੀਆਂ ਨੇ, ਕੁਝ ਇੱਕ ਮੰਤਰੀ ਸਾਹਿਬਾਨ ਉਹਨਾਂ ਦੇ ਅੱਗੇ ਕੀ ਕੁਛ ਕਰ ਰਹੇ ਨੇ ਉਹਦੇ 'ਤੇ ਵੀ ਕਿੰਤੂ ਪਰੰਤੂ ਚੱਲਣ ਲੱਗ ਗਿਆ। ਉਹ ਗੱਲਾਂ ਬਾਤਾਂ ਆਪਾਂ ਸਾਰੀਆਂ ਕਰਨੀਆਂ ਨੇ। ਨਾਲ ਵੀਰ ਪਰਮਵੀਰ ਬਾਠ ਹੋਰੀ। ਹੋਰ ਬਾਠ ਸਾਹਿਬ? ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ। ਸਿਹਤਾਂ ਠੀਕ ਨੇ ਹੁਣ ਤਾਂ, ਬਹੁਤ ਵਧੀਆ ਹੋਣੀਆਂ ਵੀ ਚਾਹੀਦੀਆਂ। ਦੇਖੋ ਵੇਲੇ ਧੁੱਪ ਲੱਗਣ ਲੱਗ ਪਈ। ਹਾਂ, ਮੈਂ ਜਦੋਂ ਦੇਖਿਆ ਸੀ ਨਾ ਕਿ ਭਰਾ ਵੀ ਹੁਣ ਠੀਕ ਆ, ਹੁਣ ਆਪ ਕੁਝ ਖਾਣ ਨੂੰ ਮੰਗਦਾ ਕਿ ਮੈਨੂੰ ਦਿਓ, ਭੁੱਖ ਲੱਗੀ ਹੈ, ਫਿਰ ਠੀਕ ਨਹੀਂ ਹੁੰਦਾ ਆ। ਹਾਂ, ਵੀ ਅੱਜ ਕੁਛ ਹੈ, ਐਵਰੀਥਿੰਗ ਬੇਗਲ ਮੰਗ ਲੈਣਾ। ਹੁਣ ਜਦੋਂ ਬੰਦਾ ਕਹਿੰਦਾ ਉੱਠ ਕੇ ਕਿ ਅੱਜ ਕੋਈ ਸਲੂਣੀ ਚੀਜ਼ ਬਣਾਓ, ਅੱਜ ਮਿੱਠਾ ਖਾਣ, ਫੇਰ ਹੁੰਦਾ ਕਿ ਬੰਦਾ ਹੁਣ ਕਾਇਮ ਨਹੀਂ। ਠੀਕ ਹੈ ਗੱਲ, ਸਲੂਣੀ ਚੀਜ਼ ਵੀ ਖਾਧੀ, ਮਿੱਠੀ ਵੀ ਖਾਧੀ। ਅੱਛਾ, ਗੱਲ ਇਹ ਆ ਵੀ ਇਹ ਜਿਹੜਾ ਮੌਸਮ ਹੈ ਇਹਦੇ ਬਾਰੇ ਕੀ ਕਹੋਗੇ? ਕਿੱਥੇ ਦਾ? ਇੱਥੋਂ ਵਾਲਾ। ਸਵੇਰੇ ਬੰਦਾ ਝੱਗਾ ਪਤਲਾ ਪਾ ਲੈਂਦਾ, ਕਹਿੰਦੇ ਲੈ ਅੱਜ ਧੁੱਪ ਨਿਕਲੀ ਏ, ਤੇ ਮੁੜ ਕੇ ਫਿਰ ਕੋਟ ਲੱਭਦਾ ਰਹਿੰਦਾ ਇੱਧਰ ਉੱਧਰੋਂ, ਕੋਈ ਜੈਕਟ ਦੇ ਦਿਓ ਯਾਰ ਮੰਗਵੀਂ ਨਾ। ਮਹਾਰਾਜ ਤੁਸੀਂ ਕਿਹੜਾ ਸਾਈਕਲ 'ਤੇ ਆਉਣਾ ਹੁੰਦਾ, ਪਿਛਲੀ ਸੀਟ 'ਤੇ ਰੱਖ ਕੇ ਲੈ ਕਰੋ ਸੌਦਾ ਨਾਲ, ਜਦੋਂ ਲੋੜ ਪਈ ਪਾ ਲਿਆ। ਨਹੀਂ ਹੈ ਉਹ ਆਦਤ ਨਹੀਂ ਨਾ ਪਈ। ਤੁਸੀਂ ਤਾਂ ਹੁਣ ਪੁਰਾਣੇ ਆਏ, ਉਦੋਂ ਤੇ ਗੋਰੇ ਵੀ ਨਹੀਂ ਸੀ ਆਏ ਜਾਂਦੇ, ਤੁਸੀਂ ਆਏ। ਅੱਛਾ, ਹੁਣ ਆਪਾਂ ਜੇ ਕਰੀਏ ਗੱਲ ਪੰਜਾਬ ਸਰਕਾਰ ਦੀ, ਤੇ ਪੰਜਾਬ ਸਰਕਾਰ ਦੇ ਫੈਸਲੇ ਕਈ ਨੇ, ਤੇ ਮੈਨੂੰ ਇਹ ਹੈ ਕਿ ਜਿਹੜਾ ਨਵਾਂ ਫੈਸਲਾ ਉਹਦੇ 'ਤੇ ਆਉਣ ਤੋਂ ਪਹਿਲਾਂ ਜਿਹੜਾ ਪੁਰਾਣੇ ਦਾ ਰੌਲਾ ਉਹਦੀ ਗੱਲ ਕਰ ਲਈਏ। ਕਰ ਲਓ। ਹੁਣ ਮਾਨ ਸਾਹਿਬ 'ਤੇ ਜਾ ਕੇ ਮਿਲਿਆ ਇਹ ਪ੍ਰਧਾਨ ਮੰਤਰੀ ਸਾਹਿਬ ਨੂੰ, ਤੇ ਆਪਾਂ ਉਦੋਂ ਵੀ ਗੱਲ ਕੀਤੀ ਸੀ ਵੀ ਰੌਲਾ ਇਹਦਾ ਪੈਣਾ ਜੀ, ਕਿਉਂਕਿ ਜਿਸ ਹਿਸਾਬ ਨਾਲ ਉਹਨਾਂ ਨੇ ਕਿਹਾ ਵੀ 50,000 ਕਰੋੜ ਇੱਕ ਸਾਲ, ਤੇ 50,000 ਕਰੋੜ ਇੱਕ ਸਾਲ ਦੇ ਦਿਓ ਨਾ ਜੀ, 2 ਸਾਲ ਦੇ ਦਿਓ ਕਿਤੇ, ਫੇਰ ਨਹੀਂ ਜੀ ਅਸੀਂ ਲਈ ਦੇ। ਉਹਦੇ 'ਤੇ ਹੁਣ ਵਿਰੋਧੀ ਕਹਿਣ ਲੱਗ ਪਏ ਵੀ ਮਹਾਰਾਜ ਉਦੋਂ ਤਾਂ ਤੁਸੀਂ ਕਾਪੀ ਲਾਈ ਸੀ 10 ਰੁਪਈਆਂ ਵਾਲੀ, ਤੇ ਕੇਜਰੀਵਾਲ ਸਾਹਿਬ ਵੀ ਪੈਨਸਲ ਨਾਲ ਕਹਿੰਦੇ ਉਹ, ਕਿਉਂਕਿ ਤਾਰੀਫ ਹੀ ਇੱਦਾਂ ਕਰਦੇ ਨੇ ਵੀ ਕੇਜਰੀਵਾਲ ਸਾਹਿਬ ਮਹਾਰਾਜ ਉਹ ਤਾਂ ਪੈਸੇ ਧੇਲੇ ਦੇ ਅਫਸਰ ਰਹੇ, ਉਹਨਾਂ ਨੂੰ ਪਤਾ ਸਾਰੀ ਗੱਲਬਾਤ ਦਾ, ਵੀ ਉਦੋਂ ਜਿਹੜਾ ਲੀਕ ਮਾਰ ਕੇ ਦੱਸਿਆ ਗਿਆ ਸੀ ਵੀ ਇੰਨੇ ਇਹਦੇ 'ਚੋਂ ਆ ਜਾਣੇ, ਇੰਨੇ ਇਹਦੇ 'ਚੋਂ ਆ ਜਾਣੇ, ਇੰਨੇ ਇਹਦੇ 'ਚੋਂ ਆ ਜਾਣੇ ਆ, ਉਹ ਫਿਰ ਪੈਸੇ ਕਿੱਧਰ ਗਏ ਹੁਣ ਮਾਨ ਸਾਹਿਬ? ਹੁਣ ਤੁਸੀਂ ਉੱਧਰੋਂ ਮੰਗੀ ਜਾਂਦੇ। ਦੇਖੋ ਸੰਧਾਲੀਆ ਸਾਹਿਬ, ਜੇ ਤਾਂ ਵਿਰੋਧੀਆਂ ਦੇ ਪੱਖ ਤੋਂ ਗੱਲ ਕਰਨੀ ਹੋਵੇ ਨਾ, ਤਾਂ ਉਹ ਠੀਕ ਹੀ ਕਹਿੰਦੇ ਆ, ਕਿਉਂਕਿ ਜਿੰਨੇ ਆਪਾਂ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਸਾਹਿਬ ਦੇ ਭਾਸ਼ਣ ਸੁਣੇ ਸੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪ੍ਰਚਾਰ ਦੇ, ਉਹਦੇ ਵਿੱਚ ਇੱਕ ਵਾਰ ਵੀ ਨਹੀਂ ਸੀ ਇਹ ਕਿਹਾ ਗਿਆ ਕਿ ਪੰਜਾਬ ਵਾਲੇ ਵਾਅਦੇ ਪੂਰੇ ਕਰਨ ਦੇ ਲਈ ਅਸੀਂ ਕੇਂਦਰ ਸਰਕਾਰ ਤੋਂ ਪੈਸੇ ਲੈਣ ਜਾਵਾਂਗੇ। ਹਾਲਾਂਕਿ ਜੇ ਪੈਕੇਜ ਮੰਗਿਆ ਤਾਂ ਕੁਝ ਵੀ ਗਲਤ ਨਹੀਂ ਕੀਤਾ, ਇੱਕ ਨਹੁੰ 'ਤੇ ਪਾਉਣ ਜੋਗੀ ਵੀ ਗਲਤੀ ਨਹੀਂ ਕੀਤੀ। ਜਿੱਥੇ ਵੀ ਚੋਣਾਂ ਹੁੰਦੀਆਂ, ਚਾਹੇ ਉਹ ਭਾਜਪਾ ਦੀ ਸਰਕਾਰ ਹੋਵੇ, ਕਾਂਗਰਸ ਦੀ ਹੋਵੇ, ਜਿਹਦੀ ਮਰਜ਼ੀ ਹੋਵੇ, ਉੱਥੋਂ ਦਾ ਮੁੱਖ ਮੰਤਰੀ ਹਫ਼ਤੇ 10 ਦਿਨ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਣ ਜਾਂਦਾ ਹੈ, ਵਿੱਤ ਮੰਤਰੀ ਨੂੰ ਮਿਲਣ ਜਾਂਦਾ ਹੈ, ਜਾ ਕੇ ਬੇਨਤੀਆਂ ਕਰਦੇ ਆ ਕਿ ਆਹ ਸਾਡਾ ਸੂਬਾ ਆਪਣੇ ਦੇਸ਼ ਦਾ ਹਿੱਸਾ, ਆਹ ਕੰਮ ਕਰਨ ਵਾਲੇ ਆ, ਉਹਦੇ ਲਈ ਰੁਪਈਏ ਚਾਹੀਦੇ ਆ। ਜਾਂ ਤੱਕ ਉਹਨਾਂ ਕਿ ਅਗਲੇ ਨੇ ਕੁੰਡਾ ਲਾ ਲਿਆ ਸੀ ਜਾਂ ਅਗਲੇ ਕੁੰਡੇ ਲਾ ਲੈਂਦੇ, ਕਿਉਂਕਿ ਕੇਂਦਰ ਦੀ ਸਰਕਾਰ ਇਸੇ ਕੰਮ ਨੂੰ ਆ। ਦੇਸ਼ ਕਿਤੇ ਹੋਰ ਨਹੀਂ ਹੈਗਾ, ਸੂਬਿਆਂ ਦਾ ਸਮੂਹ ਹੀ ਦੇਸ਼ ਆ। ਜੇ ਕਿਸੇ ਬੰਦੇ ਨੂੰ ਇਸ ਗੱਲ ਦੇ ਉੱਤੇ ਇਤਰਾਜ਼ ਨਾ ਕਿ ਭਗਵੰਤ ਮਾਨ ਸਾਹਿਬ ਗਏ ਕਿਉਂ, ਜੇ ਆਪਾਂ ਕਹੀਏ ਕਿ ਸੂਬੇ ਕਿਤੇ ਹੋ ਰਿਹਾ ਤੇ ਭਾਰਤ ਕਿਤੇ ਹੋ ਰਿਹਾ, ਇਦਾਂ ਨਹੀਂ ਹੈਗਾ। ਸੂਬੇ ਨੇ ਸੂਬਿਆਂ ਨੂੰ ਇਕੱਠਾ ਕਰ ਲਿਆ, ਤੇ ਉਹ ਜਿਹੜਾ ਸਮੂਹ ਆ ਉਹ ਸਾਰੇ ਖੇਤਰ ਦਾ ਨਾਂ ਹੀ ਭਾਰਤ ਆ ਤੇ ਦੇਸ਼ ਆ, ਤੇ ਕੇਂਦਰ ਦੀ ਸਰਕਾਰ ਸਾਰੇ ਸੂਬਿਆਂ ਨੂੰ ਦੇਖਦੀ ਹੈ। ਉੱਥੇ ਜਾਣਾ ਵੀ ਸੀ, ਆਪਣੀ ਸਥਿਤੀ ਰੱਖਣੀ ਵੀ ਸੀ। ਅਧਿਕਾਰ ਖੇਤਰ ਕੇਂਦਰ ਦਾ ਉਹਨਾਂ ਨੇ ਕੁਝ ਦੇਣਾ ਕਿ ਨਹੀਂ ਦੇਣਾ, ਉਹ ਵੱਖਰੀ ਗੱਲ ਹੈ। ਹੁਣ ਸਭ ਤੋਂ ਪਹਿਲਾਂ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਪਰਮਬੰਸ ਸਿੰਘ ਬੰਟੀ ਰੋਮਾਣਾ ਸਾਹਿਬ ਨੇ ਕਿਹਾ, ਉਹ ਕਹਿੰਦੇ ਜੀ ਦੇਖੋ ਭਗਵੰਤ ਮਾਨ ਜੀ, ਤੁਸੀਂ ਕਹਿੰਦੇ ਸੀ ਕਿ ਅਰਵਿੰਦ ਕੇਜਰੀਵਾਲ ਹੋਰਾਂ ਨੇ 54,000 ਕਰੋੜ ਰੁਪਈਆ, ਲੱਖ ਕਰੋੜ ਮੰਗਿਆ, 1 ਲੱਖ ਕਰੋੜ ਕੇਂਦਰ ਤੋਂ, ਵੀ ਉਹਦਾ ਅੱਧਿਓਂ ਵੀ ਵੱਧ ਤੁਸੀਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਆਪਣੇ ਭਾਸ਼ਣਾਂ 'ਚ ਕਹਿੰਦੇ ਕਿ ਉਹਦਾ ਤਾਂ ਪ੍ਰਬੰਧ ਕੀਤਾ ਹੋਇਆ ਅਰਵਿੰਦ ਕੇਜਰੀਵਾਲ ਸਾਹਿਬ ਨੇ, ਕਿ ਕਿੱਥੋਂ ਚੋਰ ਮੋਰੀ ਬੰਦ ਕਰਨੀ ਹੈ, ਕਿੱਥੋਂ ਕਮਜ਼ੋਰੀ ਦੂਰ ਕਰਨੀ ਹੈ, 54,000 ਕਰੋੜ ਆ ਜਾਣਾ ਤਾਂ ਆਪਾਂ ਪੰਜਾਬ ਨੂੰ ਲੀਏ ਪਾ ਦੇਣਾ। ਉਹ ਕਹਿੰਦੇ ਹੁਣ ਕੇਂਦਰ ਦੇ ਕੋਲ ਤਾਂ ਜਾਂਦੇ ਆ, ਆਪਣਾ 54,000 ਕਰੋੜ ਦੱਸੋ ਕਿ ਤੁਹਾਡਾ ਪਿਆ ਕਿੱਥੇ ਹੈ। ਫਿਰ ਮਨਜਿੰਦਰ ਸਿੰਘ ਸਿਰਸਾ ਸਾਹਿਬ ਆ ਗਏ, ਉਹ ਕਹਿੰਦੇ ਤੁਹਾਡੀਆਂ ਮੁਫਤ ਦੀਆਂ ਕਿਹੜੀਆਂ ਸਕੀਮਾਂ, ਉਹਨੂੰ ਪੂਰੀਆਂ ਕਰਨ ਦੇ ਲਈ ਕੇਂਦਰ ਨੇ ਪੈਸੇ ਥੋੜ੍ਹੀ ਦੇਣੇ ਆ। ਤੁਸੀਂ ਉਹ ਕਹਿੰਦੇ ਸੀ ਜੀ ਅਸੀਂ ਚੋਰ ਮੋਰੀਆਂ ਬੰਦ ਕਰਨੀਆਂ, ਕੇਜਰੀਵਾਲ ਸਾਹਿਬ ਹੁਣ ਮਾੜੀਆਂ ਚੋਰ ਮੋਰੀਆਂ ਬੰਦ ਕਰੋ, ਦਿੱਲੀ ਨੂੰ ਕਾਹਤੋਂ ਆਉਣੇ। ਸੁਖਪਾਲ ਸਿੰਘ ਖਹਿਰਾ ਸਾਹਿਬ, ਉਹ ਕਹਿੰਦੇ ਜੀ ਤੁਸੀਂ ਤਾਂ ਕਹਿੰਦੇ ਸੀ ਅਸੀਂ ਮਾਫੀਆ ਰਾਜ ਬੰਦ ਕਰਕੇ ਮਾਫੀਆ ਦੇ ਖਾਤਮੇ ਤੋਂ ਬਾਅਦ ਪੰਜਾਬ ਲੀਹ 'ਤੇ ਲੈ ਆਉਣਾ। ਕੇਜਰੀਵਾਲ ਸਾਹਿਬ ਮਾੜਾ ਜਿਹਾ ਦੱਸਿਓ ਹਾਂ ਇੱਧਰਲੇ ਪਾਸੇ। ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਦੀ ਖਹਿਰਾ ਸਾਹਿਬ ਦੇ ਨਾਲ ਬਣਦੀ ਹੋਵੇ ਨਾ ਬਣਦੀ ਹੋਵੇ ਸਿਆਸੀ ਤੌਰ 'ਤੇ ਪਾਰਟੀ ਚਲੋ ਹੁਣ ਇੱਕੋ ਹੀ ਹੈ, ਉਹ ਕਹਿੰਦੇ ਦਰੁਸਤ ਹੈ।
ਖਹਿਰਾ ਸਾਹਿਬ ਨੇ ਬਿਲਕੁਲ ਠੀਕ ਕਿਹਾ। ਜਾਣੀ ਚਾਰੇ ਹੀ ਪਾਸਿਓਂ ਟੁੱਟ ਕੇ ਪੈ ਗਏ ਹੁਣ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਹੋਰਾਂ ਨੂੰ ਕਿ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕੁਝ ਹੋਰ ਕਹਿੰਦੇ ਸੀ ਤੇ ਹੁਣ ਕੇਂਦਰ ਵੱਲ ਨੂੰ ਭੱਜੇ ਜਾਂਦੇ ਹੋ, ਜਵਾਬ ਦਿਓ। ਪਰ ਵੈਸੇ ਇੱਕ ਗੱਲ ਆ, ਜੇ ਆਪਾਂ ਇਸ ਡਿਮਾਂਡ ਦੀ ਗੱਲ ਕਰੀਏ, ਮੰਨ ਲਓ ਇਹ ਖਬਰ ਆਪਾਂ ਇਹ ਨਹੀਂ ਆਖੀ ਵੀ ਪੰਜਾਬ ਨੇ ਕੇਂਦਰ ਤੋਂ ਆਰਥਿਕ ਪੈਕੇਜ ਮੰਗਿਆ ਜੀ, ਇਹ ਇੰਨੀ ਕੁ ਖਬਰ ਤੇ ਮੇਰੇ ਖਿਆਲ ਨਾਲ ਕਈ ਸਾਲਾਂ ਤੋਂ ਨਹੀਂ ਆਪਾਂ ਪੜ੍ਹਦੇ ਆਉਂਦੇ, ਭਾਵੇਂ ਇਸ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਸੀ ਜਾਂ ਕਾਂਗਰਸ ਤੋਂ ਪਹਿਲਾਂ ਵੀ ਅਕਾਲੀ ਭਾਜਪਾ ਦੀ ਸਰਕਾਰ ਸੀ, ਜਾਂ ਉਦੋਂ ਕੇਂਦਰ ਦੇ ਵਿੱਚ ਮਨਮੋਹਨ ਸਿੰਘ ਹੋਰਾਂ ਦੀ ਸਰਕਾਰ ਸੀ, ਇੱਥੇ ਸਰਕਾਰ ਕੋਈ ਹੋਰ ਹੁੰਦੀ ਸੀ, ਵੀ ਹਾਂਜੀ ਉਹਦੇ 'ਚ ਲੌਜਿਕ ਇਹ ਦਿੱਤਾ ਜਾਂਦਾ ਸੀ ਵੀ ਮਹਾਰਾਜ ਤੁਸੀਂ ਕੀਤਾ ਇਹ ਆ ਵੀ ਪੰਜਾਬ ਇੱਕ ਸਰਹੱਦੀ ਸੂਬਾ, ਉਹਦਾ ਕਰਕੇ ਇੱਕ ਹੋਰ ਚੱਕਰ ਚੱਲਦਾ ਸੀ। ਉਹ ਕਹਿੰਦੇ ਵੀ ਸਾਡੇ ਨਾਲ ਤਾਂ ਮਹਾਰਾਜ ਬੰਦਰਗਾਹ ਕੋਈ ਨਹੀਂ ਲੱਗਦੀ, ਵੀ ਅਸੀਂ ਵਿਚਾਰੇ ਸਮੁੰਦਰ ਤੋਂ ਦੂਰ ਆ, ਫੈਕਟਰੀ ਇੱਥੇ ਆਉਂਦੀ ਕੋਈ ਨਹੀਂ, ਕਿਉਂਕਿ ਜਿਹੜੀ ਕੋਈ ਗੱਲ ਚੱਲਦੀ ਅਗਲਾ ਕਹਿੰਦਾ ਸਰਹੱਦ 'ਤੇ ਬੈਠੇ ਹੋ ਤੁਸੀਂ, ਤੇ ਜੇ ਅਸੀਂ ਆਸੇ-ਪਾਸੇ ਦੀ ਗੱਲ ਕਰੀਏ ਤੇ ਉੱਥੇ ਤੁਸੀਂ ਵੱਖਰੇ ਜ਼ੋਨ ਬਣਾਏ ਵੀ ਉੱਥੇ ਟੈਕਸ ਘੱਟ ਲੱਗਣਾ, ਜਿਹੜੀ ਕੋਈ ਮਾੜੀ ਮੋੜ ਫੈਕਟਰੀ ਸਾਡੇ ਇੱਥੇ ਲੱਗੀ ਸੀ ਅਗਲੇ ਚੱਕ ਕੇ ਡੰਡਾ ਡੇਰਾ ਉੱਥੇ ਜਾ ਵੜੇ, ਵੀ ਜੇ ਤੁਸੀਂ ਸਾਨੂੰ ਕੋਈ ਛੋਟ ਨਹੀਂ ਦੇ ਸਕਦੇ ਤੇ ਆਰਥਿਕ ਤੌਰ ਤੇ ਕੋਈ ਨਾ ਕੋਈ ਸਾਡੀ ਬਾਂਹ ਫੜ ਲਓ। ਇਹ ਇਸ ਤੋਂ ਪਹਿਲਾਂ ਵੀ ਗੱਲਾਂ ਚੱਲਦੀਆਂ ਰਹੀਆਂ। ਹੁਣ ਇਹਦੀ ਆਪਾਂ ਪ੍ਰੋੜਤਾ ਇੱਕ ਬਿਆਨ ਨਾ ਕਰ ਦਿੰਦੇ। ਪਰਮਿੰਦਰ ਸਿੰਘ ਢੀਂਡਸਾ ਸਾਹਿਬ, ਉਹ ਵੀ ਖਜ਼ਾਨਾ ਮੰਤਰੀ ਰਹੇ, ਉਹਨਾਂ ਨੇ ਗੱਲ ਕਹੀ, ਉਹ ਕਹਿੰਦੇ ਵੀ ਦੇਖੋ ਮੈਂ ਤੇ ਕਲੀਅਰ ਕੱਟ ਮੰਨਦਾ ਵੀ ਪੰਜਾਬ ਦੇ ਜਿਹੜੇ ਹਾਲਾਤ ਆ ਨਾ, ਇਹਦੇ ਲਈ ਜੇ ਕੇਂਦਰ ਨੇ ਮਦਦ ਨਾ ਕੀਤੀ ਤੇ ਫਿਰ ਗੱਲ ਨਹੀਂ ਜੇ ਬਣਨੀ, ਤੇ ਜੇ ਉਹਨਾਂ ਨੇ ਮੰਗ ਲਏ ਪੈਸੇ ਤੇ ਫਿਰ ਠੀਕ ਹੈ, ਕੇਂਦਰ ਨੂੰ ਚਾਹੀਦਾ ਵੀ ਇੱਕ ਵਾਰ ਪੰਜਾਬ ਦੀ ਬਾਂਹ ਫੜੇ, ਪੰਜਾਬ ਜਦੋਂ ਪੈਰਾਂ ਸਿਰ ਆ ਗਿਆ ਠੀਕ ਹੈ ਗੱਲਬਾਤ। ਹੁਣ ਗੱਲ ਇੱਥੇ ਇੱਕ ਤਰ੍ਹਾਂ ਨਾਲ ਕਹਿ ਲਓ ਕੋਈ ਦੋ ਹਿੱਸਿਆਂ 'ਚ ਵੰਡੀ ਗਈ। ਇਹ ਹੁਣ ਮੇਰਾ ਖਿਆਲ ਫੈਸਲਾ ਲੋਕਾਂ ਨੇ ਕਰਨਾ ਵੀ ਉਹਨਾਂ ਨੂੰ ਲੱਗਦਾ ਵੀ ਮੌਜੂਦਾ ਮੁੱਖ ਮੰਤਰੀ ਨੇ ਜਿਹੜੀ ਡਿਮਾਂਡ ਕੀਤੀ ਉਹ ਜਾਇਜ਼ ਆ, ਜਾਂ ਫਿਰ ਜਿੱਦਾਂ ਵਿਰੋਧੀ ਕਹਿੰਦੇ ਵੀ ਬਿਲਕੁਲ ਜਾਇਜ਼ ਨਹੀਂ, ਉਹ ਠੀਕ ਹੈ। ਦੇਖੋ ਸੰਧਾਲੀਆ ਸਾਹਿਬ, ਗੱਲ ਇੱਦਾਂ ਕਿ ਚੰਗਾ ਹੁੰਦਾ ਜੇ ਅਰਵਿੰਦ ਕੇਜਰੀਵਾਲ ਸਾਹਿਬ ਜਾਂ ਭਗਵੰਤ ਮਾਨ ਸਾਹਿਬ ਆਪਣੇ ਭਾਸ਼ਣਾਂ 'ਚ ਵੀ ਕਿਤੇ ਕਹਿ ਦਿੰਦੇ ਕਿ ਅਸੀਂ ਕੇਂਦਰ ਤੋਂ ਵੀ ਸਹਾਇਤਾ ਲਵਾਂਗੇ, ਫਿਰ ਵਿਰੋਧੀਆਂ ਨੂੰ ਗੱਲ ਕਰਨ ਦਾ ਮੌਕਾ ਨਾ ਮਿਲਦਾ। ਪਰ ਹੈ ਤਾਂ ਸਿਆਸਤ ਆ ਨਾ ਚਾਰੇ ਪਾਸੇ, ਉਹ ਗੱਲਾਂ ਵੱਖਰੀਆਂ ਹੁੰਦੀਆਂ। ਪਰ ਇੱਥੇ ਇੱਕ ਛੋਟੀ ਜਿਹੀ ਗੱਲ 'ਚ ਆਪਾਂ ਮਾੜੀ ਜਿਹੀ ਧਿਆਨ ਦੇ ਵਿੱਚ ਰੱਖੀਏ ਕਿ ਕਹਾਣੀ ਕਿੱਧਰਲੇ ਪਾਸੇ ਨੂੰ ਜਾਂਦੀ ਹੈ ਕਿ ਕੇਂਦਰ ਤੋਂ ਪੈਸੇ ਮੰਗ ਲੈ। ਪਹਿਲੀ ਗੱਲ ਹੈ ਕਿ ਭਗਵੰਤ ਮਾਨ ਸਾਹਿਬ ਨੇ ਹਵਾਲੇ ਦਿੱਤੇ ਕਿ ਕਰਜ਼ਾ ਚੜਿਆ ਹੋਇਆ ਜੀ, ਇੰਨੇ ਲੱਖ ਕਰੋੜ ਦਾ ਕਰਜ਼ਾ ਹੈ ਜੀ। ਹੁਣ ਭਗਵੰਤ ਮਾਨ ਸਾਹਿਬ ਨੂੰ ਸਰਕਾਰ ਮਿਲੀ ਹੈ ਚਲਾਉਣ ਨੂੰ, ਬਹੁਤ ਸਾਰੀਆਂ ਸਰਕਾਰੀ ਪ੍ਰਾਪਰਟੀਆਂ ਗਹਿਣੇ ਪਈਆਂ ਹੋਈਆਂ, ਜਿਹੜੇ ਅੱਜ ਬੰਦੇ ਕਹਿੰਦੇ ਆ ਕਿ ਕੇਂਦਰ ਵੱਲੋਂ ਕਾਹਤੋਂ ਭੱਜਦੇ ਹੋ, ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਹੁਣ ਆਈ, ਇਹਨਾਂ ਨੇ ਗਹਿਣੇ ਪਾਈਆਂ ਹੀ ਨਹੀਂ। ਜੇ ਪੰਜਾਬ ਦੇ ਸਿਰ ਕਰਜ਼ਾ ਚੜੀ ਜਾਂਦਾ, ਇਹਨਾਂ ਨੇ ਤਾਂ ਕਰਜ਼ਾ ਚਾੜਿਆ ਨਹੀਂ, ਕਰਜ਼ਾ ਤਾਂ ਪਿਛਲੀਆਂ ਸਰਕਾਰਾਂ ਦੇ ਵੇਲੇ ਦਾ ਚੜਿਆ। ਹਾਂ, ਨਜਿੱਠਣਾ ਇਹਨਾਂ ਨੂੰ ਪਊਗਾ, ਇਹ ਵੀ ਨਹੀਂ ਕਿ ਹੁਣ ਆਣ ਕੇ ਇਹਨਾਂ ਨੇ ਸਰਕਾਰ ਦਾ ਦਰਵਾਜ਼ਾ ਖੋਲ੍ਹਿਆ ਤੇ ਇਹਨਾਂ ਨੂੰ ਤਾਂ ਪਤਾ ਲੱਗਾ ਕਿ ਕਰਜ਼ਾ ਚੜਿਆ, ਸਾਰੀ ਦੁਨੀਆ ਨੂੰ ਪਤਾ ਹੈ। ਤੀਸਰੀ ਗੱਲ, ਤੁਹਾਨੂੰ ਯਾਦ ਹੋਣਾ ਇੱਕ ਵਾਰੀ ਪੰਜਾਬ ਦੀ ਇੱਕ ਸਰਕਾਰ ਚੱਲੀ ਸੀ, ਆਖਰੀ ਦਿਨ 31-32 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਸਿਰ ਚੜ ਗਿਆ ਸੀ, ਆਖਰੀ ਦਿਨ ਜਿੱਦਣ ਐਨ ਆਖਰੀ ਘੁੱਗੀ ਵੱਜੀ ਸੀ। ਹੁਣ ਉਹ ਸਾਰੀਆਂ ਜਿਹੜੀਆਂ ਹੱਥਾਂ ਨਾਲ ਦਿੱਤੀਆਂ ਦੰਦਾਂ ਨਾਲ ਤਾਂ ਇਹਨਾਂ ਨੂੰ ਖੋਲ੍ਹਣੀਆਂ ਹੀ ਪੈਣੀਆਂ। ਹੁਣ ਜੇ ਉਹ ਲੋਕ ਵੀ ਇੱਥੇ ਬੋਲਦੇ ਆ ਕਿ ਭਾਈ ਤੁਸੀਂ ਉੱਥੇ ਕਿਉਂ ਗਏ, ਤੁਸੀਂ ਕਿਉਂ ਗਏ, ਪਰਮਿੰਦਰ ਸਿੰਘ ਢੀਂਡਸਾ ਸਾਹਿਬ ਦਾ ਬਿਆਨ ਕੁਝ ਵਾਜਬ ਜਾਪਦਾ, ਕਿਉਂਕਿ ਉਹ ਖੁਦ ਟੈਚੀ ਲੈ ਕੇ ਜਾਂਦੇ ਹੁੰਦੇ ਸੀ ਜਦੋਂ ਵਿੱਤ ਮੰਤਰੀ ਹੁੰਦੇ ਸੀ ਕਿ ਕੁਝ ਦਿਓ। ਮਨਪ੍ਰੀਤ ਸਿੰਘ ਬਾਦਲ ਸਾਹਿਬ ਵੀ ਬਿਆਨ ਦੇਣ ਤਾਂ ਬਹੁਤ ਵਾਜਬ ਜਾਪੇ, ਉਹ ਵੀ ਟੈਚੀ ਲੈ ਕੇ ਜਾਂਦੇ ਰਹੇ ਆ ਕਿ ਭਾਈ ਕੁਝ ਤਾਂ ਦਿਓ। ਤੇ ਜੇ ਹੁਣ ਭਾਈ ਭਗਵੰਤ ਮਾਨ ਹੋਰਾਂ ਨੇ ਜਾ ਕੇ ਕਹਿ ਦਿੱਤਾ ਦੇਸ਼ ਦਾ ਹਿੱਸਾ ਪੰਜਾਬ, ਤੁਸੀਂ ਇਹ ਦੇਖੋ ਕਿ 1966 ਤੋਂ ਪਹਿਲਾਂ ਜਦੋਂ ਦੇਸ਼ ਦੇ ਕੋਲੇ ਅਨਾਜ ਹੈ ਨਹੀਂ ਸੀ, ਉਦੋਂ ਪੰਜਾਬ ਨੇ ਯੋਗਦਾਨ ਦਿੱਤਾ ਸੀ। ਅੱਜ ਜੇ ਕੁਝ ਪੰਜਾਬ ਨੂੰ ਚਾਹੀਦਾ, ਦੇਸ਼ ਯੋਗਦਾਨ ਦੇ ਦਿਓ, ਕਿੱਡੀ ਵੱਡੀ ਗੱਲ ਹੈ। ਕੋਈ ਫਰਕ ਨਹੀਂ ਪੈਂਦਾ, ਪਰ ਇਹਦੇ 'ਚ ਨਾ ਇੱਕ ਗੱਲ ਹੈਗੀ, ਆਪਾਂ ਪਿੰਡ ਵਾਲੀ ਉਦਾਹਰਨ ਦੇ ਹਿਸਾਬ ਨਾਲ ਗੱਲ ਕਰਦੇ ਹਾਂ। ਜਿੱਦਾਂ ਹੁਣ ਮੰਨ ਲਓ ਵੀ ਲੋੜ ਪੈ ਗਈ, ਉਹ ਕਹਿੰਦਾ ਯਾਰ ਵੀ ਕਣਕ ਵਢਾਉਣੀ ਤੇ ਟਰਾਲੀ ਮੰਗਵੀਂ ਲਈਏ ਫਲਾਨਿਆਂ ਦੀ। ਹੁਣ ਇੱਕ ਤੇ ਬੰਦਾ ਉਹਨਾਂ 'ਚੋਂ ਕਹਿੰਦਾ ਯਾਰ ਵੀ ਤੂੰ ਨਾ ਥੋੜ੍ਹਾ ਜਿਹਾ ਕਰੀ ਧਿਆਨ ਮੇਰਾ ਵੀਰ, ਸ਼ਾਇਦ ਉਸ ਦਿਨ ਕੰਬਾਈਨ ਆਵੇ ਤੇ ਟਰਾਲੀ ਦੀ ਲੋੜ ਪੈਣੀ ਹੈ ਜੀ। ਅਗਲਾ ਬੰਦਾ ਉਦੋਂ ਕਹਿੰਦਾ ਚੱਲ ਕੋਈ ਨਹੀਂ ਲੈ ਜੀ, ਪਰ ਉਹਨੂੰ ਸ਼ਾਇਦ ਮੌਕੇ ਤੇ ਨਹੀਂ ਦੱਸਦਾ ਵੀ ਯਾਰ ਤੂੰ ਤਾਂ ਹੁਣ ਆਇਆ ਵੀਰ, ਬਜ਼ੁਰਗ ਤੁਹਾਡਾ ਦੁਪਹਿਰੇ ਜੀ ਆਇਆ ਸੀ ਤੇ ਐਵੇਂ ਕੁਛ ਵੀ ਨਹੀਂ, ਟਰੈਕਟਰ ਰਾਹ 'ਚ ਲੱਗਾ ਤੇ ਐਵੇਂ ਮੜਗਾੜ ਦੇ ਉੱਪਰ ਡੰਡੇ ਜੇ ਮਾਰ ਕੇ ਉਹਨੇ ਅੰਦਰ ਲਾਇਆ ਕਰੋ ਉਹਨੂੰ, ਤੁਸੀਂ ਕਿੱਦਾਂ ਗਲੀ 'ਚ ਇੱਦਾਂ ਉੱਦਾਂ ਕੀਤਾ, ਨੱਪਿਆ ਥਾਂ ਸਾਰਾ ਹੀ। ਮੈਂ ਇਹ ਤਾਂ ਕਿਹਾ ਵੀ ਆ 2 ਦਿਨ ਪਹਿਲਾਂ ਕੇਜਰੀਵਾਲ ਸਾਹਿਬ ਨੇ ਜਿਹੜਾ ਦਿੱਲੀ ਵਾਲੀ ਵਿਧਾਨ ਸਭਾ ਦੇ ਵਿੱਚ ਕਿਹਾ ਵੀ ਬੀਜੇਪੀ ਵਾਲਿਓ ਇੱਕ ਨਾ ਤੁਸੀਂ ਆ ਕੇ ਵੇਖੋ, ਤੁਹਾਨੂੰ ਜੇ ਤੈਨੂੰ ਨਾ ਹਰਾਇਆ ਤੇ ਮੈਂ ਸਿਆਸਤ ਛੱਡ ਦੂੰਗਾ, ਉਹ ਤੁਸੀਂ ਕੋਲ ਲਾਗੇ ਸੀਗੇ, ਕਿਤੇ ਉਹ ਗੱਲ ਨਾ ਹੋਵੇ ਵੀ ਉਹ ਕਹਿੰਦਾ ਵੀ ਟਰਾਲੀ ਦਾ ਵੀਰ ਤੂੰ ਲੈ ਜੀ, ਉਹ ਬਜ਼ੁਰਗ ਜਿਹੜਾ ਤੁਹਾਡਾ ਇੱਥੇ ਆ ਕੇ ਡਾਂਗਾਂ ਜਿਹੀਆਂ ਮਾਰ ਕੇ ਐਵੇਂ ਮੜਗਾੜ ਦੇ ਉੱਤੇ ਡੈਂਟ ਪਾਉਂਦਾ ਫਿਰਦਾ ਸੀ। ਇਹ ਨਹੀਂ ਪਤਾ ਵੀ ਅਗਲੇ ਟਰਾਲੀ ਦੇਣ ਨੂੰ ਮੰਨ ਵੀ ਜਾਣ, ਪਰ ਕਿਤੇ ਉਹੋ ਹੀ ਗੁੱਸਾ ਬੰਦਾ ਮਨ 'ਚ ਰੱਖ ਲੈਂਦਾ ਵੀ ਚੰਗਾ ਫਿਰ ਆਹੋ ਫਿਰ ਤੁਸੀਂ ਲੈ ਰਹੇ ਹੋ, ਫਿਰ ਤੁਸੀਂ ਹੁਣ ਟਰੈਕਟਰ ਹੀ ਅੰਦਰ ਕਰਾ ਲਿਓ, ਟਰਾਲੀ ਤਾਂ ਬਾਅਦ 'ਚ ਲੈ ਜਾਣੀ ਆ। ਬਾਕੀ ਸੰਧਾਲੀਆ ਸਾਹਿਬ, ਚਲੋ ਕੁੱਲ ਮਿਲਾ ਕੇ ਮਸਲਾ ਤਾਂ ਇੰਨਾ ਕਾ ਨਾ ਕਿ ਜੇ ਤਾਂ ਪੰਜਾਬ ਦਾ ਭਲਾ ਚਾਹੁੰਦੇ ਨੇ ਸਾਰੇ, ਕੋਈ ਢੰਗ ਤਰੀਕਾ ਦੱਸ ਦਿਓ। ਮੰਨ ਲਓ ਆਮ ਆਦਮੀ ਪਾਰਟੀ ਵਾਲਿਆਂ ਨੇ ਪਹਿਲਾਂ ਵਾਅਦੇ ਕਰ ਵੀ ਦਿੱਤੇ, ਹੁਣ ਤਾਂ 5 ਸਾਲ ਸਰਕਾਰ ਉਹਨਾਂ ਕੋਲ ਨਾ, ਆਪਾਂ 5 ਸਾਲ ਲੋਕਾਂ ਨੂੰ ਤਰਾਹੀ ਕਰਦੇ ਨਹੀਂ ਛੱਡ ਸਕਦੇ। ਹੁਣ ਤਾਂ ਜਿੰਨਾ ਕੁ ਵੀ ਹੋ ਸਕਦਾ, ਜਿਹਦਾ ਵੀ ਜਿੱਥੇ ਹੱਥ ਪੈਂਦਾ ਪੰਜਾਬ ਦੇ ਨਾਲ ਤੁਰਨਾ ਚਾਹੀਦਾ। ਨਹੀਂ ਇਹ ਤਾਂ ਗੱਲ ਹੈਗੀ, ਪਰ ਇਹਦੇ ਚਲੋ ਚੀਮਾ ਸਾਹਿਬ ਦੀ ਆਪਾਂ ਗੱਲ ਕਰ ਲਈਏ, ਸੁੱਖ ਨਾਲ ਹੁਣ ਚਾਬੀ ਉਹਨਾਂ ਦੇ ਕੋਲ ਜਿਹੜੀ ਢੀਂਡਸਾ ਸਾਹਿਬ ਕੋਲ ਸੀਗੀ, ਮਨਪ੍ਰੀਤ ਬਾਦਲ ਸਾਹਿਬ ਕੋਲ ਸੀਗੀ,
ਉਹ ਕਹਿੰਦੇ ਦੇਖੋ ਕਾਰਨ ਇਹ ਆ ਵੀ ਆਪਾਂ ਟੈਕਸ ਲੋਕਾਂ ਤੇ ਕੋਈ ਨਹੀਂ ਲਾਉਣਾ ਨਵਾਂ, ਜੋ ਜਿੱਦਾਂ ਹੈਗਾ ਬਸ ਇਹਦੇ 'ਚੋਂ ਹੀ ਆਪਾਂ ਹਿਸਾਬ ਕਿਤਾਬ ਜਿਹਾ ਕਰਕੇ ਚਲਾਉਣਾ। ਇਹ ਗੱਲ ਉਹਨਾਂ ਦੀ ਕਿਤੇ ਨਾ ਕਿਤੇ ਚੰਗੀ ਲੱਗਦੀ ਹੈ, ਪਰ ਮੈਨੂੰ ਥੋੜ੍ਹਾ ਜਿਹਾ ਡਰ ਇਹ ਵੀ ਲੱਗਦਾ ਵੀ ਜੇ ਉੱਧਰੋਂ ਕੁਛ ਆਇਆ ਨਾ ਜੀ, ਇੱਧਰੋਂ ਹੋਰ ਕੁਛ ਹੋਵੇ ਨਾ ਹੋਵੇ, ਵਿਰੋਧੀ ਆਖਣ ਹਾਂ ਸੁਣਾਉਣ ਫਿਰ ਕਿੱਧਰੋਂ ਫਿਰ ਪੈਸੇ, ਤੇ ਚੀਮਾ ਸਾਹਿਬ ਵੀ ਗੁੱਸੇ 'ਚ ਆਖਣ ਵੀ ਮਾਨ ਸਾਹਿਬ ਇੱਦਾਂ ਦੇ ਫਿਰ ਇੱਦਾਂ ਹੀ ਸਹੀ ਕਿ ਤੁਸੀਂ ਮੈਨੂੰ ਦਿਓ ਮਾੜਾ ਜਿਹਾ ਹੁਕਮ ਤੇ ਮੈਂ ਇੱਥੇ ਫਿਰ ਲਾਵਾਂ ਵੀ ਇੰਨੇ % ਐਚ ਤੇ ਇੰਨੇ % ਐਚ, ਤੇ ਜਦੋਂ ਟੈਕਸ ਵੱਧ ਗਿਆ ਫਿਰ ਹੋ ਸਕਦਾ ਇੱਕ ਅੱਧਾ ਸਿਆਣਾ ਬੰਦਾ ਉਦੋਂ ਵੀ ਆ ਉਹ ਤੂੰ ਰਹਿਣ ਦੇ ਗੁਰੂ ਉਹਨਾਂ ਦੇ ਬਿਆਨ 'ਚ ਨਾ ਆ ਜਾਓ, ਜਦੋਂ ਤੁਸੀਂ ਟੈਕਸ ਵਧਾਤਾ ਉਹਨਾਂ ਫਿਰ ਬਿਆਨ ਅੱਛਾ ਹੁਣ ਫਿਰ ਟੈਕਸ ਵਧਾਓਗੇ ਤੁਸੀਂ ਲੋਕਾਂ ਤੇ ਬੋਝ ਪਾਓਗੇ ਫਿਰ। ਸਿਆਸਤ ਚੀਜ਼ ਹੀ ਇਦਾਂ ਦੀ ਹੈ। ਬਾਕੀ ਸੰਧਾਲੀਆ ਸਾਹਿਬ ਮੈਨੂੰ ਇਹ ਲੱਗਦਾ ਕਿ ਕੰਮ ਤਾਂ ਹੌਲੀ ਹੌਲੀ ਸ਼ੁਰੂ ਹੋਇਆ ਕਿ 2 ਦਮੜੇ 4 ਦਮੜੇ 8 ਦਮੜੇ ਕਿਸੇ ਨਾ ਕਿਸੇ ਪਾਸਿਓਂ ਬਚਾ ਕੇ ਪੰਜਾਬ ਸਰਕਾਰ ਦੇ ਬੋਝੇ 'ਚ ਖੀਸੇ 'ਚ ਗੀਝੇ 'ਚ ਆਉਣ, ਕਿਉਂਕਿ ਹੁਣ ਜਿਸ ਤਰੀਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਨੇ ਐਲਾਨ ਕੀਤਾ ਕਿ ਅਸੀਂ ਪਿਲਸਣ ਇੱਕੋ ਹੀ ਕਿ ਕੋਈ ਵੀ MLA ਜਿੰਨੀ ਵਾਰ ਮਰਜ਼ੀ MLA ਜਿੱਤਿਆ ਹੋਵੇ, ਐਤਕੀ ਜੇ ਉਹ ਇਲੈਕਸ਼ਨ ਹਾਰ ਗਿਆ ਜਾਂ ਚੋਣ ਨਹੀਂ ਲੜੀ, ਜਾਣੀ ਕਿ ਜੇ ਉਹ ਪੈਨਸ਼ਨ ਦਾ ਹੱਕਦਾਰ ਹੈ ਤਾਂ ਇੱਕੋ ਵਾਰ ਦੀ ਪੈਨਸ਼ਨ ਮਿਲਣੀ ਹੈ, ਮੁੜ ਕੇ ਉਹਦੇ ਵਿੱਚ ਧੇਲੇ ਦਾ ਵੀ ਅਸੀਂ ਵਾਧਾ ਨਹੀਂ ਕਰਨਾ। ਹੁਣ ਵਿੱਚ ਵਿਚਾਲੇ ਕੁਲਦੀਪ ਸਿੰਘ ਵੈਦ ਹੋਰਾਂ ਨੇ ਕਿਹਾ ਕਿ ਨਿਆਣੇ ਨਹੀਂ ਪਾਲਣੇ, ਨਹੀਂ ਉਹਨਾਂ ਦਾ ਤਾਂ ਇਤਰਾਜ਼ ਬੜਾ ਵੱਡਾ। ਹਾਂ ਵੱਡਾ ਇਤਰਾਜ਼ ਆ। ਉਹ ਕਹਿੰਦੇ ਵੀ ਮਾਨ ਸਾਹਿਬ ਅਫਸਰਾਂ ਨਹੀਂ ਗਾਈਡ ਕੀਤਾ ਤੁਹਾਨੂੰ, ਮਤਲਬ ਅਫਸਰ ਹੀ ਗਲਤ ਨੇ ਮਤਲਬ ਜੀ, ਕਿਉਂਕਿ ਜੇ ਅਫਸਰਾਂ ਨੇ ਗਾਈਡ ਕੀਤਾ ਹੁੰਦਾ ਤਾਂ ਏਡੀ ਵੱਡੀ ਗਲਤੀ ਥੋੜਾ ਭਗਵੰਤ ਮਾਨ ਹੋਰਾਂ ਕਰ ਦੇਣੀ। ਫਿਰ ਬੰਦਾ ਹੋ ਸਕਦਾ ਮਾੜਾ ਮੋਟਾ ਕੁਝ ਵਧਾਉਂਦਾ। ਚਲੋ ਸੰਧਾਲੀਆ ਸਾਹਿਬ ਦੇਖੋ ਇੱਕ ਗੱਲ ਤਾਂ ਹੈਗੀ ਹੈ ਕਿ ਬਹੁਤ ਸਾਰੇ ਵਿਧਾਇਕ ਐਤਕੀ ਵਾਲਿਆਂ ਦਾ ਪਤਾ ਨਹੀਂ ਅਜੇ ਹਿਸਾਬ ਕਿਤਾਬ ਆਪਾਂ ਲਾਉਣਾ ਹੈ, ਪਰ ਪੰਜਾਬ ਦੇ 90% ਦੇ ਕਰੀਬ MLA ਜਿਹੜੇ ਕਿ ਹੁਣ ਚੋਣਾਂ ਤੋਂ ਬਾਹਰ ਨੇ, ਉਹ ਚੰਗੇ ਪਰਿਵਾਰਾਂ ਚੋਂ ਨੇ, ਕੋਈ ਨਾ ਕੋਈ ਕਾਰੋਬਾਰ ਹੈਗਾ, ਕਾਰਾਂ ਹੈਗੀਆਂ, ਕੋਠੀਆਂ ਹੈਗੀਆਂ, ਵਧੀਆ ਵਿਦੇਸ਼ ਦੇ ਵਿੱਚ ਆਉਂਦੇ ਜਾਂਦੇ ਆ। ਆਪਾਂ ਨਹੀਂ ਕਹਿੰਦੇ ਕਿ ਉਹਨਾਂ ਨੂੰ ਪੈਨਸ਼ਨ ਨਾ ਦਿੱਤੀ ਜਾਵੇ, ਕਿਉਂਕਿ 4-4 5-5 ਵਾਰ ਜਿੱਤੇ ਖਰਚ ਕੀਤੇ ਹੁੰਦੇ ਆ, ਲੋਕਾਂ ਦਾ ਯਕੀਨ ਸੀ ਤਾਂ ਹੀ ਜਿੱਤੇ ਆ ਨਾ। ਤਾਂ ਫਿਰ ਜੇ ਆਪਾਂ ਕਹੀਏ ਕਿ ਹੁਣ ਪੈਨਸ਼ਨ ਬੰਦ ਕਰ ਦੇਣੀ ਹੈ, ਪਰ ਰੌਲਾ ਤਾਂ ਸੇਵਾ ਦਾ ਕਿ ਭਾਈ ਜੇ ਆਪਾਂ ਸੇਵਾ ਕਰਨ ਆਏ ਆ ਫਿਰ ਤਾਂ ਸਾਰਿਆਂ ਨੂੰ ਉੱਠ ਕੇ ਸਵਾਗਤ ਕਰਨਾ ਚਾਹੀਦਾ ਕਿ ਆਹ ਫੈਸਲਾ ਠੀਕ ਕੀਤਾ ਹੀ, ਆਹ ਫੈਸਲਾ ਚੰਗਾ। ਹੁਣ ਸੰਧਾਲੀਆ ਸਾਹਿਬ 75,000 ਰੁਪਈਆ ਪੈਨਸ਼ਨ ਤੇ ਭੱਤੇ, ਜਾਣੀ ਕਿ ਮੰਨ ਲਓ ਕਿ ਤੁਸੀਂ 2 ਵਾਰੀ MLA ਰਹੇ ਹੋ। ਨਹੀਂ ਜੀ ਯਾਰ ਜਿਆਦੀ ਨਾ ਰੱਖੋ, ਨਹੀਂ, ਜੇ ਗੱਲੀ ਬਾਤੀ ਨਹੀਂ ਦਿਖਾਉਣਾ ਕੋਈ ਮਹਾਰਾਜ ਸੁੱਖ ਨਾ ਜੇ ਲੰਬੀ ਉਮਰ ਜਾਣੀ ਅਜੇ ਕਿਹੜਾ ਹੋਣਾ ਹੀ, ਜਦੋਂ 7 ਜਣੇ ਇੱਧਰ ਉੱਧਰ ਫੜ ਕੇ ਬਿਠਾ ਦਿਓ ਆਪਾਂ ਉਦੋਂ ਵੀ ਤੁਹਾਨੂੰ MLA ਰੱਖਣਾ। ਠੀਕ ਹੈ। ਹੁਣ 75,000 ਰੁਪਈਆ ਆਪਾਂ ਉੱਪਰਲੇ 100-200 ਛੱਡ ਦਿੱਤੇ, ਪਹਿਲੀ ਵਾਰੀ MLA ਬਣ ਗਿਆ 75,000, ਮੁੜ ਕੇ ਕਹਿੰਦੇ ਬਹੁਤ ਥੋੜੇ ਵੱਧਦੇ ਆ। ਹਾਂ ਉਹਦੇ ਵਿੱਚ ਭੱਤੇ ਭੁੱਤੇ ਕਈ ਕੁਛ ਪਾ ਲਈਏ ਤਾਂ ਜਿੰਨੀ ਵਾਰੀ ਦੇ MLA ਹਰ ਵਾਰੀ 50,000 ਵਧੀ ਜਾਣਾ ਹੈ। ਹੁਣ ਭਗਵੰਤ ਸਿੰਘ ਮਾਨ ਹੋਰੀ ਕਹਿੰਦੇ ਆ ਕਿ ਭਾਈ ਆਪਾਂ ਇੱਕ ਵਾਰੀ ਦੀ ਪੈਨਸ਼ਨ ਦੇਣੀ ਹੈ, ਤੁਸੀਂ ਜਿੰਨੀ ਵਾਰੀ ਵੀ ਮਰਜ਼ੀ MLA ਬਣੇ ਹੋ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਤੇ ਉਹਦੇ ਨਾਲ ਕਰੋੜਾਂ ਰੁਪਈਆ ਉਹਨਾਂ ਨੇ ਗਣਾਤਾ ਕਿ ਪੰਜਾਬ ਸਰਕਾਰ ਦੇ ਖਜ਼ਾਨੇ 'ਚ ਆਜੂ। ਖਹਿਰਾ ਸਾਹਿਬ ਕਹਿੰਦੇ ਵਧੀਆ। ਸਭ ਤੋਂ ਪਹਿਲਾਂ ਅਰਵਿੰਦ ਖੰਨਾ ਸਾਹਿਬ ਨੇ ਮੈਸੇਜ ਕੀਤਾ ਸੋਸ਼ਲ ਮੀਡੀਆ ਦੇ ਉੱਤੇ, ਭਾਜਪਾ ਦੇ ਆਗੂ ਨੇ, ਕਹਿੰਦੇ ਬਹੁਤ ਵਧੀਆ, ਜਦੋਂ ਤੱਕ ਇਦਾਂ ਦੇ ਕੰਮ ਕਰੋਗੇ ਤੁਹਾਡੇ ਨਾਲ ਖੜੇ ਆ। ਡਾਕਟਰ ਦਲਜੀਤ ਸਿੰਘ ਚੀਮਾ ਸ਼੍ਰੋਮਣੀ ਅਕਾਲੀ ਦਲ ਦੇ ਆ, ਉਹ ਕਹਿੰਦੇ ਜੀ ਬਹੁਤ ਵਧੀਆ। ਜਾਣੀ ਵੱਖ-ਵੱਖ ਸਿਆਸੀ ਧਿਰਾਂ ਦੇ ਆਗੂਆਂ ਨੇ ਕਿਹਾ ਕਿ ਭਾਈ ਆ ਫੈਸਲਾ ਚੰਗਾ ਤੇ ਅਸੀਂ ਫੈਸਲੇ ਦੇ ਨਾਲ ਆ, ਚੰਗਾ ਫੈਸਲਾ ਕਰੋਗੇ ਤਾਂ ਨਾਲ ਹੀ ਖਲੋਤੇ ਆ। ਇਹਦੀ ਸਭ ਤੋਂ ਵੱਡੀ ਚਰਚਾ ਚੱਲਦੀ ਸੀ ਬੀਬੀ ਭੱਠਲ ਹੋਰਾਂ ਦੀ ਕਿ ਵੀ ਉਹ ਕਿਉਂਕਿ ਕਾਫੀ ਵਾਰ ਉਹ MLA ਬਣੇ ਨੇ, ਇੱਥੋਂ ਤੱਕ ਵੀ ਮੁੱਖ ਮੰਤਰੀ ਵੀ ਰਹੇ ਨੇ ਉਹ, ਐਂਡ ਉਹਨਾਂ ਨੂੰ ਵੀ ਪੈਨਸ਼ਨ ਦਾ ਜਾਂ ਕਹਿ ਲਓ ਕਿ ਵੀ ਕੁਲਦੀਪ ਸਿੰਘ ਵੈਦ ਹੋਰਾਂ ਦੇ ਹਿਸਾਬ ਨਾਲ ਸਮਝੀਏ ਵੀ ਯਾਰ ਕੁਝ ਵੀ ਨਹੀਂ ਆ, ਪੈਨਸ਼ਨ ਤੇ ਇੱਕ ਆ 75,000 ਦੀ, 50,000 ਦੀ ਇੰਕਰੀਮੈਂਟ ਆ। ਇਹ ਹੋ ਸਕਦਾ ਜਦੋਂ ਇੰਕਰੀਮੈਂਟ ਸ਼ਬਦ ਉਹ ਵਰਤਦੇ ਹੋਣ ਤੇ ਕਈ ਵਿਚਾਰੇ ਮੁਲਾਜ਼ਮ ਤਬਕੇ ਵਾਲੇ ਹੌਕਾ ਲੈ ਜਾਂਦੇ ਨੇ, ਉਹ ਤੁਹਾਡਾ ਭਲਾ ਜਾਵੇ ਵੀ ਜੇ ਸਾਡੀ 50,000 ਤੇ ਤੁਸੀਂ ਇੰਕਰੀਮੈਂਟ 60% ਵੀ ਇੰਕਰੀਮੈਂਟ ਹੁੰਦਾ, 66% ਬਣਦਾ ਵੀ 66% ਜੇ ਤੁਸੀਂ ਸਾਡਾ ਇੰਕਰੀਮੈਂਟ ਲਾ ਦਿਓ ਤੇ ਸਾਡੇ ਤੇ ਨਜ਼ਾਰੇ ਵੱਧ ਜਾਣ। ਬੀਬੀ ਭੱਠਲ ਹੋਰੀ ਕਹਿੰਦੇ, ਉਹ ਕਹਿੰਦੇ ਵੀ ਬਹੁਤ ਵਧੀਆ ਫੈਸਲਾ, ਇਹਦੀ ਲੋੜ ਸੀ। ਉਹਨਾਂ ਇਹ ਵੀ ਕਿਹਾ, ਉਹ ਕਹਿੰਦੇ ਵੀ ਮੁੰਡਾ ਨਵਾਂ ਤੇ ਮੁੰਡਾ ਭਗਤ ਸਿੰਘ ਦੀ ਸੋਚ ਨੂੰ ਅਪਣਾਇਆ, ਇਹ ਵੀ ਤਾਰੀਫ ਕੀਤੀ। ਉਹ ਕਹਿੰਦੇ ਵੀ ਮੇਰੀ ਇਹ ਨਹੀਂ ਵੀ ਉਹਨੇ ਵਰਦੀ ਪਾਈ ਵੀ ਪੱਗ ਬੰਨ੍ਹ ਲਈ, ਸਹੁੰ ਵੀ ਚੁੱਕੀ ਉੱਥੇ ਜਾ ਕੇ, ਤੇ ਇਹ ਜਿਹੜਾ ਫੈਸਲਾ ਵੀ ਇਹ ਵਧੀਆ। ਐਵੇਂ ਮੈਂ ਆਖਾਂ ਵੀ ਮੈਂ ਵਿਰੋਧ ਕਰਨ ਨੂੰ ਕਰੀ ਜਾਵਾਂ ਵੀ ਵਿਰੋਧੀ ਨਹੀਂ, ਇਦਾਂ ਦੀ ਗੱਲ ਨਹੀਂ, ਇਹਦੀ ਲੋੜ ਸੀਗੀ ਵੀ ਜਿਹੜਾ ਕੰਮ ਚੰਗਾ ਕੀਤਾ ਉਹ ਚੰਗਾ ਕਰਤਾ। ਫਿਰ ਉਹ ਆਪਣੇ ਭਾਈਚਾਰੇ ਵਾਲੇ ਪੁੱਛੇ, ਉਹ ਕਹਿੰਦੇ ਬਾਦਲ ਸਾਹਿਬ ਨੇ ਤੇ ਪਹਿਲਾਂ ਐਲਾਨ ਕਰਤਾ ਸੀ ਵੀ ਮੈਂ ਕੋਈ ਪੈਨਸ਼ਨ ਨਹੀਂ ਲੈਣੀ, ਮੈਨੂੰ ਚਾਹੀਦੀ ਨਹੀਂ, ਤੇ ਤੁਸੀਂ ਉਹਨਾਂ ਨੂੰ ਗੱਲ ਸਮਝ ਲੱਗ ਗਈ ਨੇ ਵੀ ਇਹ ਵੀ ਪੁੱਛਦੇ ਵੀ ਤੁਸੀਂ ਪਹਿਲਾਂ ਹੀ ਐਲਾਨ ਕਰ ਦਿੰਦੇ ਕਿਤੇ। ਉਹ ਕਹਿੰਦਾ ਬਾਦਲ ਸਾਹਿਬ ਦੀ ਰੀਸ ਥੋੜਾ ਸਾਰਿਆਂ ਕਰ ਲੈਣੀ, ਉਹ ਕੀ ਪਤਾ ਕੀ ਕੁਝ ਕਰਦੇ। ਅਸੀਂ ਤੇ ਆਪਣੀ ਗੱਲ ਕਰਦੇ ਆ ਵੀ ਚੰਗਾ ਹੋ ਗਿਆ, ਚਲੋ ਵਧੀਆ ਹੋ ਗਿਆ। ਮੈਂ ਕਹਿੰਦਾ ਸੰਧਾਲੀਆ ਸਾਹਿਬ ਬਹੁਤ ਵਧੀਆ ਹੋ ਗਿਆ ਕਿ ਵੱਖ-ਵੱਖ ਸਿਆਸੀ ਪਾਰਟੀ ਵਾਲੇ ਨੇ ਕਿਹਾ, ਪਰ ਇੱਕ ਗੱਲ ਹੈ, ਮੈਨੂੰ 2 ਚੀਜ਼ਾਂ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਦੀਆਂ ਚੇਤੇ ਆਉਂਦੀਆਂ ਸੀ ਕਿ ਇਹ ਤਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੋਰਾਂ ਨੇ ਕਹਿਤਾ ਨਹੀਂ ਅਸੀਂ ਕਰ ਦੇਣਾ ਹੀ, ਇਹ ਜਾਣੀ ਤੁਹਾਡੇ ਕੋਲ ਆਪਸ਼ਨ ਕੋਈ ਨਹੀਂ। ਹੁਣ ਸਾਰੇ ਬੰਦੇ ਕਹਿੰਦੇ ਜੀ ਅਸੀਂ ਸੇਵਾ ਕਰਨਾ ਹੈ। ਤੁਸੀਂ ਦੇਖੋ
ਜੇ ਕੋਈ ਬੰਦਾ ਕਲਰਕ ਭਰਤੀ ਹੁੰਦਾ, ਕੋਈ ਅਧਿਆਪਕ ਭਰਤੀ ਹੁੰਦਾ ਹੈ, ਕੋਈ ਕਲਾਸ 4 ਭਰਤੀ ਹੁੰਦਾ ਹੈ, ਮੈਨੇਜਰ ਭਰਤੀ ਹੁੰਦਾ, ਉਹ ਇਸ ਕਰਕੇ ਭਰਤੀ ਹੁੰਦਾ, ਉਹ ਕਹਿੰਦੇ ਜੀ ਤਨਖਾਹ ਲੈਣੇ, ਨਿਆਣੇ ਪਾਲਣੇ ਆ। ਉਹ ਕਦੇ ਨਹੀਂ ਕਹਿੰਦਾ ਮੈਂ ਸੇਵਾ ਕਰਨਾ ਹੈ। ਹਾਂ, ਇੰਨਾ ਜ਼ਰੂਰ ਕਹਿੰਦੇ ਕਿ ਜਿਹੜੇ ਨਿਯਮ ਨੇ, ਕਾਨੂੰਨ ਨੇ, ਉਹਦੇ ਦਾਇਰੇ ਦੇ ਵਿੱਚ ਰਹਿ ਕੇ ਜੇ ਮੈਂ ਕੈਸ਼ੀਅਰ ਹਾਂ, ਮੈਂ ਚੰਗੇ ਤਰੀਕੇ ਲੋਕਾਂ ਦੀ ਸੇਵਾ ਕਰੂੰਗਾ, ਕੈਸ਼ ਫੜੂੰਗਾ, ਉਹਨੂੰ ਗਿਣੂੰਗਾ, ਗਿਣ ਕੇ ਗੱਲੇ ਦੇ ਵਿੱਚ ਰੱਖੂੰਗਾ, ਦਰਜ ਕਰਕੇ ਲੋਕਾਂ ਦੀ ਇਦਾਂ ਸੇਵਾ ਕਰੂੰਗਾ ਤੇ ਤਨਖਾਹ ਲਊਂਗਾ, ਉਹਦੇ ਨਾਲ ਆਪਦਾ ਟੱਬਰ ਪਾਲੂੰਗਾ। ਪਰ ਇਹ ਬੰਦਿਆਂ ਦੇ ਵਿੱਚੋਂ ਤਾਂ ਮੈਨੂੰ ਲੱਗਦਾ ਕਿ 98.98% ਤਾਂ ਕਹਿੰਦੇ ਹੁੰਦੇ ਆ ਕਿ ਪ੍ਰਮਾਤਮਾ ਦਿੱਤਾ ਬਹੁਤ ਕੁਛ, ਸੇਵਾ ਕਰਨੀ ਹੈ। ਨਹੀਂ, ਮੇਰੀ ਗੱਲ ਸੁਣ ਲਿਓ ਪੂਰੀ। ਸੇਵਾ ਕਰਨੀ ਹੈ, ਦੇਖਿਆ ਨਹੀਂ ਜਾਂਦਾ, ਨਹੀਂ ਦੇਖਿਆ ਜਾਂਦਾ। ਹੁਣ ਚਲੋ ਠੀਕ ਹੈ, ਜੇ ਸੇਵਾ ਕਰਨੀ ਹੈ, ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇੱਕ ਵਾਰੀ ਕਿਹਾ ਸੀ ਕਿ ਜਿਹੜੇ MLAs ਦੀ ਆਮਦਨ ਹੁੰਦੀ ਹੈ ਤਨਖਾਹਾਂ ਤੋਂ, ਹੋਰ ਚੀਜ਼ਾਂ ਤੋਂ, ਵੀ ਭਾਈ ਤੁਸੀਂ ਟੈਕਸ ਆਪ ਦਿਆ ਕਰੋ, ਕਿਉਂਕਿ ਪੰਜਾਬ ਸਰਕਾਰ ਦੇ ਖਜ਼ਾਨੇ 'ਚ ਜਾਂਦਾ, ਖਜ਼ਾਨਾ ਲੋਕਾਂ ਦੇ ਟੈਕਸ ਨਾਲ ਭਰਦਾ। ਜਾਣੀ ਇਨਕਮ MLA ਸਾਹਿਬ ਦੀ, ਟੈਕਸ ਲੋਕ ਦਿੰਦੇ ਸੀ। ਉਹਨਾਂ ਨੇ ਬੇਨਤੀ ਕੀਤੀ ਸੀ ਇੱਕ ਵਾਰੀ ਕਿ ਆਪਾਂ ਕਿਉਂ ਨਾ ਟੈਕਸ ਦਈਏ। ਮੈਨੂੰ ਨਹੀਂ ਲੱਗਦਾ ਕਿ ਇੱਕ ਦੋ ਨੂੰ ਛੱਡ ਕੇ ਕੋਈ ਸੂਰਮਾ ਮੈਦਾਨ 'ਚ ਆਇਆ ਹੋਵੇ। ਫਿਰ ਇੱਕ ਵਾਰੀ ਉਹਨਾਂ ਨੇ ਕਿਹਾ ਕਿ ਬਿਜਲੀ ਦੇ ਬਿੱਲ ਜਿਹੜੇ ਮੋਟਰਾਂ ਵਾਲੇ ਆ, ਕਿ ਭਾਈ ਤੁਸੀਂ ਸਰਦੇ ਪੁੱਜਦੇ ਹੋ, ਕਿਸੇ ਦੀ ਟਰਾਂਸਪੋਰਟ, ਕਿਸੇ ਦੇ ਹੋਟਲ, ਕਿਸੇ ਦੇ ਇੱਟਾਂ ਦੇ ਭੱਠੇ, ਕਿਸੇ ਦੇ ਸ਼ੈਲਰ, ਕਿਸੇ ਦੀ ਸੁਖਨਾ ਜ਼ਮੀਨ ਜਾਇਦਾਦ ਬੜੀ। ਹੁਣ ਕਿ ਤੁਸੀਂ ਐ ਕਰੋ, ਮੋਟਰਾਂ ਦੇ ਬਿੱਲ ਆਪ ਦੇ ਦਿਆ ਕਰੋ, ਸਬਸਿਡੀ ਨਾ ਲਿਆ ਕਰੋ, ਆਪਾਂ ਛੋਟੇ ਕਿਸਾਨ ਤੇ ਮਜ਼ਦੂਰ ਤੇ ਪੈਸੇ ਖਰਚਾਂਗੇ। ਖਹਿਰਾ ਸਾਹਿਬ, ਨਾਗਰਾ ਸਾਹਿਬ, ਇੱਕ ਅੱਧਾ MLA ਕੋਈ ਹੋਰ ਹੋਏਗਾ, ਬਾਕੀ ਕਿਸੇ ਦੇ ਮਨ ਦੇ ਵਿੱਚ ਕੋਈ ਸੇਵਾ ਭਾਵ ਨਹੀਂ ਆਈ। ਜਾਣੀ ਆਹੀ ਬੰਦੇ ਜੇ ਇਹਨਾਂ ਨੂੰ ਲੱਗਦਾ ਸੀ ਕਿ ਭਾਈ ਅਸੀਂ ਪੰਜਾਬ ਦੇ ਲੋਕਾਂ ਲਈ ਕੁਝ ਕਰਨਾ ਹੈ, ਸੇਵਾ ਕਰਨੀ ਹੈ, ਜੇ ਕਿਤੇ ਪਹਿਲਾਂ ਆਪਣੇ ਮੁਤਾਬਕ ਹੀ ਕਹਿੰਦੇ ਕਿ ਭਾਈ ਅਸੀਂ ਸਿਰਫ ਪੈਨਸ਼ਨ ਇੱਕ ਲੈਣੀ ਹੈ, ਗੁਜ਼ਾਰਾ ਇੰਨੇ ਕੁ ਦੇ ਨਾਲ ਵਧੀਆ ਹੋ ਜਾਣਾ, ਰੱਬ ਦਾ ਦਿੱਤਾ ਬਹੁਤ ਕੁਛ ਹੈ, ਕਾਰੋਬਾਰ ਸੁੱਖ ਨਾਲ ਵਧੀਆ, ਨਿੱਕੇ ਨਿਆਣੇ ਸੈੱਟ ਨੇ, ਇੱਕੋ ਹੀ ਪੈਨਸ਼ਨ ਚਾਹੀਦੀ ਹੈ, ਜਾਂ ਉਹ ਵੀ ਮੈਂ ਸਮਾਜ ਸੇਵੀ ਕੰਮਾਂ ਦੇ ਲਈ ਬਾਦਲ ਸਾਹਿਬ ਵਾਂਗੂ ਦਿੰਨਾ। ਜੇ ਤੇ ਇਦਾਂ ਕਹਿੰਦੇ ਚੰਗਾ ਸੀ। ਹੁਣ ਤੱਕ ਕਿਉਂਕਿ ਅਗਲੇ ਨੇ ਗੰਡਾਸਾ ਹੀ ਚਲਾਇਆ ਜੀ। ਆ ਮੈਨੂੰ ਇਹ ਵੀ ਸ਼ੱਕ ਲੱਗਦਾ ਵੀ ਜਿਹੜਾ ਆਉਣ ਵਾਲੇ 2-4 ਦਿਨਾਂ 'ਚ ਬਿਆਨ ਹੈ ਨਾ, ਉਹ ਇਹ ਵੀ ਆ ਜਾਊਗਾ ਵੀ ਜਾਂ ਤਾਂ ਹੋ ਸਕਦਾ ਆਮ ਆਦਮੀ ਪਾਰਟੀ ਦੇ MLA ਵਾਲੇ ਪਾਸੋਂ ਕਿਤੇ ਬਿਆਨ ਆ ਜੇ, ਜਾਂ ਫਿਰ ਭਗਵੰਤ ਮਾਨ ਹੋਣੀ ਉੱਦਾਂ ਇਹਦਾ 2.5 ਮਿੰਟ ਦੀ ਵੀਡੀਓ ਜੀ ਬਣਾਉਂਦੇ ਹੁੰਦੇ ਆ, ਉੱਦਾਂ ਦੀ ਵੀਡੀਓ ਆਏ ਵੀ ਅਗਲਾ ਐਲਾਨ ਅਸੀਂ ਇਹ ਕਰ ਰਹੇ ਹਾਂ ਵੀ ਜਿੱਦਾਂ ਤਨਖਾਹ ਬਾਕੀਆਂ ਨੂੰ ਮਿਲਦੀ ਉੱਦਾਂ MLA ਨੂੰ ਮਿਲਦੀ, ਜਿੱਦਾਂ ਬਾਕੀ ਬੰਦੇ ਆਪਣੀ ਆਮਦਨ ਤੇ ਟੈਕਸ ਦਿੰਦੇ ਉੱਦਾਂ ਹੀ MLA ਟੈਕਸ ਦੇਣਗੇ। ਪੰਜਾਬ ਸਰਕਾਰ ਨੇ ਕਿਸੇ ਦਾ ਕੋਈ ਟੈਕਸ ਨਹੀਂ ਦੇਣਾ। ਹੋ ਸਕਦਾ ਉਦੋਂ ਨੂੰ ਗੱਲ ਇਸ ਪਾਸੇ ਲੱਗ ਜੇ। ਪਰ ਬਾਕੀ ਇਹ ਵੀ ਠੀਕ ਆ ਵੀ ਇਹ ਸਾਰਾ ਕੁਝ ਚੱਲਦਾ ਰਿਹਾ ਪਹਿਲਾਂ, ਹੁਣ ਵੀ ਚੱਲਦਾ ਰਹਿ ਸਕਦਾ ਸੀ ਜੇ ਮੰਨ ਲਓ ਉਹਨੂੰ ਨਾ ਚੇਂਜ ਕਰਦੇ ਜੀ। ਤੇ ਇਹ ਕੋਈ ਕਿਤੇ ਧਰਨਾ ਤਾਂ ਨਹੀਂ ਲੱਗਾ ਸੀ ਜਾ ਕੇ ਵੀ ਹਾਂ ਯਾਰ ਜ਼ਰੂਰ ਆ ਦੇਖੋ ਜੀ, ਉਹ ਤਾਂ ਮਹਾਰਾਜ ਉਹਨਾਂ ਦੀਆਂ ਵਿਧਾਇਕਾਂ ਦੀਆਂ ਮੰਗਾਂ ਸੀਗੀਆਂ, ਅੱਜ ਦੇਖੋ ਅਸੀਂ ਮੰਗਾਂ ਪੂਰੀਆਂ ਕੀਤੀਆਂ। ਇਹਦਾ ਮਤਲਬ ਕਿਤੇ ਨਾ ਕਿਤੇ ਤੇ ਅੰਦਰ ਖਾਤੇ ਕੋਈ ਗੱਲ ਜੋੜ ਤੋੜ ਵਾਲੀ ਚੱਲਦੀ ਹੋਊਗੀ ਵੀ ਯਾਰ ਆਹ ਉਹ ਖਰਚੇ ਨੇ ਜਿਹੜੇ ਆਪਾਂ ਨੂੰ ਕੰਟਰੋਲ ਕਰਨ ਦੀ ਲੋੜ ਆ, ਤੇ ਉਹਨਾਂ ਨੇ ਕਰ ਲਏ ਜੀ। ਬੰਦੇ ਨਾਰਾਜ਼ ਤਾਂ ਇਹਨਾਂ ਦੇ ਵੀ ਹੁੰਦੇ ਹੋਣੇ ਆ ਕਿ ਉਹਨਾਂ ਨੇ ਪਾਰਟੀ ਦੇ ਅੰਦਰ ਨਾਰਾਜ਼ਗੀ ਵੱਧ ਸਕਦੀ। ਕੈਪਟਨ ਸਾਹਿਬ ਦਾ ਮੈਨੂੰ ਇੱਕ ਬਿਆਨ ਚੇਤੇ ਆਉਂਦਾ ਹੈ, ਉਹ ਜੀ ਮੈਂ ਫਿਰ ਬੀਬੀ ਸੋਨੀਆ ਗਾਂਧੀ ਨੂੰ ਦਿਆ ਇਹ ਫੈਲਾਂ, ਉਹ ਅੱਧੇ ਤਾਂ ਸਾਡੇ ਆਪਣੇ ਬੰਦੇ ਰੇਤਾ ਦੇ ਕੰਮ ਦੇ ਵਿੱਚ ਲੱਗੇ ਹੋ ਸੀ। ਹੁਣ ਕੁਲਤਾਰ ਸਿੰਘ ਸੰਧਵਾ ਸਾਹਿਬ, ਬੀਬੀ ਮਾਣੂਕੇ ਜੀ, ਇਹਦੇ ਤੋਂ ਇਲਾਵਾ ਬੀਬੀ ਬਲਜਿੰਦਰ ਕੌਰ ਜੀ, ਇਹਦੇ ਤੋਂ ਇਲਾਵਾ ਅਮੀਤ ਹੇਰ ਸਾਹਿਬ, ਇਹਦੇ ਤੋਂ ਇਲਾਵਾ 6 ਹੋਰ MLA, ਅਪਰੋਕਸੀਮੇਟਲੀ 10 ਬੰਦੇ ਹੈਗੇ ਆ, 10 ਬੰਦੇ ਜਿਹੜੇ ਆਮ ਆਦਮੀ ਪਾਰਟੀ ਦੇ ਦੂਜੇ ਵਾਰ MLA ਬਣੇ ਆ। ਉਹਨਾਂ ਦੀ ਸਰਕਾਰ ਨੇ ਫੈਸਲਾ ਕੀਤਾ ਲਾਗੂ ਹੋਣਾ ਹੈ, ਸੇਕ ਉਹਨਾਂ ਨੂੰ ਵੀ ਬਰਾਬਰ ਲੱਗਣਾ ਹੈ। ਨਹੀਂ ਤਾਂ ਉਹ ਹੋ ਸਕਦਾ ਕਿ ਘਰੇ ਕੈਲਕੂਲੇਟ ਕਰਦੇ ਹੁਣ ਵੀ 1.25 ਲੱਖ ਰੁਪਈਆ ਤਾਂ ਹੁਣ 2 ਵਾਰੀ MLA ਬਣ ਗਏ ਆ, 1.25 ਲੱਖ ਵੱਟ ਤੇ ਪਿਆ। ਆਪਦੀ ਪਾਰਟੀ ਦੇ MLA ਵੀ ਤਾਂ ਗੁੱਸੇ ਕੀਤੇ ਆ ਨਾ, ਹੋ ਸਕਦਾ ਕੋਈ ਹਿਰਖ ਕਰਦਾ ਨਾ ਹੋਵੇ, ਮਨ ਦੇ ਵਿੱਚ ਤਾਂ ਹੁੰਦਾ। ਸੰਧਾਲੀਆ ਸਾਹਿਬ ਇੱਥੇ ਅੰਦਰੋਂ ਅੰਦਰੀ ਜਿਹੜਾ ਮਰਜੀ ਬੰਦਾ ਜੋ ਮਰਜੀ ਆਖੇ, ਫੈਸਲਾ ਚੰਗਾ। ਤੁਸੀਂ ਇਹ ਦੇਖੋ, ਪੈਨਸ਼ਨ ਤਾਂ ਮਿਲਦੀ ਹੈ ਨਾ, 75,000 ਰੁਪਈਆ ਬਥੇਰਾ ਹੁੰਦਾ ਹੈ। ਜੇ ਇੱਥੇ 2004 ਤੋਂ ਬਾਅਦ ਕਿਸੇ ਸਰਕਾਰੀ ਕਰਮਚਾਰੀ ਨੂੰ ਪੈਨਸ਼ਨ ਹੈਗੀ ਜਿਹੜੇ ਭਰਤੀ ਹੋਏ 2004 ਤੋਂ ਬਾਅਦ, ਜੇ ਉਹਨਾਂ ਨੂੰ ਪੈਨਸ਼ਨ ਨਹੀਂ, ਜੇ ਉਹਨਾਂ ਨੂੰ ਤੁਸੀਂ ਟੋਟਿਆਂ 'ਚ ਸਕੀਮਾਂ ਦਿੰਦੇ ਹੋ, ਇੰਨੇ ਕੁ ਤਨਖਾਹ 'ਚ ਤੁਸੀਂ ਕਟਾਈ ਜਾਓ, ਇੰਨੇ ਕੁ ਸਰਕਾਰ ਪਾ ਦੂ ਜਾਂ ਫਲਾਨੀ ਕੰਪਨੀ ਪਾ ਦੂ, ਤੇ ਉਹ ਜਿੰਨੇ ਕੁ ਤੁਹਾਡੇ ਬਣਨਗੇ ਉਹਦੇ ਵਿੱਚੋਂ ਮਹੀਨੇ ਬਾਅਦ ਤੁਹਾਨੂੰ 1200, 1800, 2800, 3200, 3800, 4200, 4800, ਜਾਣੀ ਜਿੰਨੇ ਕੁ ਪੈਸੇ ਤੁਸੀਂ ਤਨਖਾਹ 'ਚ ਦੇਈ ਜਾਓਗੇ ਉਸ ਹਿਸਾਬ ਨਾਲ ਤੁਹਾਡਾ ਫਿਰ ਗੁਜ਼ਾਰਾ ਜਿਹਾ ਚੱਲਦਾ ਰਹੂਗਾ। ਜੇ ਸਾਡੇ ਸਾਬਕਾ ਵਿਧਾਇਕਾਂ ਨੂੰ ਉਹਨਾਂ ਦੇ ਟੱਬਰ ਦੇ ਬਾਕੀ ਬੰਦਿਆਂ ਨੂੰ ਢਿੱਡ ਲੱਗਾ ਤੇ ਢਿੱਡ ਖਾਣ ਨੂੰ ਮੰਗਦਾ, ਪੰਜਾਬ ਦੇ ਬਾਕੀ 3 ਕਰੋੜ ਲੋਕਾਂ ਦੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਨੂੰ ਵੀ ਢਿੱਡ ਲੱਗਾ ਤੇ ਉਹ ਵੀ ਢਿੱਡ ਖਾਣ ਨੂੰ ਮੰਗਦਾ, ਉਹਨਾਂ ਨੂੰ ਵੀ ਪਿਲਸਣ ਚਾਹੀਦੀ ਆ ਭਾਈ। ਵੈਸੇ ਤੇ ਕੁਲਦੀਪ ਸਿੰਘ ਵੈਦ ਹੋਰਾਂ ਨੇ ਇੱਕ ਚੀਜ਼ ਹੋਰ ਵੀ ਧਿਆਨ ਦਿਵਾਇਆ ਜੀ। ਉਹ ਕਹਿੰਦੇ ਦੇਖੋ ਕਾਰਨ ਇਹ ਆ ਵੀ 75,000 ਨਾਲ ਜੇ ਤੁਸੀਂ ਆਖੋ ਵੀ ਉਹ ਗੁਜ਼ਾਰਾ ਕਰ ਲੂਗਾ MLA, ਨਹੀਂ ਹੁੰਦਾ। ਹੁਣ ਜਦੋਂ ਦਫ਼ਤਰ ਦਾ ਹੀ ਕਹਿੰਦੇ ਚਾਹ ਦਾ ਖਰਚਾ ਨਹੀਂ ਮਾਣ ਯਾਰ, ਬਾਕੀ ਤਾਂ ਗੱਲਾਂ ਦੂਰ ਰਹਿ ਗਈਆਂ ਵੀ ਹੁਣ ਜਦੋਂ ਉਹਨੂੰ ਪੈਸੇ ਨਾ ਪੂਰੇ ਮਿਲੇ, ਨਾ ਪੂਰੀ ਗੱਲ ਬਣੀ, ਤੇ ਫਿਰ ਉਹਨੇ ਕਰਪਸ਼ਨ ਹੀ ਕਰਨੀ ਹੈ, ਭ੍ਰਿਸ਼ਟਾਚਾਰ ਹੀ ਕਰਨਾ।
ਹੁਣ ਲੌਜਿਕ ਉਹਨਾਂ ਦੀ ਗੱਲ ਦੇ ਵਿੱਚ ਹੋ ਸਕਦਾ ਵੀ ਹੋਵੇ ਜੀ, ਉਹ ਕਹਿੰਦੇ ਨੇ ਇੱਦਾਂ ਵੀ, ਉਹ ਕਹਿੰਦੇ ਵੀ ਤਨਖਾਹਾਂ ਜੇ ਬਾਕੀ ਸਟੇਟਾਂ ਦੇ ਵਿੱਚ ਬਹੁਤ ਜ਼ਿਆਦਾ, ਤੇਲੰਗਾਨਾ ਦੀ 2.5 ਲੱਖ ਵੀ ਗਣਾਈ ਜਾਂਦੇ ਨੇ ਉਹ, ਬਾਕੀ ਸਟੇਟਾਂ 'ਚ ਵੀ ਯੂਪੀ ਜਾਂ ਹੋਰ ਬਹੁਤ ਸਾਰੀਆਂ ਸਟੇਟਾਂ ਜਿੱਥੇ 2.25 ਲੱਖ 2 ਲੱਖ ਪੌਣੇ 2 ਲੱਖ 1.5 ਲੱਖ ਹੈਗੀ ਹੈ, ਉਹ ਕਹਿੰਦੇ ਵੀ ਸਾਡੇ ਵਾਲਿਆਂ ਦੀ ਯਾਰ ਮਤਲਬ ਆਹੋ ਇੰਨੀ ਗੱਲ ਨਹੀਂ ਬਣਦੀ ਹੈ ਨਾ, ਵੀ ਥੋੜ੍ਹਾ ਜਿਹਾ ਇਹ 'ਤੇ ਵੀ ਕਰੋ। ਹੋ ਸਕਦਾ ਉਹਨਾਂ ਦਾ ਇਹ ਬਿਆਨ ਹੋਵੇ ਵੀ ਚੱਲ ਚਲੋ ਸਾਡੀ ਤੇ ਪੈਨਸ਼ਨ ਤੁਸੀਂ ਬੰਦ ਕਰਤੀ ਆ, ਹਾਲੇ 90-92 ਤੁਹਾਡੇ ਇਹਨਾਂ ਦੇ ਤੇ ਗਰਾਰੀ ਇੱਕ ਨਾਲ ਕੋਲੇ ਖਿਲਾ ਰਹੀ ਹੈ ਨਾ ਪੈਰਾਂ ਦਾ, ਹੈ ਨਾ, ਵੀ ਤੁਸੀਂ ਵੱਧ ਮੰਗੋ ਤਨਖਾਹ। ਸੰਧਾਲੀਆ ਸਾਹਿਬ ਉਹਨਾਂ ਨੇ ਬਿਆਨ ਕਿਹਾ ਕਿ ਅਸੀਂ ਨਿਆਣੇ ਪਾਲਣੇ ਆ। ਮੈਨੂੰ ਉਹਨਾਂ ਦਾ ਬਿਆਨ ਬਹੁਤ ਵਧੀਆ ਲੱਗਾ। ਉਹ ਕਹਿੰਦੇ ਜੀ ਕੇਜਰੀਵਾਲ ਸਾਹਿਬ ਨੇ ਕਿਹਾ ਸੀ 2.5 ਲੱਖ ਰੁਪਈਆ ਚਾਹੀਦਾ, ਨਹੀਂ ਤਾਂ ਫਿਰ ਇਹ ਬੇਫਿਕਰ ਹੋਣਗੇ ਐਮਐਲਏ। ਤਨਖਾਹ ਕਹੀ ਸੀ ਉਹਨਾਂ ਨੇ ਕਿ ਉਹਨਾਂ ਨੇ ਚੰਗਾ ਕੀਤਾ, ਕੋਟ ਕੀਤਾ, ਕਿਉਂਕਿ ਵੱਡੇ ਅਹੁਦੇ ਤੇ ਰਹੇ, ਅਫਸਰ ਰਹੇ ਆ ਪਹਿਲਾਂ ਵੈਦ ਸਾਹਿਬ, ਉਹਨਾਂ ਨੂੰ ਪਤਾ ਕਿਹੜੀ ਗੱਲ ਕਦੋਂ ਚੱਕਣੀ ਆ। ਪਰ ਮੈਂ ਕਹਿੰਦਾ ਕਿ ਵੈਦ ਸਾਹਿਬ ਗਿੱਲ ਹਲਕੇ ਤੋਂ ਸੀ ਨਾ ਐਮਐਲਏ, ਕਿ ਮੈਂ ਕਹਿੰਦਾ ਵੈਦ ਸਾਹਿਬ ਕਿ ਤੁਸੀਂ ਜਿੱਤੋਂ ਅਗਲੀ ਵਾਰੀ, ਅਸੀਂ ਤੁਹਾਡੇ ਹਲਕੇ ਦੇ ਲੋਕਾਂ ਨੂੰ, ਅਸੀਂ ਪੰਜਾਬ ਦੇ ਲੋਕਾਂ ਨੂੰ ਇੱਕੋ ਹੀ ਬੇਨਤੀ ਕਰ ਦਿਆਂਗੇ ਕਿ ਭਾਈ ਤੁਸੀਂ ਜਦੋਂ ਐਮਐਲਏ ਸਾਹਿਬ ਨੂੰ ਮਿਲ ਜਾਣਾ, ਚਾਹ ਆਪ ਥਰਮਸ 'ਚ ਪਾ ਕੇ ਲੈ ਕੇ ਜਾਣੀ ਹੈ, ਗਲਾਸ ਤੁਹਾਡਾ ਚਾਹੀਦਾ, ਲੱਡੂ 2 ਘਰੋਂ ਲੈ ਜਾਣੇ ਆ, ਕਿਉਂਕਿ ਚਾਹ ਤਾਂ ਹਰ ਇੱਕ ਦੇ ਘਰ ਰਿੱਝਦੀ ਹੈ। ਜੇ ਸਿਰਫ ਇਸ ਕਰਕੇ ਵੱਧ ਤਨਖਾਹ ਜਾਂ ਪੈਨਸ਼ਨ ਚਾਹੀਦੀ ਹੈ ਕਿ ਲੋਕਾਂ ਨੂੰ ਦਫ਼ਤਰ ਚਾਹ ਪਿਲਾਉਣੀ ਪੈਂਦੀ ਹੈ, ਲੋਕ ਮੰਨ ਜਾਣਗੇ। ਅੱਜ ਹੀ ਕਹਿੰਦੇ ਨੇ, ਮੈਂ ਕਹਿੰਦਾ ਟਿੱਪਣੀਆਂ ਕਰ ਦਿਓ ਕਿ ਤੁਸੀਂ ਕਿਸੇ ਵੀ ਐਮਐਲਏ ਨੂੰ ਮਿਲ ਜਾਣਾ, ਚਾਹ ਦੀ ਝਾਕ 'ਚ ਨਹੀਂ ਜਾਣਾ। ਜੇ ਅਗਲਾ ਪੁੱਛੇ ਵੀ ਚਾਹ ਪੀਣੀ ਆ, ਨਹੀਂ ਜੀ ਛੱਕ ਕੇ ਆਏ ਆ। ਨਹੀਂ, ਨਾਲੇ ਲੋਕਾਂ ਨੂੰ ਇੱਕ ਗੱਲ ਹੋਰ ਪਤਾ ਲੱਗ ਗਈ, ਵੈਸੇ ਤਾਂ ਪਹਿਲਾਂ ਵੀ ਪਤਾ ਸੀ, ਆਹ ਤਾਂ ਕਲੀਅਰ ਹੋ ਗਈ ਜੀ, ਵੀ ਕਿਸੇ ਵੀ ਦਫ਼ਤਰ 'ਚ ਜਾਂ ਇਹੋ ਜਿਹੇ ਬੰਦੇ ਕੋਲ ਜਾ ਕੇ ਤੁਸੀਂ ਚਾਹ ਪੀਂਦੇ ਹੋ ਨਾ, ਅਸਲ 'ਚ ਉਹ ਤੁਹਾਨੂੰ ਨਹੀਂ ਪਿਆਰ ਆਉਂਦਾ, ਤੁਸੀਂ ਆਪਣੀ ਚਾਹ ਹੀ ਉੱਥੇ ਜਾ ਕੇ ਪੀਂਦੇ ਹੋ। ਹਾਂ, ਤੇ ਸਾਨ ਅਗਲੇ ਦਾ ਹੁੰਦਾ ਤੁਹਾਡੇ ਤੇ, ਵੀ ਸਾਨ ਅਗਲੇ ਉਹਨੂੰ ਚੰਗਾ ਨਹੀਂ ਵੀ ਆਖੇ ਵੀ ਨਹੀਂ ਪੀਣੀ ਨਹੀਂ ਜੀ। ਜੀ, ਇੱਕ ਹੋਰ ਵੀ ਸੰਧਾਲੀਆ ਸਾਹਿਬ ਮੈਨੂੰ ਗੱਲ ਲੱਗਦੀ ਹੈ, ਪੰਜਾਬ ਦੇ ਵਿੱਚ ਚਾਹੇ ਕੁਲਦੀਪ ਸਿੰਘ ਵੈਦ ਸਾਹਿਬ ਨੇ, ਚਾਹੇ ਮਾਸਟਰ ਮੋਹਨ ਲਾਲ ਜੀ ਨੇ, ਚਾਹੇ ਭਗਵੰਤ ਮਾਨ ਸਾਹਿਬ ਨੇ, ਸਿੱਧੂ ਸਾਹਿਬ ਨੇ, ਚੰਨੀ ਸਾਹਿਬ ਨੇ, ਕੈਪਟਨ ਸਾਹਿਬ ਨੇ, ਇਹ ਸਾਰੇ ਹੀ ਬੰਦੇ ਕੋਈ ਹੱਕ 'ਚ ਹੈ ਭਾਵੇਂ ਵਿਰੋਧ ਦੇ ਵਿੱਚ ਹੈ। ਤੁਸੀਂ ਇੱਕ ਵਾਰੀ ਆਪੋ ਆਪਣੀਆਂ ਸਰਕਾਰਾਂ ਦੇ ਵੇਲੇ ਦੇ ਉਹ ਨੀਲੇ ਚਿੱਟੇ ਕਾਲੇ ਕਾਰਡ ਤਾਂ ਕੱਢ ਕੇ ਦੇਖੋ ਕਿ ਤੁਸੀਂ ਤਾਂ 45% ਦੀ ਪੰਜਾਬ ਦੀ ਆਬਾਦੀ ਨੂੰ ਖੁਦ ਕਾਰਡ ਬਣਾ ਕੇ ਦਿੱਤੇ ਆ ਕਿ ਭਾਈ ਇਹਨਾਂ ਨੂੰ ਸਰਕਾਰੀ ਸਹਾਇਤਾ ਚਾਹੀਦੀ ਹੈ, ਉਹ ਇਹ 2 ਟਾਈਮ ਦੀ ਰੋਟੀ ਵੀ ਨਹੀਂ ਖਾ ਸਕਦੇ। ਤੇ ਜਦੋਂ ਤੁਸੀਂ ਇੰਨੇ ਸਿਆਣੇ ਲੀਡਰ ਸਾਨੂੰ ਜੁੜੇ ਹੋ ਪੰਜਾਬ ਨੂੰ, ਮੈਂ ਚਿੰਬੜੇ ਨਹੀਂ ਕਿ ਜੁੜਨ ਦਾ ਮਤਲਬ ਹੁੰਦਾ ਬਹੁਤ ਔਖੇ ਮਿਲਣਾ, ਜਦੋਂ ਤੁਸੀਂ ਇੰਨੇ ਸਿਆਣੇ ਲੀਡਰ ਸਾਨੂੰ ਮਿਲੇ ਹੋ, ਜਦੋਂ ਤੁਹਾਨੂੰ ਪਤਾ ਹੈ ਕਿ ਤੁਹਾਡੇ ਸੂਬੇ ਦੀ ਤਕਰੀਬਨ ਅੱਧੀ ਆਬਾਦੀ ਜਾਂ 33% ਦੀ ਲਾ ਲਓ, 1/3 1/3 ਉਹ ਆਬਾਦੀ ਤੁਹਾਡੇ ਤੋਂ ਆਟਾ ਲੈ ਕੇ, ਤੁਹਾਡੇ ਤੋਂ ਦਾਲ ਲੈ ਕੇ, ਤੁਹਾਡੇ ਤੋਂ ਸਬਸਿਡੀਆਂ ਲੈ ਕੇ ਢਿੱਡ ਭਰਦੀ ਹੈ। ਉਹਲੇ 75,000 ਨਾ ਗੁਜ਼ਾਰਾ ਤਾਂ ਕਰੇ ਹੀ ਲਾਉਂ ਤਾਂ ਚੰਗਾ, ਹਨਾ, ਜਾਨੀ ਕਿ ਔਖੇ ਹੋ ਲਓ ਬਿਸ਼ੱਕ। ਜਿੰਨੇ ਕੁ ਥਾਵਾਂ ਤੇ ਮੈਂ ਉਹ ਵੀਡੀਓ ਦੇਖੀ ਹੈ ਵੈਦ ਸਾਹਿਬ ਦੀ, ਮੋਸਟਲੀ ਟਿੱਪਣੀਆਂ ਇਹੀ ਸੀ। ਉਹ ਕਹਿੰਦੇ ਵੈਦ ਸਾਹਿਬ ਕਮਾਲ ਹੋ ਗਈ, ਜੇ 75,000 ਨਿਆਣੇ ਨਹੀਂ ਨਾ ਪੜ੍ਹਦੇ ਤੇ ਫਿਰ ਸਾਡਿਆਂ ਦਾ ਕੀ ਹਾਲ ਹੋਊਗਾ। ਉਹ ਕਹਿੰਦੇ ਵੀ ਅਸੀਂ ਤਾਂ, ਕਹਿੰਦਾ ਜਿਹਨੂੰ 75, ਇੱਕ ਵਧੀਆ ਸੀ ਟਿੱਪਣੀ, ਉਹ ਕਹਿੰਦੇ 75,000 'ਚ ਨਹੀਂ ਪੜ੍ਹਦੇ ਤੇ ਮੈਨੂੰ ਪਤਾ ਨਹੀਂ ਕਿੰਨੇ ਸਾਲ ਹੋ ਗਏ, ਮੈਂ 7500 ਲੈਂਦਾ ਸੀ, ਮੇਰੇ ਨਿਆਣਾ ਦਾ ਕੀ ਬਣੂਗਾ, ਹੈ ਨਾ। ਚਲੋ, ਕਹਿਣ ਤੋਂ ਭਾਵ ਇਹ ਆ ਵੀ ਇਹ ਜਿੱਧਰ ਨੂੰ ਕੰਮ ਤੁਰ ਪਿਆ, ਜੇ ਤੈਨੂੰ ਡਿਬੇਟ ਬਣਾਉਣੀ ਆ ਵੀ ਫੁੱਟਬਾਲ ਬਣਾਉਣਾ ਬਿਆਨਾਂ ਦਾ, ਵੀ ਇੱਧਰੋਂ ਉੱਧਰ ਚੱਲ ਗਿਆ, ਉੱਧਰੋਂ ਉੱਧਰ ਚੱਲ ਗਿਆ, ਫਿਰ ਤਾਂ ਜਿੰਨਾ ਮਰਜ਼ੀ ਬਣਾ ਲਿਆ ਜਾਵੇ। ਪਰ ਦੂਜਾ ਮੈਨੂੰ ਲੱਗਦਾ ਵੀ ਜਿਸ ਹਿਸਾਬ ਨਾਲ ਉੱਧਰਲੇ ਵਾਲੇ ਪਾਸਿਓਂ, ਆਮ ਆਦਮੀ ਪਾਰਟੀ ਵਾਲੇ ਪਾਸਿਓਂ ਬਿਆਨ ਕੋਈ ਨਹੀਂ ਆਉਂਦਾ, ਉਹ ਚੁੱਪ-ਚਾਪ ਲੱਗ ਰਹਿੰਦੇ ਵੀ ਓਕੇ 4 ਦਿਨ ਪਾਓ, ਅਗਲੀ ਫਲਾਨੀ ਅਨਾਊਂਸਮੈਂਟ ਕਰਨੀ, ਉਸ ਦਿਨ ਆਪਾਂ ਕਰਾਂਗੇ, ਠਾ ਕਰਕੇ ਨਿਕਲ ਜਾਓ। ਮੈਨੂੰ ਲੱਗਦਾ ਵੀ ਹੋ ਸਕਦਾ ਕਿਤੇ 2, 2.5, 3 ਮਹੀਨੇ ਬਾਅਦ ਇਹ ਨਾ ਹੋਵੇ, ਉਹ ਯਾਰ ਬੋਲ ਤੇ ਪਿਆ ਕਰੋ, ਅਸੀਂ ਇੰਨੇ ਬਿਆਨ ਦਿੰਦੇ, ਕੁਛ ਵਿਰੋਧ 'ਚ ਹੀ ਕਹੋ ਵੀ ਤੁਸੀਂ ਇੱਦਾਂ ਕਰਦੇ, ਚੁੱਪ ਹੀ ਕਰ ਜਾਂਦੇ ਤੁਸੀਂ ਯਾਰ, ਹੈ ਨਾ। ਹੋ ਸਕਦਾ ਕਿਸੇ ਦਿਨ ਖਿੱਚ ਕੇ ਕਿਸੇ ਨੇ ਕਹਿਣਾ ਵੀ ਅਸੀਂ ਧਰਨਾ ਦੇਣ ਲੱਗੇ ਭਗਵੰਤ ਮਾਨ ਦੇ, ਕਿਉਂ ਯਾਰ ਇਹ ਜਵਾਬ ਨਹੀਂ ਦਿੰਦਾ ਬੰਦਾ, ਇੱਦਾਂ ਥੋੜ੍ਹਾ ਹੁੰਦਾ ਵੀ ਅਸੀਂ ਵੀ ਵਿਰੋਧੀ ਧਿਰ 'ਚ ਹਾਂ, ਵਿਰੋਧੀ ਧਿਰਾਂ ਨੇ ਜੇ ਮੁੱਦਾ ਉਠਾਇਆ ਕੁਛ ਤੇ ਕਹੇ ਵੀ ਹਾਂਜੀ ਵਿਰੋਧੀ ਧਿਰਾਂ ਨੇ ਮੁੱਦਾ ਬੀਬੀਆਂ ਕਹਿਰੀ ਚੌਂਕੇ 'ਚ ਬੈਠੀਆਂ ਹੁੰਦੀਆਂ, ਜੂਨ ਮਹੀਨਾ ਹੁੰਦਾ, ਰੋਟੀਆਂ ਪਕਾਉਂਦੀਆਂ ਹੁੰਦੀਆਂ, ਇੱਕ ਚੁੰਨੀ ਸਿਰ ਤੇ ਲਈ ਹੁੰਦੀ, ਦੂਜੀ ਕੋਲ ਰੱਖੀ ਹੁੰਦੀ ਮੁੜਕਾ ਪੂੰਝਣ ਨੂੰ। ਇੱਕ ਵਾਰੀ ਬਾਜ ਮਾਰੀ, ਉਹ ਫੜਾਈ ਆ ਉੱਥੋਂ, ਉਹ ਨਿਆਣੇ ਨੇ ਖੇਡਦਾ ਰਹਿਣਾ, ਤੁਹਾਡੇ ਵਰਗੇ ਨੇ ਗੇਮ ਫੜੀ ਹੋਣੀ, ਬੇ ਫੜਾਈ ਆ ਉੱਥੋਂ, ਮਰ ਜਾ ਮੇਰਾ ਪੁੱਤ। ਉਹ ਫਿਰ ਉਹ ਬੀਬੀ ਨੇ ਬੇੜੀਆਂ, ਗਰਮੀ ਲੱਗੀ ਹੁੰਦੀ, ਉਹ ਫਿਰ ਨਾ ਚੱਕ ਕੇ ਉੱਥੋਂ ਬਾਟੀ ਮਾਰਦੀ ਹੁੰਦੀ ਖਿੱਚ ਕੇ, ਬਾਟੀ ਜਾਂ ਜੇ ਪਾਥੀ ਹੋਵੇ ਕੋਲ, ਉਹ ਫੇਰ ਨਿਆਣਾ ਨਾਲੇ ਇੱਥੋਂ ਲੱਕ ਜਿਹਾ ਮਲੀ ਜਾਣਾ ਨਿਆਣੇ, ਉਹ ਆਹੋ ਕੀ ਗੱਲ ਆ, ਤੈਨੂੰ ਮੈਂ ਕਦੋਂ ਦੀ ਕਹਿਣ ਡਈ ਆ ਦੱਸ। ਸੰਧਾਲੀਆ ਸਾਹਿਬ ਮੇਰੇ ਮਨ 'ਚ ਖੋਰ ਆਉਂਦਾ, ਦੇਖੋ 4 ਪਾਰਟੀਆਂ ਦੇ ਹੀ ਬੰਦੇ ਐਮਐਲਏ ਨੇ, ਆਮ ਆਦਮੀ ਪਾਰਟੀ ਦੇ ਮੌਜੂਦਾ 92 ਬੰਦੇ, 18 ਕਾਂਗਰਸ ਦੇ, 3 ਸ਼੍ਰੋਮਣੀ ਅਕਾਲੀ ਦਲ ਦੇ, 1 ਬਸਪਾ ਦਾ, 2 ਭਾਜਪਾ ਦੇ। ਇਹ ਜਿਹੜੇ 92 ਵਾਲੇ ਆ ਉਹ ਸਰਕਾਰ 'ਚ ਨੇ, 18 ਵਾਲੇ ਹੁਣੇ ਸਰਕਾਰ 'ਚੋਂ ਆਏ ਆ, 3 ਵਾਲਿਆਂ ਨੇ ਸਰਕਾਰ 10 ਸਾਲ ਲਗਾਤਾਰ ਚਲਾਈ, 2 ਭਾਜਪਾ ਦੇ, ਉਹਨਾਂ ਦੇ ਨਾਲ 10 ਸਾਲ ਸੱਤਾ 'ਚ ਸੀ, 1 ਬਸਪਾ ਵਾਲੇ ਹੀ ਨੇ ਜਿਹੜੇ ਨਵਾਂ ਸ਼ਹਿਰ ਤੋਂ ਚੁਣੇ ਗਏ ਆ, ਜਿਹੜੇ ਕਿ ਸੱਤਾ ਸੁੱਖ ਜਿਨ੍ਹਾਂ ਨੇ ਕਦੇ ਭੋਗਿਆ ਨਹੀਂ, ਇੱਕ ਹੀ ਨੇ। ਮੈਂ ਕਹਿੰਦਾ ਕਿ 117 'ਚ ਉਹਨਾਂ ਨੂੰ ਪਰੇ ਕਰ ਲੈਣੇ ਮਾੜਾ ਜਿਹਾ, ਬਾਕੀ ਜਿਹੜੇ 116 ਬੰਦੇ ਆ ਨਾ, ਮੈਂ ਕਹਿੰਦਾ ਕਿ ਇਹਦੇ ਤੋਂ ਪਹਿਲਾਂ ਭਗਵੰਤ ਮਾਨ ਹੋਰੀ ਅਗਲੀ ਅਨਾਊਂਸਮੈਂਟ ਕਰ ਦੇਣ, ਆਪ ਹੀ ਲਿਖ ਕੇ ਦੇ ਦੇਣ ਜੀ ਅਸੀਂ
ਯਾਨੀ ਕਿ ਖੁਦ ਅਸੀਂ MLA ਤੇ ਸਾਡਾ ਪਰਿਵਾਰ ਇਲਾਜ ਅਸੀਂ ਪ੍ਰਾਈਵੇਟ ਹਸਪਤਾਲ ਦੇ ਵਿੱਚੋਂ ਕਰਾ ਕੇ ਸਰਕਾਰ ਦੇ ਖਜ਼ਾਨੇ 'ਚੋਂ ਰੁਪਈਏ ਨਹੀਂ ਲਵਾਂਗੇ। ਇਲਾਜ ਅਸੀਂ ਵਿਦੇਸ਼ ਦੇ ਵਿੱਚੋਂ ਕਰਾ ਕੇ ਸਰਕਾਰ ਦੇ ਖਜ਼ਾਨੇ 'ਚੋਂ ਰੁਪਈਏ ਨਹੀਂ ਲਵਾਂਗੇ, ਕਿਉਂਕਿ ਜਦੋਂ ਅਕਾਲੀ ਭਾਜਪਾ ਦੀ ਸਰਕਾਰ ਸੀ 10 ਸਾਲ ਉਹ ਕਹਿੰਦੇ ਸੀ ਪੰਜਾਬ ਦੀਆਂ ਸਿਹਤ ਸੇਵਾਵਾਂ ਅਵਲ ਦਰਜੇ ਦੀਆਂ, ਨੰਬਰ 1। ਕਿਆ ਬਾਤਾਂ ਆ ਕੈਪਟਨ ਸਾਹਿਬ ਦੇ ਸਮੇਂ ਦੇ ਉਹ ਤਾਂ ਡਾਟਾ ਵੀ ਦਿੰਦੇ ਹੁੰਦੇ ਕਿ ਕਿਆ ਹੀ ਬਾਤਾਂ ਪੰਜਾਬ ਦੇ ਸਰਕਾਰੀ OPD ਇੰਨੀ ਹੋਈ। ਇਸ ਕਰਕੇ ਜੇ ਪੰਜਾਬ ਸਰਕਾਰ ਦੇ ਖਜ਼ਾਨੇ 'ਚ 4 ਪੈਸੇ ਲਿਆਉਣੇ ਆ, ਕਿਉਂਕਿ ਜੇ ਪੰਜਾਬ ਦੇ 3 ਕਰੋੜ ਦੇ ਕਰੀਬ ਲੋਕਾਂ ਨੂੰ ਤੁਸੀਂ ਕਹਿੰਦੇ ਹੋ ਕਿ ਸਰਕਾਰੀ ਹਸਪਤਾਲ ਜਾਂਦੇ ਆ, ਵਧੀਆ ਇਲਾਜ ਕਰਾਉਂਦੇ ਆ, ਤੁਹਾਡੀ ਦਾੜ ਦੁਖਦੀ ਆ, ਤੁਹਾਡੀ ਲੱਤ ਦੁਖਦੀ ਹੈ, ਤੁਹਾਡੇ ਢਿੱਡ 'ਚ ਘੜੀਲਾਂ ਪੈਂਦੀਆਂ। ਜੇ ਪੰਜਾਬ ਦੇ ਆਮ ਲੋਕਾਂ ਨੂੰ ਜੜੀ ਬੂਟੀ ਕੋਈ ਦਵਾਈ ਕੋਈ ਟੈਸਟ ਉੱਥੋਂ ਹੋ ਜਾਂਦਾ, ਤੁਹਾਡਾ ਵੀ ਹੋ ਸਕਦਾ। ਇਸ ਕਰਕੇ ਇਹਦੇ ਤੋਂ ਪਹਿਲਾਂ ਕਿ ਭਗਵੰਤ ਮਾਨ ਹੋਰੀ ਅਨਾਉਂਸਮੈਂਟ ਕਰ ਦੇਣ, ਉਹਨਾਂ ਨੂੰ ਕਰਨੀ ਵੀ ਚਾਹੀਦੀ ਹੈ। ਜਾਂ ਤਾਂ ਫਿਰ ਪੰਜਾਬ ਦੇ ਲੋਕਾਂ ਦਾ ਵੀ ਪ੍ਰਬੰਧ ਕਰੋ, ਕਿਉਂਕਿ ਤੁਸੀਂ ਵੀ ਉਦਾਂ ਦਾ ਹੀ ਪਾਣੀ ਪੀਂਦੇ ਹੋ, ਉਹੀ ਕਣਕ ਖਾਂਦੇ ਹੋ, ਉਦਾਂ ਦੀ ਹਵਾ 'ਚ ਸਾਹ ਲੈਂਦੇ ਹੋ ਜਿੱਥੇ ਪੰਜਾਬ ਦੇ ਬਾਕੀ ਲੋਕ ਲੈਂਦੇ ਆ। ਇਹ ਕੰਮ ਵੀ ਕਰਨਾ ਚਾਹੀਦਾ। ਪੰਜਾਬ ਦੇ ਖਜ਼ਾਨੇ 'ਚ ਥੋੜੀ ਜਿਹੀ ਰੌਣਕ ਲੱਗੂਗੀ ਜ਼ਰੂਰ। ਬਿਲਕੁਲ ਲੱਗੂਗੀ। ਮੈਨੂੰ ਤਾਂ ਇਹ ਵੀ ਲੱਗਦਾ ਵੀ ਇਹ ਨਾ ਹੋਵੇ ਵੀ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਅੱਧਾ MLA ਆਪਣਾ ਵੀ ਉਹ ਨਾ ਹੀ ਹਸਪਤਾਲ ਦਾਖਲ, ਵੱਡੀ ਖਬਰ ਬਣੀ ਹੁੰਦੀ ਹੈ ਅਚਾਨਕ ਵੀ ਪਤਾ ਨਹੀਂ ਕਿਹੜੀ ਹਸਪਤਾਲ, ਫਲਾਣੇ ਸਰਕਾਰੀ ਹਸਪਤਾਲ ਵੀ ਉਹ ਫਿਰ ਆਪਣੇ ਭਾਈਚਾਰੇ ਜਾ ਕੇ ਪੁੱਛਣਾ ਵੀ ਗੱਲ ਕੀ ਹੋਈ, ਕਹਿੰਦੇ ਕੁਛ ਨਹੀਂ, ਉਹ ਕਹਿੰਦੇ ਵੀ ਕੁਛ ਸਿਹਤ ਠੀਕ ਨਹੀਂ ਸੀ, ਡਾਕਟਰ ਸਾਹਿਬ ਨੇ ਕਿਹਾ ਵੀ ਰਾਤ ਰੱਖਣਾ ਪੈਣਾ। ਉਹ ਕਹਿੰਦੇ ਵੀ ਹਮਾਰੇ ਸਰਕਾਰੀ ਹਸਪਤਾਲ, ਉਹ ਕਹਿੰਦੇ ਵੀ ਸਰਕਾਰੀ ਹਸਪਤਾਲ ਨੂੰ ਵਧੀਆ ਹੋ ਗਿਆ ਯਾਰ, ਇੱਥੇ ਕੀ ਫਰਕ ਪੈਂਦਾ, ਜੇ ਨਹੀਂ ਆਵਾਂਗੇ ਤਾਂ ਹੀ ਲੋਕਾਂ ਦਾ ਯਕੀਨ ਵੱਜੂਗਾ। ਨਹੀਂ ਤੁਸੀਂ ਦੇਖੋ ਕਿ ਇੱਥੇ ਕਿਸੇ ਨੇ ਕੋਈ ਇਤਰਾਜ਼ ਨਹੀਂ ਕਰਨਾ। ਇਹ ਬਸਪਾ ਵਾਲੇ ਜਿਹੜੇ ਨਵਾਂ ਸ਼ਹਿਰ ਵਾਲੇ MLA ਉਹਨਾਂ ਤੋਂ ਮਾਫੀ ਮੰਗਦੇ ਆ, ਕਿਉਂਕਿ ਜੇ ਅਕਾਲੀ ਦਲ ਵਾਲੇ ਕਹਿਣਗੇ, ਉਹ ਕਹਿਣਾ ਹੀ ਨਹੀਂ ਉਹਨਾਂ ਨੇ, ਕਿਉਂਕਿ ਉਹ ਤਾਂ ਨੰਬਰ 1 ਸਹੂਲਤਾਂ ਦੇ ਕੇ ਗਏ ਆ। ਕਾਂਗਰਸ ਵਾਲੇ 18 ਬੰਦਿਆਂ ਨੇ ਕਹਿਣਾ ਹੀ ਨਹੀਂ, ਕਿਉਂਕਿ ਉਹ ਵੀ ਨੰਬਰ 1 ਦੇ ਕੇ ਗਏ ਆ। ਭਾਜਪਾ ਵਾਲੇ 2 ਵੀ ਨੰਬਰ 1 ਦੇ ਕੇ ਗਏ ਆ। 92 ਨੇ ਨੰਬਰ 1 ਤੇ ਕਰ ਦੇਣੇ ਆ ਜੇ ਨਹੀਂ ਕਿਤੇ ਹੈਗੇ ਤਾਂ। ਨਹੀਂ ਉਹਨਾਂ ਨੂੰ ਤਾਂ ਉਹਨਾਂ ਦੇ ਡਿਊਟੀ ਬਣਦੀ ਹੈ ਨਾ ਵੀ ਕਰਕੇ ਦੇਣ ਸਾਰਿਆਂ ਨੂੰ। ਹੁਣ ਕਿਉਂਕਿ ਨਛੱਤਰਪਾਲ ਜੀ ਉਹ ਬਸਪਾ ਦੇ MLA ਨੇ, ਉਹਨਾਂ ਨੇ ਇਤਰਾਜ਼ ਕੋਈ ਨਹੀਂ ਕਰਨਾ, ਕਿਉਂਕਿ ਉਸ ਪਾਰਟੀ 'ਚੋਂ ਨੇ ਜਿਹੜੀ ਪਾਰਟੀ ਬਾਬੂ ਕੰਸ਼ੀ ਰਾਮ ਜੀ ਨੇ ਸਾਈਕਲ ਚਲਾ ਕੇ ਖੜੀ ਕੀਤੀ ਹੈ। ਉਹ ਤਾਂ ਉਹਨਾਂ ਲੋਕਾਂ ਦਾ ਪ੍ਰਤੀਨਿਧਤਵ ਕਰਦੇ ਆ ਜਿਨ੍ਹਾਂ ਦੇ ਵਿੱਚੋਂ 98% ਲੋਕ ਇਲਾਜ ਹੀ ਉਹਨਾਂ ਹਸਪਤਾਲਾਂ 'ਚ ਕਰਾਉਂਦੇ ਆ। ਉਹਨਾਂ ਨੇ ਪਹਿਲਾਂ ਕਹਿਣਾ ਜੀ ਮੈਂ ਸਭ ਤੋਂ ਪਹਿਲਾਂ ਜਾਊਂ। ਫਿਰ ਇੱਕ ਹੋਰ ਗੱਲ ਹੈ, ਛਾਪਾ ਮਾਰਨ ਦੀ ਲੋੜ ਨਹੀਂ ਰਹਿਣੀ, ਕਿਉਂਕਿ ਕੋਈ MLA ਕਿਸੇ ਰਿਸ਼ਤੇਦਾਰ ਦੀ ਖਬਰ ਲੈਣ ਜਾਊਗਾ ਤਾਂ ਸਰਕਾਰੀ ਹਸਪਤਾਲ ਉਸ ਲਈ ਪਤਾ ਲੈਣਾ ਚਾਦਰ ਧੋਤੀ ਕਿ ਨਹੀਂ ਧੋਤੀ, ਉਸ ਲਈ ਪਤਾ ਲੱਗ ਜਾਣਾ ਦਰਜਾ 4 ਕਰਮਚਾਰੀਆਂ ਦਾ ਕੋਈ ਮਸਲਾ ਜਿਹੜਾ ਖਾਲੀ ਤਾਂ ਨਹੀਂ ਹੈਗਾ, ਉਸ ਲਈ ਪਤਾ ਲੱਗ ਜਾਣਾ ਟੈਸਟ ਉੱਥੋਂ ਹੁੰਦਾ ਕਿ ਨਹੀਂ ਹੁੰਦਾ, ਪਤਾ ਲੱਗ ਹੀ ਨਹੀਂ। ਇਹ ਬੜਾ ਫਰਕ ਆ, ਮਤਲਬ ਆਸ ਕਰਦੇ ਆ ਵੀ ਇਹ ਸਾਰਾ ਕੁਝ ਹੋਵੇ। ਬਾਕੀ ਚਲੋ ਹੌਲੀ ਹੌਲੀ ਤੁਰੇ ਨੇ, ਉਸ ਪਾਸੇ ਨੂੰ ਤੁਰੇ ਜਾਂਦੇ ਆ, ਵਧੀਆ ਗੱਲ ਹੈ। ਦੂਜੀ ਗੱਲ ਇਹ ਵੀ ਹੈ ਵੀ ਹੁਣ ਹੋਰ ਵੀ ਬਿਆਨ ਆਉਣ ਲੱਗ ਪਏ ਨੇ। ਇੱਕ ਟਵੀਟ ਹੋਰ ਆਇਆ ਨਵਜੋਤ ਸਿੰਘ ਸਿੱਧੂ ਸਾਹਿਬ ਦਾ, ਉਹਨਾਂ ਨੇ 35-37 ਮਿੰਟਾਂ ਦੀ ਇੱਕ ਨਹੀਂ ਸਕਿੰਟਾਂ ਦੀ, ਮਿੰਟ ਤਾਂ ਕਿਤੇ 35-37 ਸਕਿੰਟਾਂ ਦੀ ਵੀਡੀਓ। ਤੁਹਾਡੀ ਪੈਨਸ਼ਨ ਤਾਂ ਨਹੀਂ ਘੱਟ ਹੋ ਚੱਲੀ ਜਿਹੜਾ ਤੁਸੀਂ ਸਕਿੰਟਾਂ ਮਿੰਟਾਂ 'ਚ ਫਰਕ ਭੁੱਲ ਗਿਆ? ਨਹੀਂ ਮੈਂ ਤਾਂ ਸਗੋਂ ਵਧਿਆ ਸੀ, ਮੈਂ ਤਾਂ ਘਟੇ ਨਹੀਂ। BP ਵੀ ਵੱਧਦਾ ਹੀ ਹੁੰਦਾ। 35-37 ਸਕਿੰਟ ਦੀ ਵੀਡੀਓ ਉਹਨਾਂ ਨੇ ਨਾਲ ਜਾਰੀ ਕੀਤੀ ਤੇ ਨਾਲ ਉਹਨਾਂ ਅੰਗਰੇਜ਼ੀ 'ਚ 5 ਅੱਖਰ ਲਿਖੇ, ਜਿਹਦਾ ਮਤਲਬ ਇਹ ਸੀ ਵੀ ਹੁਣ ਤੁਹਾਨੂੰ ਕੌਣ ਰੋਕ ਰਿਹਾ, ਨਾਲ ਅਰਵਿੰਦ ਕੇਜਰੀਵਾਲ ਜੀ ਨੂੰ, ਹੈ ਨਾ। ਉਹ ਇਹ ਸੀ ਕਿ ਵੀ ਉਹ ਕਹਿੰਦੇ ਵੀ ਯਾਰ ਪੰਜਾਬ ਦੇ ਵਿੱਚ ਬੇਅਦਬੀ ਹੋਈ ਜੀ, ਕੇਜਰੀਵਾਲ ਸਾਹਿਬ ਕਹਿੰਦੇ ਉਸ ਵੀਡੀਓ ਦੇ ਵਿੱਚ, ਤੇ ਬੇਅਦਬੀ ਜਿਹੜੀ ਹੋਈ ਉਸ ਬੇਅਦਬੀ ਦਾ ਕਹਿੰਦੇ ਵੀ ਜੇ ਇਨਸਾਫ ਦੀ ਗੱਲ ਹੋਵੇ ਤਾਂ ਉਹ ਤੇ ਕਲੀਅਰ ਹੀ ਹੈ ਸਾਰਿਆਂ ਨੂੰ ਵੀ ਕਿੰਨੇ ਕੀਤੀ ਦਾ ਕੀ ਸਾਰਾ ਹਿਸਾਬ ਕਿਤਾਬ। ਬਸ ਸਰਕਾਰ ਆਉਣ ਦੀ ਦੇਰ ਹੈ, 24 ਘੰਟੇ ਸਾਰਾ ਕੁਝ ਹੋ ਜਾਣਾ। ਨਹੀਂ ਉਹਨਾਂ ਨੇ ਇਹ ਵੀ ਕਿਹਾ ਕਿ ਰਿਪੋਰਟ ਕੁੰਵਰ ਵਿਜੇ ਪ੍ਰਤਾਪ ਸਾਹਿਬ ਨੇ ਬਣਾਈ ਆ ਤੇ ਵਿੱਚ ਨਾਂ ਲਿਖਿਓ ਆ। ਹਾਂ, ਹੁਣ ਉਹ ਵਾਲੀ ਵੀਡੀਓ ਨੂੰ ਨਾਲ ਟੈਗ ਕਰਕੇ ਤੇ ਸਿੱਧੂ ਸਾਹਿਬ ਨੇ ਟਵੀਟ ਕਰਤਾ। ਹੁਣ ਉਡੀਕ ਇਹ ਕੀਤੀ ਜਾ ਰਹੀ ਵੀ 24 ਘੰਟੇ ਦੇ ਲੰਘਿਆਂ ਨੂੰ ਵਾਕਈ ਵਾਹਵਾ ਟਾਈਮ ਹੋ ਗਿਆ, ਕੋਈ ਬਿਆਨ ਆਇਆ ਨਹੀਂ ਕਿਸੇ ਪਾਸਿਓਂ। ਦੇਖੋ ਸੰਧਾਲੀਆ ਸਾਹਿਬ, ਜਦੋਂ ਪਹਿਲਾਂ ਗੱਲ ਚੱਲਦੀ ਸੀ ਨਾ ਕਿ ਕੇਂਦਰ ਕੋ ਕਿਉਂ ਗਏ, ਆਪਾਂ ਉਦੋਂ ਵੀ ਕਿਹਾ ਸੀ ਕਿ ਜੇ ਨਾਲ ਮਾੜਾ ਜਿਹਾ ਕੇਂਦਰ ਦਾ ਜ਼ਿਕਰ ਕਰ ਲੈਂਦੇ ਤਾਂ ਵਧੀਆ ਸੀ, ਕਿਉਂਕਿ ਉਦੋਂ ਵੋਟਾਂ ਲੈਣੀਆਂ ਹੁੰਦੀਆਂ, ਉਦੋਂ ਕੋਈ ਬੰਦਾ ਕਾਨੂੰਨ ਨਿਯਮ ਨਹੀਂ ਦੇਖਦਾ ਕਿ ਵਿੱਚ ਸਮੱਸਿਆਵਾਂ ਕਿੰਨੀਆਂ। ਹੁਣ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੀ ਰਿਪੋਰਟ ਤਾਂ ਅਦਾਲਤ ਨੇ ਰੱਦ ਕੀਤੀ, ਭਾਵੇਂ ਕਾਰਨ ਕੋਈ ਵੀ ਰਿਹਾ ਹੋਵੇ, ਭਾਵੇਂ ਪੰਜਾਬ ਦੇ ਸਰਕਾਰੀ ਵਕੀਲਾਂ ਨੇ ਉੱਥੇ ਜਿਹੜਾ ਠੀਕ ਨਾ ਕੀਤੀ ਹੋਵੇ। ਹੋ ਸਕਦਾ ਕੱਲ੍ਹ ਨੂੰ ਰਿਪੋਰਟ ਬਹਾਲ ਵੀ ਹੋ ਜਾਏ ਜੇ ਮੌਜੂਦਾ ਸਰਕਾਰ ਠੀਕ ਤਰੀਕੇ ਦੇ ਨਾਲ ਉਹਨੂੰ ਅੱਗੇ ਰੱਖੇ। ਪਰ ਜਿਹੜੀ ਰਿਪੋਰਟ ਦੇ ਉੱਤੇ ਥੋੜੀ ਜੀ ਸਮੱਸਿਆ ਖੜੀ ਹੋਈ ਹੈ ਅਦਾਲਤੀ ਪੱਖ ਤੋਂ, ਉਹਨੂੰ ਆਧਾਰ ਬਣਾ ਕੇ 24 ਘੰਟੇ ਤੱਕ ਕਿਸੇ ਨੂੰ ਅੰਦਰ ਨਹੀਂ ਕੀਤਾ ਜਾ ਸਕਦਾ। ਹਾਂ, ਇੰਨੀ ਗੱਲ ਜ਼ਰੂਰ ਹੈ ਕਿ ਬਿਆਨ ਤੁਰੰਤ ਦੇ ਦੇਣ 'ਚ ਕੰਮ ਹੋ ਰਿਹਾ। ਵੈਸੇ ਵੀ ਹੁਣ ਉਹਨਾਂ ਦੇ ਕੋਲੇ ਕਹਿਣ ਨੂੰ ਹੈਗਾ ਕਿ ਅਸੀਂ ਤਾਂ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਹੋਰਾਂ ਨੂੰ ਵੀ SIT ਦੇ ਮੁਤਾਬਕ ਇੱਦਾਂ ਨਾ ਕਹਿਣ ਕਿ ਅਸੀਂ ਕਰ ਦਿੱਤਾ, ਕਿਉਂਕਿ ਸਿੱਧੂ ਸਾਹਿਬ ਨੇ ਕਈ ਵਾਰੀ ਕਿਹਾ ਸੀ, ਮੁੜ ਕੇ ਪੰਗਾ ਪੈ ਗਿਆ ਸੀ ਕਿ ਭਾਈ ਆਹ ਦੇਖੋ ਕੰਮ ਅਗਲੇ ਪਾਸੇ ਨੂੰ ਸ਼ੁਰੂ ਹੋ ਗਿਆ। ਹੁਣ ਤੁਸੀਂ ਦੇਖੋ 2 ਮਹੀਨੇ ਪਹਿਲਾਂ ਤੱਕ ਪੁਲਿਸ ਅੰਦਰ ਨਹੀਂ ਸੀ ਜਾਂਦੀ, ਜਾਂਚ ਪੜਤਾਲ ਕਿੱਥੇ ਹੁੰਦੀ ਸੀ, ਉਹ ਪੈਰੋਲ ਮਿਲ ਗਈ, ਉਦੋਂ ਰੌਲਾ ਪੈਂਦਾ ਸੀ ਜੀ ਬਹੁਤ ਵੱਡਾ ਫਰਕ ਪੈ ਜਾਣਾ। ਅਸੀਂ ਵੀ ਕਹਿੰਦੇ ਸੀ ਜੀ ਮਾਲਵੇ ਦੀਆਂ ਕੁਝ ਸੀਟਾਂ ਦੇ ਉੱਤੇ ਤਾਂ ਕੁਝ ਅਸਰ ਜ਼ਰੂਰ ਪਏਗਾ, ਪਰ ਕੁਝ ਵੀ ਅਸਰ ਨਹੀਂ ਪਿਆ।
ਨਹੀਂ ਕੁਝ ਨਹੀਂ, ਤੁਸੀਂ 32 33 ਗਣਾਈ ਜਾਂਦੇ ਆ ਵੀ ਇੱਥੇ ਆ 5000 2000 1000 ਉਹਦੇ ਚੱਕਰ 'ਚ ਮਾਲਵੇ ਵਾਲੇ ਕਹਿੰਦੇ ਲੈ ਹੁਣ ਬਣੀ ਹੋਊਗਾ, ਹੁਣ ਟੈਲੀਵਿਜ਼ਨ ਵਾਲਿਆਂ ਵੀ ਕਹਿ ਦਿੱਤਾ ਜੀ ਆ ਵੀ ਹੁਣ ਜਦੋਂ 62 ਹਜ਼ਾਰ ਦਾ ਫਰਕ ਪੈ ਗਿਆ ਉਹ ਕਹਿੰਦੇ ਆਹੋ ਜੇ ਇਹ ਉਹਨਾਂ ਦੀਆਂ ਪਈਆਂ ਵੀ ਸਾਡੇ ਵਾਲੀਆਂ ਕਿੱਥੇ ਗਈਆਂ। ਹੁਣ ਡੇਰਾ ਮੁਖੀ ਨੂੰ ਨਾਮਜ਼ਦ ਕਰ ਦਿੱਤਾ ਗਿਆ ਉਹਦੇ ਵਿੱਚ 2 ਕੇਸਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਉਹਦੇ ਤੋਂ ਬਾਅਦ ਜੋ ਕੁਝ ਘਟਨਾਵਾਂ ਘਟੀਆਂ ਸੀ 4 ਮਈ ਦਾ ਦਿਨ ਅਦਾਲਤ ਨੇ ਨਿਰਧਾਰਿਤ ਕਰਤਾ ਕਿ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਜੇਲ੍ਹ ਦੇ ਵਿੱਚੋਂ ਗੁਰਮੀਤ ਰਾਮ ਰਹੀਮ ਨੂੰ ਹੁਣ ਪੇਸ਼ ਕਰਾਓ। ਥੋੜਾ ਜਿਹਾ ਗੱਲ ਅੱਗੇ ਨੂੰ ਵਧੀ ਹੈ, ਬਾਕੀ ਸਿੱਧੂ ਸਾਹਿਬ ਨੇ ਵੀ ਜੇ ਗੱਲ ਕੀਤੀ ਹੈ ਤੇ ਕਿਉਂਕਿ ਉਹਨਾਂ ਨੇ ਪ੍ਰੂਫ ਦਿੱਤਾ ਹੈ, ਮਾੜੀ ਨਹੀਂ ਹੈ ਗੱਲ। ਨਹੀਂ ਇਹ ਗੱਲ ਹੈਗੀ ਆ, ਹੁਣ ਅਸੀਂ ਨੇ ਆਂਦੇ ਵੀ ਇਹਦੇ ਤੇ ਜ਼ਰੂਰ ਆਮ ਆਦਮੀ ਪਾਰਟੀ ਬਿਆਨ ਦੇ ਵੀ, ਕਿਉਂਕਿ ਕਾਰਨ ਹੈ ਵੀ ਪਿਛਲੀ ਵਾਰਾਂ ਕਿਉਂਕਿ ਸਿੱਧੂ ਸਾਹਿਬ ਦੇ ਕੋਲ ਤੇ ਉਹ ਬਿਲਕੁਲ ਫਸਟ ਹੈਂਡ ਐਕਸਪੀਰੀਅੰਸ ਹੈ ਨਾ ਜੀ, ਉਹ ਮਜੀਠੀਆ ਸਾਹਿਬ ਵਾਲੇ ਕੇਸ ਦੇ ਵਿੱਚ ਵੀ ਉਹਨਾਂ ਨੇ ਮੁੱਦਾ ਹੀ ਇਹ ਬਣਾਇਆ ਸੀ, ਆਹ ਦੇਖ ਲਓ ਮਹਾਰਾਜ ਬੰਦੇ ਦੀਆਂ ਵੀਡੀਓ ਸੁਣ ਲਓ ਵੀ ਅੱਜ ਦਾ ਥੋੜਾ ਤੇ ਕਦੋਂ ਦਾ ਕਹਿੰਦਾ ਵੀ ਮੈਂ ਠੋਕਣਾ ਹੈ, ਮੈਂ ਚੱਕ ਦੂੰਗਾ, ਮੈਂ ਵੱਟ ਕੱਢ ਦੂੰਗਾ। ਇਹੀ ਚੀਜ਼ ਚੰਨੀ ਸਾਹਿਬ, ਇਹੀ ਚੀਜ਼ ਰੰਧਾਵਾ ਸਾਹਿਬ ਕਹਿੰਦੇ ਸੀ। ਹੁਣ ਮੇਰਾ ਖਿਆਲ ਕਿਤੇ ਇਹ ਵੀ ਕਾਰਨ ਹੋ ਸਕਦਾ ਵੀ ਇਸ ਮੌਕੇ ਦੇ ਉੱਪਰ ਇਹਨਾਂ ਚੀਜ਼ਾਂ ਦੇ ਉੱਪਰ ਕੋਈ ਬਿਆਨ ਨਹੀਂ ਆਇਆ। ਕੰਮ ਚੱਲ ਰਿਹਾ, ਹੁਣ ਆ ਕੰਮ ਚੱਲਦਾ ਕਰਕੇ ਹੀ ਜਾਪਦਾ ਵੀ ਆ ਜਿਹੜੇ 2 ਚੀਜ਼ਾਂ ਹੋ ਗਈਆਂ। ਹਾਲਾਂਕਿ ਡੇਰਾ ਸਿਰਸਾ ਵਾਲੇ ਪਾਸਿਓਂ ਵਕੀਲ ਸਾਹਿਬ ਨੇ, ਬਰਾੜ ਸਾਹਿਬ ਕਰਕੇ ਉਹਨਾਂ ਨੇ ਜ਼ਰੂਰ ਇੱਕ ਇਤਰਾਜ਼ ਕੀਤਾ, ਉਹ ਕਹਿੰਦੇ ਵੀ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਬਾਬਾ ਜੀ ਦੇ ਇਹਦੇ ਨਾਲ, ਇਹ ਜਾਣ ਬੁੱਝ ਕੇ ਜਿਹੜਾ ਉਹ ਵਲੇਟ ਕੇ ਤੇ ਰਾਜਨੀਤਿਕ ਕਿੜ ਕੱਢਣ ਦਾ ਕਰਕੇ ਸਾਰਾ ਕੁਝ ਜੋੜ ਤੋੜ ਕੀਤਾ ਜਾ ਰਿਹਾ। ਵੇਖੋ ਬਿਆਨ ਆਪਣੀ ਥਾਂ ਤੇ ਹੁੰਦਾ, ਫੈਸਲਾ ਤੇ ਜਾ ਕੇ ਅਦਾਲਤ 'ਚ ਹੋਣਾ ਵੀ ਉਹ ਆਪਣੇ ਵੱਲੋਂ ਕੀ ਪੱਖ ਰੱਖਦੇ ਆ, ਤੇ ਜਿਹੜੀ SIT ਬਣਾਈ ਉਹ ਕੀ ਪੱਖ ਰੱਖਦੀ ਵੀ ਅਸੀਂ ਕਿਉਂ ਨਾਮਜ਼ਦ ਕੀਤਾ ਜਾਂ ਸਾਨੂੰ ਕਿਉਂ ਸ਼ੱਕ ਹੈ ਜੀ, ਸਾਡੀ ਕਿਹੜੀ ਤਾਰ ਜੁੜਦੀ ਹੈ। ਅਗਲੇ ਪਾਸੋਂ ਡਿਫੈਂਡ ਕਰਨ ਵਾਲੀ ਧਿਰੇ ਆਖੂਗੇ ਵੀ ਮਹਾਰਾਜ ਇੱਥੇ ਆਹ ਦੇਖੋ ਵੀ ਆਹ ਤਾਂ ਤੁਕ ਬਣਦੀ ਨਹੀਂ, ਐਵੇਂ ਨਜਾਇਜ਼ ਹੀ ਨਾ ਲਿਖਿਆ ਜੀ। ਇਹ ਸੰਧਾਲੀਆ ਸਾਹਿਬ ਤੁਹਾਡੀ ਗੱਲ ਠੀਕ ਹੈ, ਇਹ ਮਾਮਲਾ ਤਣਪੱਤਣ ਲੱਗਣਾ ਚਾਹੀਦਾ ਕਿਉਂਕਿ ਬੇਅਦਬੀ ਦਾ ਕੀ ਮਸਲਾ, ਨਸ਼ੇ ਦਾ ਮਸਲਾ, ਰਿਸ਼ਵਤ ਦਾ ਮਸਲਾ, ਇਹ ਉਹ ਨੇ ਜਿਹਦੇ ਵਿੱਚ ਪੈਸੇ ਨਹੀਂ ਲੱਗਣੇ, ਜਿਹਦੇ ਵਿੱਚ ਗਰੰਟੀ ਜਿਹੜੀ ਹੈ ਉੱਪਰਲੇ ਪਾਸਿਓਂ ਕਿਤੇ ਉਹ ਨਹੀਂ ਲੈਣੀ ਪੈਣੀ, ਜਿਹਦੇ ਵਿੱਚ ਨਾ ਵਿਧਾਨ ਸਭਾ ਦੇ ਵਿੱਚ ਬਹੁਤੇ ਮਤੇ ਪਾਸ ਕਰਨੇ ਪੈਣੇ ਆ, ਤੁਸੀਂ ਆਪ ਹੀ ਕਰ ਸਕਦੇ ਹੋ ਤੇ ਲੋਕਾਂ ਨੂੰ ਸੰਤੁਸ਼ਟੀ ਬਹੁਤ ਹੋਏਗੀ। ਕਈ ਵਾਰੀ ਹੁੰਦਾ ਨਾ ਕਿ ਵੀ ਕਣਕ ਹੁੰਦਾ ਕਿ ਭਾਈ ਤੁਹਾਡੀ ਕਿੰਨੀ ਨਿਕਲੀ ਆ 25, ਉਹ ਝਾੜ ਘੱਟ, ਤੁਹਾਡੀ ਕਿੰਨੀ 23, ਠੀਕ ਹੈ ਨਾ, ਉਹ ਕਈ ਵਾਰੀ ਉਹ ਸੰਤੁਸ਼ਟੀ ਜਿਹੜੀ ਹੈ ਆਹੋ ਨਹੀਂ ਇਹ ਫਰਕ ਹੈਗਾ। ਵੈਸੇ ਇੱਕ ਚੀਜ਼ ਹੋਰ ਆਪਾਂ ਜ਼ਿਕਰ ਕਰ ਲਈ, ਹਰਜੋਤ ਸਿੰਘ ਬੈਂਸੂਰੀ ਉਹ ਵੀ ਹੁਣ ਕਿਉਂਕਿ ਮੰਤਰੀ ਬਣੇ ਨੇ ਤੇ ਉਹ ਜਿਸ ਹਿਸਾਬ ਨਾਲ ਉਹਨਾਂ ਨੂੰ ਮਹਿਕਮੇ 2 ਦਿੱਤੇ ਤੇ ਉਹ ਕਹਿੰਦੇ ਵੀ ਇਹਨਾਂ ਸਾਰੇ ਇੱਕ ਤਾਂ ਉਹਦਾ ਵੀ ਚੂੜੀ ਢਿੱਲੀ ਹੈ ਜੀ, ਉਹ ਕਹਿੰਦੇ ਇਹ ਤੇ ਉਹ ਮਹਿਕਮੇ ਚੂੜੀ ਵੈਸੇ ਮਰੀ ਹੈ, ਨਾਟੀ ਫਰੀ ਹੋਇਆ, ਕੁਝ ਸਮਝ ਨਹੀਂ ਲੱਗਦੀ, ਜਿੱਧਰ ਨੂੰ ਮਰਜ਼ੀ ਕੱਸ ਕੇ ਵੇਖ ਲਓ, ਥੋੜਾ ਜਿਹਾ ਐਂ ਜਾਪਦਾ ਵੀ ਲੈ ਇਹ ਟੈਟੋ ਚਲੇ ਨਾਲ ਹੀ ਚਾਬੀ ਘੁੰਮ ਜਾਂਦੀ। ਹੁਣ ਉਹਨਾਂ ਨੇ ਇੱਕ ਚਿੱਠੀ ਤੇ ਲਿਖ ਦਿੱਤੀ ਆ ਨਜਾਇਜ਼ ਮਾਈਨਿੰਗ ਦੇ ਮਾਮਲੇ 'ਚ ਸਾਰੇ ਜ਼ਿਲ੍ਹਿਆਂ ਦੇ ਮਤਲਬ DC ਸਾਹਿਬਾਨਾਂ ਨੂੰ, SSP ਸਾਹਿਬ ਨੂੰ। ਉਹ ਕਹਿੰਦੇ ਦੇਖੋ ਜੀ ਜਿਹੜੀ ਵੀ ਤੁਹਾਡੇ ਜ਼ਿਲ੍ਹੇ ਦੇ ਵਿੱਚ ਜਿੱਥੇ ਕਿਤੇ ਵੀ ਕੋਈ ਖੱਡ ਹੈਗੀ ਜਾਇਜ਼ ਚੱਲਦੀ, ਇੱਕ ਤੇ ਦੁਬਾਰਾ ਫੀਤਾ ਮਰਾਓ, ਚੈੱਕ ਕਰਾਓ ਵੀ ਕਿੱਥੋਂ ਲੈ ਕੇ ਕਿੰਨੀ ਜਾਇਜ਼ ਮਿਣਤੀ ਦੇ ਹਿਸਾਬ ਨਾਲ ਬਣਦੀ ਹੈ। ਵੀ 3 ਵਾਲੀ 30 ਤੇ ਤਾਂ ਨਹੀਂ ਚਲੇਗੀ। ਆਹੋ ਹੈ ਨਾ, ਵੀ ਜੇ ਉੱਥੇ ਮੰਨ ਲਓ ਵੀ 2.5 ਏਕੜ ਹੈ, 5 ਏਕੜ ਹੈ, 7 ਏਕੜ, 10 ਏਕੜ, ਜਿੰਨੀ ਵੀ ਹੈ, ਵੀ ਉੱਥੇ ਜਾ ਕੇ ਲੱਭੋ ਜ਼ਰੂਰ ਵੀ ਮਹਾਰਾਜ ਉਹ 2.5, 3, 3.5, 7.5 ਏਕੜ ਜਿਹੜੀ ਵੀ ਜਗ੍ਹਾ ਸੀ ਉਹ 'ਚੋਂ ਕਿੰਨੇ ਬਾਈ ਕਿੰਨੇ ਦੇ ਵਿੱਚ ਜਿਹੜੀ ਉਹ ਪਟਾਈ ਕੀਤੀ ਜਾ ਸਕਦੀ ਜਾਂ ਮਾਈਨਿੰਗ ਹੋ ਸਕਦੀ ਹੈ, ਤੇ ਜੇ ਬਾਕੀ ਸਾਰਾ ਕੁਛ ਹੈ ਤੇ ਉਹ ਬੰਦ ਹੋਣਾ ਚਾਹੀਦਾ। ਉਹਨਾਂ ਨੇ ਜ਼ਿੰਮੇਵਾਰੀ ਵੀ ਉਹਨਾਂ ਦੀ ਨਿਰਧਾਰਿਤ ਕਰਦੀ, ਕਹਿੰਦੇ ਵੀ ਜੇ ਇਹ ਕੰਮ ਹੋਇਆ ਤੇ ਜਵਾਬਦੇਹੀ ਤੁਹਾਡੀ ਆ। ਨਹੀਂ ਦੇਖੋ ਮਾਈਨਿੰਗ ਵਾਲਾ ਕੰਮ ਨਾ ਕਹਿੰਦੇ ਬਹੁਤ ਜਾਣੇ ਸੀ, ਨੇਪਰੇ ਨਹੀਂ ਚੜਿਆ ਕਿਸੇ ਤੋਂ, ਫਿਰ ਰੌਲਾ ਪੈਂਦਾ ਸੀ ਜੀ ਰਲਿਓ ਆ ਜੀ ਅੰਦਰ ਖਾਤੇ, ਕਿੰਨੀ ਚਰਚਾ ਚੱਲਦੀ ਸੀ ਜੀ, ਗੱਡੀ ਚੱਲਦੀ ਹੈ ਦੁਪਹਿਰੇ ਇੱਥੋਂ ਸੌਦਾ ਇਕੱਠੀ ਕਰਦੀ ਹੈ ਤੇ ਉੱਥੇ ਜਾ ਕੇ ਫੜਾਉਂਦੀ ਹੈ। ਸਾਨੂੰ ਨਹੀਂ ਪਤਾ ਕੌਣ ਕਿੱਥੋਂ ਇਕੱਠਾ ਕਰਕੇ ਕਿਹਨੂੰ ਫੜਾਉਂਦਾ ਸੀ, ਪਰ ਇਹ ਚਰਚਾ ਚੱਲਦੀ ਸੀ ਕਿ ਬੰਦ ਕਿੱਦਾਂ ਹੋ ਜੂ। ਮਤਲਬ ਇਹ ਗੱਲ ਚੱਲਦੀ ਸੀ ਵੀ ਕਹਿੰਦੇ ਵੀ ਰੇਤ ਟਿੱਪਰ 'ਚੋਂ ਥੱਲੇ ਡਿੱਗਦੀ ਹੈ ਤੇ ਕੁਝ ਚੀਜ਼ਾਂ ਗੱਡੀ ਚੜ ਜਾਂਦੀਆਂ, ਨਹੀਂ ਇਦਾਂ ਹੀ ਆ। ਹਾਂ, ਉਹ ਅਗਲੇ ਦਿਨ ਫੇਰ ਟਿੱਪਰ 'ਚੋਂ ਰੇਤ ਡਿੱਗਦੀ ਹੈ, ਕੁਝ ਚੀਜ਼ਾਂ ਫੇਰ ਚੜ ਜਾਂਦੀਆਂ। ਯਾਨੀ ਕਿੰਨਾ ਵੈਸੇ ਬੈਂਸ ਸਾਹਿਬ ਨੂੰ, ਹਰਜੋਤ ਸਿੰਘ ਹੋਰਾਂ ਨੂੰ ਅਸੀਂ ਕਹਿੰਦੇ ਕਿ ਤੁਸੀਂ ਰੁਜ਼ਗਾਰ ਬੰਦ ਕਰਾ ਦੇਣਾ। ਕਈਆਂ ਦੀ ਡਿਊਟੀ ਇਹ ਹੁੰਦੀ ਸੀ ਕਿ ਤੂੰ ਉੱਥੇ ਬਹਿ ਜਾਣਾ ਹੀ, ਪਰਚੀ ਕੱਟੀ ਜਾਣੀ ਆ, ਬਸ ਟਰਾਲੀਆਂ ਤੁਰੀ ਜਾਣੀਆਂ, ਬਸ ਬਾਹੂ ਟਰਾਲੀਆਂ ਤੁਰੀ ਜਾਣੀਆਂ। ਹੁਣ ਜਿਹੜੇ ਬਾਹੂ ਨੇ ਉਹਨਾਂ ਦੀ ਜੌਬ ਜਿਹੜੀ ਉਹ ਬੰਦ ਹੋ ਜਾਣੀ ਹੈ। ਪਰ ਜੇ ਹਰਜੋਤ ਸਿੰਘ ਬੈਂਸ ਹੋਰੀ ਇਹ ਕੰਮ ਬੰਦ ਕਰਾ ਗਏ, ਜੇ ਰੇਤਾ ਭੂਰਾ ਸਸਤੀ ਕਰਾ ਗਏ, ਜੇ ਸਰਕਾਰੀ ਖੱਡਾਂ ਦੇ ਵਿੱਚੋਂ ਜਾਇਜ਼ ਮਾਈਨਿੰਗ ਵਾਲੇ ਪਾਸੇ ਨੂੰ ਹੀ ਤੁਰ ਪਏ, ਤਾਂ ਉਹ ਵੀ ਲੋਕਾਂ ਨੂੰ ਬਹੁਤ ਵੱਡਾ ਧਰਵਾਸ ਵੱਜੂਗਾ ਕਿ ਭਾਈ ਕਹਿੰਦੇ ਸੀ ਭੂਰਾ ਕਰ ਦਿੱਤਾ ਕੰਮ, ਨਹੀਂ ਤਾਂ ਲੋਕਾਂ ਨੇ ਕਹਿਣਾ ਉਹ ਵੀ ਆਏ ਸੀ ਤੇ ਇਹ ਵੀ ਆਏ ਆ। ਹਾਂ ਨਹੀਂ ਇਹ ਤਾਂ ਗੱਲ ਹੈਗੀ ਆ। ਇਹਦੇ 'ਚ ਇੱਕ ਆਪਾਂ ਬੇਨਤੀ ਪਹਿਲਾਂ ਵੀ ਕਰਦੇ ਸੀ, ਹੁਣ ਵੀ ਕਰਦੇ। ਮੇਰੇ ਖਿਆਲ ਨਾਲ ਆਪਾਂ 3 ਸਾਲ ਤਾਂ ਲਗਭਗ ਸੁਣਦੇ ਹੀ ਰਹੇ ਹਾਂ ਵੀ ਨਵਜੋਤ ਸਿੰਘ ਸਿੱਧੂ ਸਾਹਿਬ ਇਹ ਕਹਿੰਦੇ ਰਹੇ ਵੀ ਮਹਾਰਾਜ ਆਹ ਦੇਖੋ ਜੀ ਇੱਥੇ ਆਹ ਕਹਾਣੀ ਹੈ, ਇੱਦਾਂ ਚੱਲਦਾ ਇਹ। ਅਸਲ ਦੇ ਵਿੱਚ ਉਹ ਕਹਿੰਦੇ ਵੀ ਮਾਈਨਿੰਗ ਜਿਹੜੀ ਹੈ ਉਹ ਕੋਈ ਬਿਜ਼ਨਸ ਨਹੀਂ ਹੈਗਾ ਜੀ, ਇਹਦੇ 'ਚ ਧੰਦਾ ਟਰਾਂਸਪੋਰਟੇਸ਼ਨ ਦਾ, ਕਿਉਂਕਿ ਰੇਤ ਕਿਸੇ ਫੈਕਟਰੀ 'ਚ ਨਹੀਂ ਬਣਾਉਣੀ, ਬਸ ਇੱਕ ਥਾਂ ਤੋਂ ਚੁੱਕਣੀ ਆ ਜੀ, ਦੂਜੇ ਥਾਂ ਤੇ ਲਾਹ ਦੇਣੀ ਆ, ਉੱਥੋਂ ਚੁੱਕ ਕੇ ਉੱਥੇ ਲਾਉਣ ਦੇ ਵਿੱਚ ਹੀ ਪੈਸੇ ਆ। ਤੇ ਉਸੇ ਚੀਜ਼ ਨੂੰ ਆਪਾਂ ਕਹਿ ਲਓ ਕਿ ਵੀ ਨਿਯੰਤਰਣ ਕਰਨਾ ਤੇ ਉਹਦੇ ਨਾਲ ਸਾਰਾ ਕੁਝ ਸੈੱਟ ਹੋ ਜਾਣਾ। ਫਿਰ ਉਹ ਇਹ ਵੀ ਕਹਿੰਦੇ ਪਤਾ ਨਹੀਂ ਕਿੰਨੇ 100 ਸਾਲਾਂ ਦੀ ਰੇਤ ਬਜਰੀ ਪੰਜਾਬ ਕੋਲੇ ਪਈ ਆ, ਮਾਰੇ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਸ ਤਰ੍ਹਾਂ ਦੀ ਜੀ। ਉਹ ਪਹਿਲੇ ਵੱਡੇ ਲੀਡਰ ਨੇ, ਸਿਆਣੇ ਲੀਡਰ ਨੇ, ਉਹ ਕਹਿੰਦੇ ਮੇਰੇ ਕੋਲੇ ਰਿਸਰਚ ਆ,
ਮੈਂ ਨਾ ਵੀ ਬੈਂਸ ਸਾਹਿਬ ਜ਼ਰੂਰ ਸਲਾਹ ਵੀ ਲੈ ਲੈਣ ਵੀ ਜੇ ਉਹਨਾਂ ਨੂੰ ਜਾਪਦਾ ਵੀ ਯਾਰ ਭਾਜੀ ਤੁਸੀਂ ਇੰਨਾ ਕੰਮ ਕੀਤਾ, ਮੈਨੂੰ ਦੱਸ ਦਿਓ, ਜੇ ਤੁਹਾਡੇ ਵਾਲੇ ਲੀਡਰਾਂ ਨੇ ਨਹੀਂ ਕੀਤਾ ਤੇ ਅਸੀਂ ਉੱਥੋਂ ਗਾਂਹ ਤੋਰ ਕੇ ਦੇਖ ਲੈਂਦੇ। ਕਿਸੇ ਵੇਲੇ ਹੁੰਦਾ ਨਾ ਵੀ ਯਾਰ ਜੇ ਮੰਨ ਲਓ ਵੀ ਕੰਮ ਤਾਂ ਹੁਣੇ ਕਰਨਾ ਤੇ ਇਹਨਾਂ ਨੂੰ ਪਾਲਿਸੀ ਬਣਾਉਂਦਿਆਂ 1.5 2 3 ਮਹੀਨੇ ਲੱਗ ਗਏ, ਉਹਨੇ ਜੇ ਨੂੰ ਅਗਲੇ ਆਖਣਾ ਆਂਦੇ ਰੇਤ ਸਸਤੀ ਹੋਣੀ ਨਿੱਕਾ, ਫਿਰ ਉਹ ਸੁਣੀ ਗੱਲ ਕਿਤੇ ਹੈ ਨਾ, ਫਿਰ ਰੌਲਾ ਪੈ ਜਾਂਦਾ ਕਿਸੇ ਵੇਲੇ। ਉਹ ਸਭ ਤੋਂ ਛੋਟੀ ਉਮਰ ਦੇ ਮੰਤਰੀ ਨੇ ਬੈਂਸ ਸਾਹਿਬ, ਤੇ ਉਹ ਦੇਖਣ ਕਿ ਵਿਭਾਗ ਦੇ ਵਿੱਚ ਕਿਹੜੇ ਕਿਹੜੇ ਅਧਿਕਾਰੀ ਪਿਛਲੇ 15 ਸਾਲਾਂ ਤੋਂ ਖੂੰਜੇ ਲਾਇਓ ਆ, ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਵੱਡੀ ਜ਼ਿੰਮੇਵਾਰੀ ਦਿੱਤੀ ਨਹੀਂ। ਕਈ ਸੇਵਾ ਮੁਕਤ ਹੋ ਗਏ ਜਿਨ੍ਹਾਂ ਦੇ ਬਕਾਏ ਬੁਕਏ ਵੀ ਘੱਟ ਹੀ ਮਿਲੇ, ਕਿਉਂਕਿ ਉਹ ਬੰਦੇ ਆ ਜਿਹੜੇ ਵਿੱਚ ਮੀਨ ਮੇਖ ਕਰਦੇ ਸੀਗੇ 2 ਨੰਬਰ 'ਚ ਕੰਮ ਕਿਉਂ ਆਉਂਦਾ, ਉਹਨਾਂ ਤੋਂ ਵੀ ਪੁੱਛਣ। ਉਹਨਾਂ ਨੂੰ ਵਿਭਾਗ ਦੇ ਅੰਦਰਲੀਆਂ ਚੋਰ ਮੂਰੀਆਂ ਵੱਧ ਪਤਾ ਹੁੰਦੀਆਂ, ਤੇ ਉਹ ਬੰਦ ਕਿਵੇਂ ਕਰਨੀਆਂ ਚੋਰ ਮੂਰੀਆਂ ਉਹ ਵੀ ਪਤਾ ਹੁੰਦਾ, ਕਿਉਂਕਿ ਨਵਾਂ ਬੰਦਾ ਘਰ 'ਚ ਰਹਿਣ ਆਵੇ ਉਹਨੂੰ ਨਹੀਂ ਪਤਾ ਹੁੰਦਾ, ਪੁਰਾਣੇ ਬੰਦੇ ਨੂੰ ਪਤਾ ਹੁੰਦਾ ਕਿ ਭਾਈ ਚੋਂਦਾ ਕਿੱਥੋਂਗਾ, ਜਦੋਂ ਬਰਸਾਤਾਂ ਆਉਣੀਆਂ ਉਹ ਤੋਂ ਪਹਿਲਾਂ ਮਿੱਟੀ ਕਿੱਥੇ ਕਪਾਉਣੀ ਹੈ, ਜਾਂ ਕਈ ਵਾਰੀ ਲੁੱਕ ਵੀ ਪਾ ਦਿੰਦੇ, ਇੱਥੇ ਲੁੱਕ ਪਾ ਦੇਣੇ ਯਾਰ ਫਿਰ ਕੰਮ ਸੂਤ ਹੋ ਜਾਊਗਾ। ਇਹ ਨਾ ਉਦਾਂ ਹੀ ਫਿਰ ਪਿੰਡ ਵਾਲੀ ਉਦਾਹਰਨ ਜੀ, ਕਿਸੇ ਵੇਲੇ ਹੁੰਦਾ ਉਹ ਕਹਿੰਦਾ ਯਾਰ ਕੋਠੀ ਪਾਈ ਸੀ ਨਾ ਬਹਿ ਗਈ, ਚੱਕਰ ਪਤਾ ਨਹੀਂ ਕੀ ਗੱਲ ਕੀ ਬਣੀ ਹੈ ਨਾ, ਉਹ ਪਲਾਟ ਵੀ ਲਿਆ ਸੀ, ਅਚਾਨਕ ਉਹ ਕਹਿੰਦੇ ਫਲਾਣੇ ਬਜ਼ੁਰਗ ਨੂੰ ਲਿਆਓ, ਬਜ਼ੁਰਗ ਫਿਰ ਆਉਂਦਾ ਹੌਲੀ ਹੌਲੀ ਹੈ ਨਾ, ਫਿਰ ਉਹ ਦੱਸਦਾ, ਉਹ ਕਹਿੰਦਾ ਨਿੱਕਿਆ ਇਹ ਪਤਾ ਇੱਥੇ ਟੋਆ ਹੁੰਦਾ ਸੀ ਪਹਿਲਾਂ, ਇੱਥੇ ਤੇ ਬਹੁਤ ਸਾਰ ਰੂੜੀ ਸੁੱਟਦੇ ਰਹੇ ਆ, ਇਹਦੇ ਥਾਂ ਬੜਾ ਪੋਲਾ, ਤੁਸੀਂ ਫਿਰ ਥੱਲੇ ਤੱਕ ਨਹੀਂ ਕੱਢੀ ਕਿ ਨਹੀਂ ਕੱਢੀ, ਉਹ ਨਹੀਂ ਬਜ਼ੁਰਗੋ ਹੁਣ ਤੇ ਉੱਤੇ ਪੱਕਾ ਸੀ ਤੇ ਰੂੜੀ ਕੁੱਟੀ ਕਿ ਨਹੀਂ ਕੁੱਟੀ, ਓਹੋ ਫਿਰ ਇਹ ਨਾ ਅਸੀਂ ਤੇ ਆਪ ਵੇਂਦੇ ਰਹੇ, ਛੱਪੜ ਹੀ ਸੀਗਾ ਇੱਥੇ ਪਾਣੀ ਹੁੰਦਾ ਸੀ, ਤੁਸੀਂ ਹੁਣ ਇੱਥੇ ਕੋਠੀ ਵਾਲੀ ਇਹਦੇ ਨਹੀਂ ਬਹਿਣੀ। ਉਹ ਜਿਹੜਾ ਪੁਰਾਣਾ ਬਜ਼ੁਰਗ ਹੈ ਕੋਈ ਲੱਭ ਕੇ ਲੈ ਆਉਣ, ਉਹ ਦੱਸੂਗਾ ਵੀ ਵੀਰ ਪਹਿਲਾਂ ਬੜਾ ਵਧੀਆ ਹੁੰਦਾ ਸੀ, ਉਹੀ ਦਰਿਆ ਸੀ, ਉਹੀ ਟਰਾਲੀਆਂ ਸੀ, ਉਹੀ ਰੇਤ ਸੀ, ਸਾਰਾ ਕੁਝ ਸੀ। ਅਸਲ 'ਚ ਉਹ ਨੀ ਕਿੰਨੇ ਕੱਢੀ ਛੱਪੜ ਦੇ ਵਿੱਚ, ਉਹ ਬੰਦਾ ਜੇ ਕਰਾਂ ਦੱਸ ਦੇਵੇ ਨਾ ਵੀ ਇੱਥੋਂ ਜੋ ਹੁੰਦਾ ਜੇ ਕੰਮ, ਆਪੇ ਸੈੱਟ ਹੋ ਜਾਣੀ ਗੱਲ। ਨਹੀਂ ਬਹੁਤ ਜ਼ਰੂਰੀ ਹੈ। ਗੁਰਪ੍ਰੀਤ ਸਿੰਘ ਗੋਗੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਲੁਧਿਆਣੇ ਤੋਂ। ਮੈਂ ਨਾ ਬੈਂਸ ਸਾਹਿਬ ਦੂਜਾ ਕੰਮ ਹੀ ਗੱਲ ਕਰ ਲਈਏ, ਜੇਲ੍ਹਾਂ ਵਾਲਾ। ਅਗਲੇ ਕਹਿਣਾ ਵੀ ਮੈਂ ਛਾਪਾ ਮਾਰਿਆ, ਨਹੀਂ ਮਰਜ਼ੀ ਆ ਕਰਾ ਲਓ। ਨਹੀਂ ਮੈਂ ਤਾਂ ਜ਼ਿਕਰ ਕਰਦਾ ਵੀ ਉੱਥੇ ਜਾ ਕੇ ਉਹ ਕਹਿੰਦੇ ਵੀ ਪਹਿਲਾਂ ਗਾਣੇ ਚੱਲਦੇ ਸੀ ਜੇਲ੍ਹਾਂ ਵਿੱਚੋਂ, ਜੇਲ੍ਹਾਂ ਵਿੱਚੋਂ ਫੋਨ ਆਉਣਗੇ, ਉਹ ਕਹਿੰਦੇ ਹੁਣ ਛੇਤੀ ਜੇਲ੍ਹਾਂ ਵਿੱਚੋਂ ਸਕੂਨ ਆਉਣਗੇ, ਹੈ ਨਾ, ਮਤਲਬ ਇਹਦਾ ਮਤਲਬ ਇਹ ਹੋ ਗਿਆ ਵੀ ਬੈਂਸ ਸਾਹਿਬ ਗਾਣੇ ਗੁਣੇ ਸੁਣਦੇ ਨੇ। ਇਹ ਚਰਚਾ ਵੈਸੇ ਵਾਹਵਾ ਦਿਨਾਂ ਦੀ ਚੱਲੀ ਸੀ ਮਹਾਰਾਜ ਵੀ ਇਹ ਜੇਲ੍ਹਾਂ ਦਾ ਜਿਹੜਾ ਸੁਧਾਰ ਕਰਨ ਵਾਲਾ, ਉਹ ਕਹਿੰਦੇ ਵੀ ਕਰਨ ਦੀ ਲੋੜ ਹੈ। ਮੈਂ ਇੱਥੇ ਮਿਲਿਆ ਸਾਰੇ ਅਧਿਕਾਰੀਆਂ ਨੂੰ, ਇਹਨਾਂ ਆਪਣੀਆਂ ਪ੍ਰੋਬਲਮ ਦੱਸੀਆਂ ਨੇ, ਉਹਨਾਂ ਦਾ ਹੱਲ ਵੀ ਹੋਊਗਾ। ਵੱਡੀ ਗੱਲ ਜਿਹੜਾ ਉਹਨਾਂ ਦੇ ਬਿਆਨ ਸੀਗੇ, ਉਹ ਕਹਿੰਦੇ 40% ਜਿਹੜੇ ਵਿਚਾਰੇ ਅੰਦਰ ਲੋਕ ਨੇ ਉਹ ਹੁਣ ਨਸ਼ੇ ਦੇ ਸ਼ਿਕਾਰ ਹੋ ਗਏ। ਮਤਲਬ ਜਾਂ ਤਾਂ ਜਿਹੜਾ ਕੋਈ ਨਸ਼ਾ ਕਰਦਾ ਸੀ ਜਾਂ ਇੱਧਰ ਉੱਧਰ ਥੋੜ੍ਹਾ ਬਹੁਤ ਕਰਦਾ ਸੀ ਉਹ ਫੜਿਆ ਗਿਆ, ਜਾਂ ਕੋਈ ਅੰਦਰ ਰਹਿ ਕੇ ਡਿਪਰੈਸ਼ਨ 'ਚ ਤੇ ਉਹ ਨਸ਼ੇ ਜਾ ਵੜਿਆ, ਉਹਨਾਂ ਨੂੰ ਰੀਹੈਬ ਕਰਨ ਦੀ ਲੋੜ ਹੈ। ਇੱਕ ਜਿਹੜੀ ਪਟਿਆਲੇ ਵਾਲੀ ਜੇਲ੍ਹ 'ਚ ਖਾਸ ਕਰਕੇ ਗਿਆ, ਉਹ ਕਹਿੰਦੇ ਵੀ ਸ਼ਿਕਾਇਤ ਵੀ ਮਿਲੀ ਸੀ, ਕਿਉਂਕਿ ਮਜੀਠੀਆ ਸਾਹਿਬ ਉੱਥੇ ਨੇ, ਵੀ ਕੋਈ VIP ਟਰੀਟਮੈਂਟ ਕਹਿੰਦੇ ਵੀ ਦਿੱਤਾ ਜਾਂਦਾ। ਉਹ ਕਹਿੰਦੇ ਵੀ ਮੈਂ ਦੇਖਿਆ ਇਹੋ ਜਿਹੀ ਗੱਲ ਕੋਈ ਨਹੀਂ ਹੈਗੀ। ਹਾਂ ਤਾੜਨਾ ਮੈਂ ਕਰ ਦਿੱਤੀ ਆ ਵੀ ਭਾਈ ਸਾਹਿਬ ਜਿਹੜਾ ਬੰਦਾ ਵੀ ਇੱਥੇ ਆਉਂਦਾ ਉਹਨੂੰ ਇੱਕ ਕੈਦੀ ਦੇ ਤੌਰ ਤੇ ਟਰੀਟ ਕੀਤਾ ਜਾਵੇ, ਨਾ ਵੀ ਉਹਨਾਂ ਦੇ ਅਹੁਦੇ ਦੇ ਹਿਸਾਬ ਨਾਲ, ਤੇ ਜੇ ਕੋਈ ਇੱਧਰ ਉੱਧਰ ਕਰਦਾ ਸਾਡੀ ਨਜ਼ਰ ਆ ਗਿਆ ਫਿਰ ਕਹਿੰਦੇ ਮੈਂ ਦੂਜੀ ਵਾਰ ਨਹੀਂ ਕਹਿਣਾ। ਅਮਨ ਤੇ ਕਾਨੂੰਨ ਦੀ ਸਥਿਤੀ, ਇਹ ਸ਼ਬਦ ਬਹੁਤ ਵਰਤਿਆ ਜਾਂਦਾ। ਕਈ ਵਾਰੀ ਹੁੰਦਾ ਜੀ ਬਾਹਰ ਨਿਕਲਣ ਦਾ ਜ਼ਮਾਨਾ ਹੀ ਨਹੀਂ ਰਿਹਾ, ਉਹ ਦੇਖੋ ਜੀ ਕੰਨਾਂ 'ਚੋਂ ਕੁਛ ਲਾਹ ਕੇ ਲੈ ਗਿਆ, ਕਾਂਟੇ ਕੂੰਟੇ ਜਿਹੜੇ ਪਾਏ ਹੁੰਦੇ ਆ ਪਰਸ ਖੋਹ ਕੇ ਲੈ ਗਿਆ ਜੀ, ਹੁਣ ਤਾਂ ਕੋਈ ਜ਼ਮਾਨਾ ਹੀ ਨਹੀਂ ਹੈਗਾ ਜੀ, ਆਹ ਦੇਖੋ ਲੁੱਟ ਖੋਹ ਹੋ ਗਈ ਜੀ। ਸੰਧਾਲੀਆ ਸਾਹਿਬ, ਹਰਜੋਤ ਸਿੰਘ ਬੈਂਸ ਹੋਰਾਂ ਦੇ ਉੱਤੇ ਜ਼ਿੰਮੇਵਾਰੀ ਬਹੁਤ ਵੱਡੀ ਹੈ, ਉਮਰ ਛੋਟੀ ਹੈ, ਮੰਤਰੀ ਬਣੇ ਨੇ, ਪਹਿਲੀ ਵਾਰ MLA ਬਣੇ ਨੇ, ਐਨਰਜੀ ਬਹੁਤ ਹੈ। ਪਰ ਹੁਣ ਤੁਸੀਂ ਦੇਖੋ ਕਿ ਪਿਛਲੇ ਸਮੇਂ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਪੂਰਾ ਜ਼ੋਰ ਲਾ ਲਿਆ ਸੀ ਉਹਨਾਂ ਨੇ, ਤੇ ਸਭ ਤੋਂ ਵੱਧ ਅਕਾਲੀ ਦਲ ਦੀ ਲੀਡਰਸ਼ਿਪ ਉਹਨਾਂ ਤੇ ਨਿਸ਼ਾਨੇ ਲਾਉਂਦੀ ਸੀ ਨਾ ਕਿ ਭਾਈ ਇਹਨਾਂ ਦੇ ਗੈਂਗਸਟਰਾਂ ਨਾਲ ਸੰਬੰਧ ਆ, ਇਹਨਾਂ ਤੋਂ ਜੇਲ੍ਹਾਂ ਦੇ ਵਿੱਚੋਂ ਫੋਨ ਆਉਂਦੇ ਆ, ਰੰਧਾਵਾ ਸਾਹਿਬ ਤੋਂ ਕੰਟਰੋਲ ਨਹੀਂ ਹੋਈਆਂ। ਉਹਨਾਂ ਨੇ ਕੇਂਦਰ ਸਰਕਾਰ ਨੂੰ ਲਿਖਿਆ ਸੀ ਕਿ ਸਾਨੂੰ ਨੀਮ ਫੌਜੀ ਦਸਤੇ ਦਿਓ, ਅਸੀਂ ਪੰਜਾਬ ਦੀਆਂ ਜੇਲ੍ਹਾਂ ਉਹਨਾਂ ਤੋਂ ਸੁਰੱਖਿਅਤ ਕਰਾਉਣੀਆਂ। ਹੁਣ ਇੱਕ ਤਾਂ ਚਰਚਾ ਇਹ ਚੱਲਦੀ ਸੀ ਕਿ ਜੇਲ੍ਹਾਂ ਦੇ ਵਿੱਚ ਸਮਰੱਥਾ ਤੋਂ ਵੱਧ ਕੈਦੀ ਜਾਂ ਹਵਾਲਾਤੀ ਨੇ, ਪਹਿਲੀ ਗੱਲ। ਦੂਸਰੀ ਗੱਲ ਕਿ ਉੱਥੇ ਜਿੰਨੇ ਕਰਮਚਾਰੀ ਚਾਹੀਦੇ ਉਹਨਾਂ ਨੂੰ ਕੰਟਰੋਲ ਕਰਨ ਦੇ ਲਈ ਉਹ ਬਹੁਤੇ ਜ਼ਿਆਦਾ ਨਹੀਂ, ਘੱਟ ਹੈ ਗਿਣਤੀ, ਉਹਨਾਂ ਦੇ ਉੱਤੇ ਪ੍ਰੈਸ਼ਰ ਬੜਾ ਹੁੰਦਾ। ਤੀਸਰੀ ਗੱਲ, ਉਹ ਆਮ ਕਰਮਚਾਰੀ ਨੇ, ਜਿਹੜਾ ਅੰਦਰ ਬੈਠਾ ਬੰਦਾ ਜੇ ਉਹਦੇ ਬਹੁਤ ਵੱਡੇ ਲੋਕਾਂ ਦੇ ਨਾਲ ਬਾਹਰ ਸੰਬੰਧ ਆ, ਤਾਂ ਫਿਰ ਜੇ ਅਗਲਾ ਇੱਕ ਵੱਡੇ ਅਮੀਰ ਬੰਦੇ ਨੂੰ ਅੰਦਰੋਂ ਟੈਲੀਫੋਨ ਕਰ ਦਿੰਦਾ ਮੋਬਾਈਲ ਰੱਖ ਕੇ ਕਿ ਭਾਈ ਫਰੌਤੀ ਚਾਹੀਦੀ ਆ, ਆਹ ਲੈਣਾ, ਅਧਿਕਾਰੀ ਵੀ ਤਾਂ ਡਰ ਹੀ ਸਕਦੇ ਆ। ਜੇ ਅੰਦਰੋਂ ਹੁਣ ਤੁਸੀਂ ਦੇਖੋ ਇੱਕ ਕਬੱਡੀ ਖਿਡਾਰੀ ਦਾ ਕਤਲ ਹੋਇਆ, ਜੋ ਪੁਲਿਸ ਨੇ ਕਲੀਅਰ ਕੀਤਾ ਉਹ ਤਾਂ ਇਹੀ ਕਹਿੰਦੇ ਜੀ ਵਿਦੇਸ਼ ਦੇ ਵਿੱਚੋਂ ਸਪਾਰੀ ਦਿੱਤੀ ਹੈ, ਜੇਲ੍ਹ ਦੇ ਵਿੱਚ ਬੈਠਾ ਬੰਦਾ ਸੀ, ਉਹਨੂੰ ਕਿਹਾ, ਉਹਨੇ ਆਪਣੇ ਬੰਦਿਆਂ ਨੂੰ ਬਾਹਰ ਕਿਹਾ ਤਾਂ ਮੁੰਡਾ ਮਾਰਤਾ। ਹੁਣ ਇਹਦਾ ਮਤਲਬ ਕਨੈਕਸ਼ਨ ਕਿੰਨੇ ਡੂੰਘੇ ਜੁੜੇ ਆ। ਹੁਣ ਇਹ ਵੀ ਮੰਨਿਆ ਜਾਂਦਾ ਕਿ ਜਿਹੜਾ ਬੰਦਾ ਇੱਕ ਵਾਰੀ ਜੇਲ੍ਹ ਦੇ ਵਿੱਚ ਜਾਇਆ ਹੋਵੇ, ਬਹੁਤ ਸਾਰੀ ਸੰਭਾਵਨਾ ਹੁੰਦੀ ਹੈ ਕਿ ਜਿੱਡੇ ਕੁ ਜੁਰਮ ਦੇ ਵਿੱਚ ਗਿਆ ਹੁੰਦਾ ਉਦੋਂ ਵੱਡਾ ਜੁਰਮ ਕਰਨ ਦਾ ਉਹ ਹਿੰਮਤ ਲੈ ਕੇ ਆਉਂਦਾ ਕਿ ਅੰਦਰ ਕੰਮ ਹੀ ਇਦਾਂ ਦਾ ਚੱਲਦਾ। ਜੇ ਬੈਂਸ ਸਾਹਿਬ ਕਹਿੰਦੇ ਆ ਕਿ ਅੰਦਰ ਮੋਬਾਈਲ ਚੱਲਦੇ ਆ, ਜੇ ਉਹਨਾਂ ਨੂੰ ਇਹ ਲੱਗਦਾ ਕਿ ਅੰਦਰ ਨਸ਼ੇ ਦਾ ਕੰਮ ਚੱਲਦਾ, ਜੇ ਉਹਨਾਂ ਨੂੰ ਲੱਗਦਾ ਕਿ ਭਾਈ ਉਹਨਾਂ ਨੂੰ ਨਸ਼ਾ ਛਡਾਊ ਜਾਂ ਪੁਨਰਵਾਸ ਕੇਂਦਰਾਂ ਦੇ ਵਿੱਚ ਪਹੁੰਚਾਉਣਾ ਚਾਹੀਦਾ, ਫੰਡ ਲੱਗਣੇ ਆ, ਰੁਪਈਏ ਵੀ ਲੱਗਣੇ ਆ, ਸਰਕਾਰ ਨੂੰ ਜਾਰੀ ਕਰਨੇ ਚਾਹੀਦੇ ਆ, ਨਹੀਂ ਤਾਂ
ਉਹ ਜ਼ਮਾਨਤ ਤੇ ਆ ਜਾਂਦੇ ਆ, ਪੈਰੋਲ ਤੇ ਆ ਜਾਂਦੇ ਆ, ਜਾਂ ਆਪਣੀ ਸਜ਼ਾ ਪੂਰੀ ਕਰਕੇ ਆ ਜਾਂਦੇ, ਸਮਾਜ ਲਈ ਹੋਰ ਹਾਨੀਕਾਰਕ ਬਣਦੇ, ਸਾਰੇ ਨਹੀਂ ਪਰ ਕੁਝ ਇੱਕ ਉਹਨਾਂ ਚੋਂ ਬਣਦੇ ਆ। ਘਟਨਾਵਾਂ ਸਾਹਮਣੇ ਆਈਆਂ, ਔਨ ਰਿਕਾਰਡ ਨੇ। ਇਹ ਹੈਗੀਆਂ, ਉਹਨਾਂ ਨੇ ਸਾਰਾ ਕੁਝ ਰੋਕਣ ਲਈ ਤਕਨੀਕ ਦੀ ਗੱਲ ਕੀਤੀ। ਉਹ ਕਹਿੰਦੇ ਵੀ ਕੁਝ ਮਹੀਨਿਆਂ 'ਚ ਤਕਨੀਕ ਹੀ ਇਦਾਂ ਦੀ ਲਾ ਦੇਣੀ ਵੀ ਇਹ ਸਾਰਾ ਕੁਝ ਰੁਕ ਜਾਣਾ। ਹੁਣ ਜੇ ਤੇ ਉਹ ਲਾਉਣ 'ਚ ਕਾਮਯਾਬ ਹੋ ਗਏ ਤੇ ਹੋ ਸਕਦਾ ਵੀ ਬਾਅਦ 'ਚ ਲੋਕ ਸਵਾਲ ਪੁੱਛਣ ਵੀ ਜੇ ਤਕਨੀਕ ਹੈਗੀ ਸੀ ਤੇ ਪਹਿਲਿਆਂ ਨੂੰ ਕਿਉਂ ਨਹੀਂ ਲੱਭੀ ਜੀ। ਤੇ ਜੇ ਮੰਨ ਲਓ ਤਕਨੀਕ ਲਾਉਣ ਦੇ ਬਾਵਜੂਦ ਵੀ ਉਹ ਸਾਰਾ ਕੁਝ ਚੱਲਦਾ ਰਹਿੰਦਾ, ਫਿਰ ਵਿਰੋਧੀਆਂ ਉਹੀ ਕਹਿਣਾ ਅਸੀਂ ਤੇ ਨਿੱਕਾ ਪਹਿਲਾਂ ਹੀ ਕਿਹਾ ਸੀ ਵੀ ਨਹੀਂ ਗੱਲ ਬਣਨੀ, ਤੁਸੀਂ ਆਖੇ ਨਹੀਂ ਲੱਗਦੇ ਸਾਡੇ। ਬਜ਼ੁਰਗ ਕਹਿੰਦਾ ਉਹ ਮੈਂ ਤੇ ਤੁਹਾਨੂੰ ਕਹੀ ਜਾਂਦਾ ਇਹਨੇ ਕਿੱਲਾ ਪਟਾ ਲੈਣਾ ਗੁਰਗੋ, ਇਹਨੂੰ ਕਿਤੇ ਹੋਰ ਫਾਇਦਾ ਉਹ ਗੁਰਗੋ, ਇਹ ਨਹੀਂ ਜੇ ਇਹ ਵੈੜਕਾ ਇੱਥੇ ਰੱਖਣ ਵਾਲਾ। ਅੱਛਾ ਹੁਣ ਇਹ ਤੇ ਗੱਲ ਨਿਬੜ ਗਈ, ਤੁਸੀਂ ਗੋਗੀ ਸਾਹਿਬ ਦੀ ਗੱਲ ਕਰਨ ਲੱਗੇ। ਮੈਂ ਦੇਖੋ ਪਟਿਆਲੇ ਲੁਧਿਆਣੇ ਦਾ ਸਮਾਂ ਬਹੁਤਾ ਨਹੀਂ ਲੱਗਦਾ, ਘੰਟਾ ਇੱਕ ਲੱਗਦਾ। ਹੁਣ ਉੱਥੇ ਲੁਧਿਆਣੇ ਦਾ ਚੇਤਾ ਆਉਂਦਾ ਤਾਂ ਬੁੱਢਾ ਨਾਲਾ ਨਾਲ ਹੀ ਖੌਰੂ ਪਾਉਂਦਾ ਹੀ ਮਨ ਚ ਆ ਕੇ ਕਿ ਭਾਈ ਬੁੱਢਾ ਨਾਲਾ ਹੀ, ਬੁੱਢੇ ਨਾਲੇ ਦੇ ਵਿੱਚ ਗੰਦਗੀ ਹੈ, ਗੰਦਗੀ ਸਤਲੁਜ ਦੇ ਵਿੱਚ ਪੈਂਦੀ ਹੈ, ਉੱਥੋਂ ਫਿਰ ਅੱਗੇ ਨਹਿਰਾਂ ਨਿਕਲਦੀਆਂ, ਨਹਿਰਾਂ ਵਾਲਾ ਪਾਣੀ ਫਿਰ ਪਿੰਡਾਂ 'ਚ ਜਾਂਦਾ, ਪਿੰਡਾਂ ਦੇ ਲੋਕ ਪੀਂਦੇ ਆ, ਬਿਮਾਰ ਹੁੰਦੇ ਆ, ਫਿਰ ਹਸਪਤਾਲ ਜਾਂਦੇ ਆ। ਬੀਕਾਨੇਰ ਕਿਹੜਾ ਨੇੜੇ ਹੈ, ਕੈਂਸਰ ਐਕਸਪ੍ਰੈਸ ਦੀ ਗੱਲ ਚੱਲਦੀ ਰਹਿੰਦੀ ਹੈ, ਬਹੁਤ ਸਾਰੀਆਂ ਹੋਰ ਬਿਮਾਰੀਆਂ। ਪਿਛਲੇ ਸਮੇਂ ਦੇ ਵਿੱਚ ਵੀ ਇੱਕ ਖਾਸ ਭਾਈਚਾਰੇ ਦੇ ਲੋਕਾਂ ਨੇ ਸ਼ਰਧਾ ਵਸ ਸਰਕਾਰ ਨੂੰ ਕਿਹਾ ਥੋੜੇ ਤੋਂ ਨਹੀਂ ਸਾਨੂੰ ਕਰ ਦਿਓ ਸਾਫ਼। ਉਹ ਮੂਹਰੇ ਸੰਧਾਲੀਆ ਸਾਹਿਬ ਸਾਫ਼ ਕਰੀ ਜਾਂਦੇ ਸੀ, ਪਿੱਛੋਂ ਫੈਕਟਰੀਆਂ ਦਾ ਗੰਦਾ ਪਾਣੀ ਫੇਰ ਆਈ ਜਾਂਦਾ ਸੀ। ਉਹਨਾਂ ਨੇ ਹਾਰ ਕੇ ਹੱਥ ਖੜੇ ਕਰਦੇ, ਉਹ ਕਹਿੰਦੇ ਜੀ ਦੇਖੋ ਅਸੀਂ ਸਾਫ਼ ਤਾਂ ਕਰ ਸਕਦੇ ਹਾਂ ਜੇ ਪਿੱਛੋਂ ਤੁਸੀਂ ਫੈਕਟਰੀਆਂ ਦਾ ਜਿਹੜਾ ਬਿਨਾਂ ਟਰੀਟ ਕੀਤਿਆਂ ਪਾਣੀ ਦਾ ਨਿਕਾਸ ਬੰਦ ਕਰੋ। ਟਰੀਟ ਕੀਤਾ ਪਾਣੀ ਆ ਜਾਵੇ ਕੋਈ ਦਿੱਕਤ ਨਹੀਂ। ਉਦੋਂ ਹੀ ਪਤਾ ਲੱਗ ਗਿਆ ਸੀ ਕਿ ਭਾਈ ਇਹ ਕਹਾਣੀ ਉੱਪਰਲੇ ਪਾਸੇ ਕਿਤੇ ਹੋਰ ਜੁੜਦੀ ਹੈ। ਚਲੋ ਹੁਣ ਗੁਰਪ੍ਰੀਤ ਸਿੰਘ ਗੋਗੀ ਸਾਹਿਬ MLA ਬਣੇ ਨੇ, ਉਹ ਉੱਥੇ ਗਏ, ਬੁੱਢੇ ਨਾਲੇ ਤੇ ਜਾ ਕੇ ਦੇਖਿਆ, ਕੰਢੇ ਤੇ ਖੜ ਕੇ ਅਧਿਕਾਰੀਆਂ ਤੋਂ ਪ੍ਰੋਜੈਕਟ ਦੀ ਜਾਣਕਾਰੀ ਲਈ ਕਿ ਭਾਈ ਸਫਾਈ ਕਿੱਦਾਂ ਹੋਣੀ ਹੈ, ਆਹ ਕਿੱਦਾਂ ਹੋਣੀ ਹੈ, ਸਾਰਾ ਕੁਝ ਉਹ ਕਹਿੰਦੇ ਜੀ ਕਰਾਂਗੇ, ਬਹੁਤ ਚੰਗਾ। ਇੱਕੋ ਹੀ ਗੱਲ ਕਿ ਜਿੰਨੀਆਂ ਵੀ ਫੈਕਟਰੀਆਂ, ਰੰਗਾਈ ਸਨਅਤ ਬਹੁਤ ਹੈ, ਬਹੁਤ ਸਾਰੀਆਂ ਜਿਹੜੀਆਂ ਨੇ ਉਹ ਡੇਅਰੀਆਂ ਨੇ, ਉਹਦੇ ਉੱਤੇ ਹੋਰ ਕਈ ਫੈਕਟਰੀਆਂ ਨੇ। ਗੋਗੀ ਸਾਹਿਬ ਤੁਸੀਂ MLA ਹੋ, ਸਤਿਕਾਰਯੋਗ ਹੋ, ਲੋਕਾਂ ਨੇ ਤੁਹਾਨੂੰ ਵੋਟਾਂ ਪਾ ਕੇ ਚੁਣਿਆ, ਇਹਦੀ ਅੰਦਰੋਂ ਸਫਾਈ ਕਰ ਲਓ, ਬਾਹਰੀ ਸਫਾਈ ਕਰ ਲਓ। ਚੰਗਾ ਕਦਮ ਹੈ ਕਿ ਤੁਸੀਂ 15 ਦਿਨਾਂ ਦੇ ਅੰਦਰ ਅੰਦਰ ਹੀ ਉੱਥੇ ਚਲੇ ਗਏ ਹੋ, ਤੁਸੀਂ ਮਸਲੇ ਨੂੰ ਐਡਰੈਸ ਕੀਤਾ। ਪਰ ਜਿੰਨੀ ਦੇਰ ਬਿਨਾਂ ਟਰੀਟ ਕੀਤਾ ਪਾਣੀ ਜਿਹੜਾ ਫੈਕਟਰੀਆਂ ਦਾ ਉਹਦੇ 'ਚ ਪੈਂਦਾ ਉਹ ਬੰਦ ਨਹੀਂ ਹੁੰਦਾ, ਫੂਕਾ ਮਾਰ ਲਓ, ਤੇਜ਼ ਪਾਣੀ ਛੱਡ ਲਓ, ਕੁਛ ਵੀ ਕਰ ਲਓ, ਉਹ ਸਾਫ਼ ਨਹੀਂ ਜੇ ਹੋਣਾ। ਇੱਕ ਬੇਨਤੀ ਆਪਾਂ ਹੋਰ ਕਰ ਦਿੰਦੇ ਹਾਂ। ਗੋਗੀ ਸਾਹਿਬ ਨੂੰ ਤੁਸੀਂ ਕਿਹਾ ਵੀ ਪਟਿਆਲਾ ਨੂੰ ਲੁਧਿਆਣੇ 1 ਘੰਟਾ, ਮੈਨੂੰ ਜਾਪਦਾ ਵੀ ਲੁਧਿਆਣਿਓਂ ਸੁਲਤਾਨਪੁਰ ਲੋਧੀ 2 ਘੰਟੇ ਤੇ ਲੱਗ ਜਾਣੇ। ਉੱਥੇ ਨੇ ਬਾਬਾ ਜੀ ਸੀਚੇਵਾਲ ਵਾਲੇ, ਉਹਨਾਂ ਦੇ ਨਾਲ ਬਹਿਣ ਘੰਟਾ। ਜੇ ਨਹੀਂ ਜਾ ਸਕਦੇ ਉਹ ਆ ਜਾਣਗੇ, ਆ ਜਾਂਦੇ, ਉਹ ਆ ਵੀ ਜਾਂਦੇ ਹੁੰਦੇ। ਪਰ ਮੈਂ ਨਾ ਵੀ ਚਲੋ ਉਹਨਾਂ ਨੇ ਅੱਗੇ ਕੰਮ ਕੀਤਾ, ਹੋ ਸਕਦਾ ਕਿਸੇ ਵੇਲੇ ਬੰਦਾ ਯਾਰ ਖਿੱਚ ਜਾਂਦਾ ਵੀ ਇਹ ਸਰਕਾਰ ਦਰਬਾਰ ਵਾਲੇ ਨਹੀਂ ਸੁਣਦੇ, ਵੀ ਜਿਹਨੂੰ ਲੱਗਦਾ ਵੀ ਅਸੀਂ ਕੁਝ ਚੇਂਜ ਕਰਨਾ ਵੀ ਉੱਥੇ ਚਲੇ ਜਾਣ। ਹੋ ਸਕਦਾ ਵੀ ਉਹ ਤਸਵੀਰਾਂ ਵੀ ਦੇ ਦੇਣ, ਵੀਡੀਓ ਵੀ ਦੇ ਦੇਣ, ਲਿਸਟ ਵੀ ਉਹਨਾਂ ਦੇ ਕੋਲ ਹੋਵੇ ਵੀ ਫਲਾਨੀ ਥਾਂ ਤੇ 6 ਇੰਚੀ ਪੈਪ ਹੈ, ਢਿੰਗੜੀ ਥਾਂ ਤੇ ਵੱਡਾ ਪੂਰਾ ਲੱਗਾ, ਤੇ ਉੱਥੇ ਵੀ 2 ਅੰਦਰੋਂ ਜੋ ਪੈਪਾਂ ਪਾਈਆਂ, ਅਸੀਂ ਫਲਾਨੇ ਥਾਂ ਦੇ ਉੱਪਰ ਪਹਿਲਾਂ ਨੱਕਾ ਵੀ ਲਾਇਆ ਸੀਗਾ, ਉੱਥੇ ਗੱਲ ਬਣਦੀ ਨਹੀਂ ਗੀ। ਇੱਥੋਂ ਜੋ ਨਾਲਾ ਥੋੜ੍ਹਾ ਜਿਹਾ ਡੂੰਘਾ, ਇੱਥੋਂ ਜੋ ਚੌੜਾ ਜੇ, ਤੇ ਇਸ ਚੀਜ਼ ਨੂੰ ਜੇ ਤੁਸੀਂ ਇੱਦਾਂ ਕਰ ਲਓ ਤੇ ਫਿਰ ਮਸਲਾ ਹੱਲ ਹੋ ਜੂ। ਅੱਛਾ ਇੱਕ ਗੱਲ ਹੋਰ ਹੋ ਸਕਦੀ ਹੈ, ਜੇ ਹੋ ਸਕਦਾ ਵੀ ਇਹ ਉਹਨਾਂ ਨੂੰ ਯਕੀਨ ਦਿਵਾ ਦੇਣ ਵੀ ਬਾਬਾ ਜੀ ਠੀਕ ਹੈ ਯਾਰ, ਪਿਛਲੀ ਵਾਰਾਂ ਹੋ ਗਿਆ ਸੋ ਹੋ ਗਿਆ, ਐਤਕੀ ਬਾਂਹ ਫੜੋ, ਨਾਲ ਆਓ, ਤੇ ਹੋ ਸਕਦਾ ਅਗਲੇ ਤੁਰ ਵੀ ਪੈਣ। ਫਰਕ ਸਿਰਫ ਇੰਨਾ ਵੀ ਕਿਉਂਕਿ ਪਿਛਲੀ ਵਾਰਾਂ ਵੀ ਉਹਨਾਂ ਨੇ ਕੰਮ ਕੀਤਾ ਸੀ ਤੇ ਆਪਾਂ ਸਰਕਾਰ ਵਾਲੇ ਪਾਸੋਂ ਇੱਕੋ ਗੱਲ ਸੁਣੀ ਸੀ, ਉਹ ਕਹਿੰਦੇ ਫਲਾਨੀ ਨਹਿਰ 'ਚੋਂ ਨਾ ਜੀ ਆਪਾਂ ਹੁਣ ਪਾਣੀ ਛੱਡ ਦੇਣਾ, ਵੇਖੋ ਬੁੱਢਾ ਨਾਲਾ ਸਾਫ਼ ਹੁੰਦਾ। ਉਹ ਤੇ ਕੰਮ ਇਹੀ ਹੋ ਗਿਆ ਵੀ ਇੱਕ ਨਾ ਰੋੜ ਦਿੰਦੇ ਆ ਸਾਰਾ ਕੁਝ, ਜਿੱਦਾਂ ਨਾਲੀ 'ਚ ਨਹੀਂ ਮੜਗਾੜ ਜਾ ਫੇਰ ਦਈਦਾ ਜੀ, ਤੇ ਉਦੋਂ ਬਾਅਦ ਮਗਰਲਾ ਮਾਲ ਤੇ ਉੱਦਾਂ ਹੀ ਚਲੇ ਜਾਣਾ, ਫਾਇਦਾ ਕੀ। ਸੰਧਾਲੀਆ ਸਾਹਿਬ ਘਰਾਂ ਦੇ ਵਿੱਚ ਨਾ ਉਹ ਹੋ ਕਹਿੰਦੇ ਹੁੰਦੇ ਪਾਣੀ ਡੋਲਿਆ ਮਾੜਿਆ, ਪਾਣੀ ਨਾਲੀ ਸਾਫ਼ ਕਰਨ ਵਾਲੇ ਆਏ ਆ, ਇੱਦਾਂ ਨਾ ਹੋਵੇ। ਕਾਰਨ ਕੀ ਹੈ ਕਿ ਜਦੋਂ ਉਹ ਫੈਕਟਰੀਆਂ ਨੂੰ ਨੱਕਾ ਲਾਉਣਾ ਨਾ ਪਾਣੀ ਨੂੰ, ਕਿਉਂਕਿ ਜੇ ਉਹਨਾਂ ਨੂੰ ਕਹਿਣਾ ਟਰੀਟਮੈਂਟ ਪਲਾਂਟ ਚਲਾਓ ਤੇ ਖਰਚ ਹੁੰਦਾ, ਉਹ ਖਰਚ ਬਚਾਉਂਦੇ ਆ, ਅਗਲੇ ਕਹਿੰਦੇ ਪਾਰਟੀ ਫੰਡ ਲੈ ਲਿਓ, ਜਾਂ ਉਹ ਸਿੱਧਾ ਜਿਹੜਾ ਅਗਲੇ ਕਹਿੰਦੇ ਯਾਰ ਕਾਹਨੂੰ ਇਹੀ ਬੰਦੇ ਤਾਂ ਹੈਗੇ ਆ, ਮੁੜ ਕੇ ਇਲੈਕਸ਼ਨਾਂ ਲੜਨੀਆਂ, 20 ਚੀਜ਼ਾਂ ਹੁੰਦੀਆਂ ਰੈਲੀਆਂ। ਜੇ ਤਾਂ ਇਹ ਦੇਖਦੇ ਰਹਿ ਫਿਰ ਬੁੱਢਾ ਨਾਲਾ ਸਾਫ਼ ਨਹੀਂ ਹੋਣਾ। ਗੋਗੀ ਸਾਹਿਬ ਤੇ ਬਾਕੀ ਸਾਰੇ ਜਿੰਨੇ ਲੁਧਿਆਣੇ ਦੇ MLA ਨੇ, ਤੁਹਾਡੇ ਕੋਲੇ ਇੱਕ ਮੌਕਾ, ਬੜੇ ਵੱਡੇ ਲੀਡਰ ਜਿਨ੍ਹਾਂ ਦੇ ਕੋਲੇ ਠੋਕਵੇਂ ਪੈਸੇ ਆਪਦੇ ਘਰਾਂ 'ਚ ਸੀ, ਚੋਖੇ ਫੰਡ ਮਿਲਦੇ ਸੀ, ਲੋਕਾਂ ਨੇ ਐਤਕੀ ਦੇਲੀ ਤੇ ਨਹੀਂ ਚੜਨ ਦਿੱਤਾ, ਆਪਣੀ ਤੇ ਦਹਲੀਜ਼ ਪਾਰ ਨਹੀਂ ਕਰਨ ਦਿੱਤੀ। ਤੇ ਤੁਸੀਂ ਵੋਟਾਂ ਦੇ ਵਿੱਚ ਦੇਖ ਲਓ ਕਿ ਵੋਟਾਂ ਪਈਆਂ ਕਿੰਨੀਆਂ ਕਾ। ਇਸ ਕਰਕੇ ਮਤ ਸੋਚਿਓ ਕਿ ਭਾਈ ਕੱਲ ਨੂੰ ਫੰਡ ਕਿੱਥੋਂ ਲੈਣੇ ਆ, ਖਰਚ ਕਿੱਥੋਂ ਲੈਣੇ ਆ। ਹੋ ਸਕਦਾ 200 ਬੰਦਾ ਨਾਰਾਜ਼ ਹੋ ਜਾਏ ਜਿਨ੍ਹਾਂ ਦੀਆਂ ਸਨਅਤਾਂ ਹੋਣ, ਪਰ 2 ਲੱਖ ਬੰਦਾ ਸੁਖੀ ਵੀ ਹੋ ਜਾਣਾ, ਇਸ ਗੱਲ ਨੂੰ ਚੇਤਾ ਰੱਖਿਓ। ਆਹ ਜਿਹੜਾ ਹਿਸਾਬ ਕਰਕੇ ਦੱਸਿਆ ਨਾ ਤੁਸੀਂ ਵੀਰ ਜੀ, ਇਹਦੀ ਤੇ ਸਾਰੀ ਕਹਾਣੀ। ਚਲੋ ਠੀਕ, ਇਹਦੇ ਨਾਲ 75,000 ਭੁੱਲ ਗਿਆ ਜੀ ਵਾਲਾ, ਕਿਹੜਾ ਜਿਹਦੇ ਨਾਲ 66%, 50,000 ਦਾ ਇੰਕਰੀਮੈਂਟ ਲੱਗਦਾ ਯਾਰ, ਸਾਰਾ ਮਾਮੂਲੀ ਇੰਕਰੀਮੈਂਟ ਯਾਰ, ਇਦਾਂ ਨਹੀਂ। 1-1 ਰੁਪਈਆ ਇਹ ਵੀ ਦੇ ਦੇਣਗੇ ਜੇ ਪਾਣੀ ਸਾਫ਼ ਹੋ ਗਿਆ ਨਾ, 2 ਲੱਖ 1-1 ਰੁਪਈਆ ਦੇ ਦੇਣਗੇ ਫੰਡ ਦੇ ਰੂਪ 'ਚ। ਅੱਛਾ ਇੱਕ ਜਿਹੜੀ ਹੈਲਪਲਾਈਨ ਮਾਨ ਸਾਹਿਬ ਨੇ ਸ਼ੁਰੂ ਕੀਤੀ ਸੀ, ਹੈਲਪਲਾਈਨ ਤੇ ਨਹੀਂ, ਖੈਰ ਉਹਨੂੰ ਐਕਸ਼ਨ ਲਾਈਨ ਕਹਿੰਦੇ ਜੀ, ਐਂਟੀ ਕਰਪਸ਼ਨ ਐਕਸ਼ਨ ਲਾਈਨ।
ਵੀ ਉਹ 9501 200 200 ਨੰਬਰ ਆ, ਤੁਸੀਂ ਉੱਤੇ ਵੀਡੀਓ ਬਣਾ ਕੇ ਤੁਸੀਂ ਅਗਲੇ ਦੀ ਜਿਹੜੀ ਜੋ ਵੀ ਤੁਹਾਡੇ ਕੋਲ ਰਿਸ਼ਵਤ ਦੀ ਡਿਮਾਂਡ ਕੀਤੀ ਗਈ ਆ ਉਹ ਸਾਡੇ ਕੋਲੇ ਸਬੂਤ ਪ੍ਰੂਫ ਭੇਜ ਦਿਓ, ਉਸ ਤੋਂ ਬਾਅਦ ਕੰਮ ਸਾਡਾ। ਹੁਣ ਇਹਦੀ ਪਹਿਲੀ ਕਾਰਵਾਈ ਕਹਿੰਦੇ ਆ ਵੀ ਜਲੰਧਰ ਦੇ ਵਿੱਚ ਇੱਕ ਕਲਰਕ ਨੇ ਬੀਬੀ ਜੀ ਉਹਨਾਂ ਦੇ ਉੱਪਰ ਹੋਈ ਆ। ਦੇਖੋ ਤਹਿਸੀਲ ਦੇ ਵਿੱਚ ਉਹ ਕੰਮ ਕਰਦੇ, ਦੋਸ਼ ਲੱਗਾ, ਭਗਵੰਤ ਮਾਨ ਸਾਹਿਬ ਨੇ ਕਿਹਾ ਜੀ ਸ਼ਿਕਾਇਤ ਆਈ ਹੈ, ਤੁਰੰਤ ਪਰਚਾ ਦਰਜ ਕਰਨ ਦੇ ਹੁਕਮ ਦੇ ਦਿੱਤੇ, ਬੀਬੀ ਜੀ ਨੂੰ ਗ੍ਰਿਫਤਾਰ ਕਰ ਲਿਆ। ਬੀਬੀ ਜੀ ਦੀ ਸਿਹਤ ਥੋੜ੍ਹੀ ਜਿਹੀ ਨਾਸਾਜ਼ ਸੀ, ਉਹਨਾਂ ਦੇ ਆਪ ਦੇ ਕਾਰਨ ਨੇ ਨਿੱਜੀ, ਫਿਰ ਉਹਨਾਂ ਨੂੰ ਹਸਪਤਾਲ ਲੈ ਕੇ ਗਏ ਕਿ ਇਹਨਾਂ ਨੂੰ ਹਵਾਲਾਤ 'ਚ ਨਹੀਂ ਰੱਖਣਾ, ਹਸਪੀਟਲ ਰੱਖੋ, ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ। ਠੀਕ ਹੈ, ਹੁਣ ਤੁਸੀਂ ਦੇਖੋ ਕਿ ਇਲਜ਼ਾਮ ਕੀ ਲੱਗਾ। ਜਿਸ ਬੰਦੇ ਨੇ ਸ਼ਿਕਾਇਤ ਦਿੱਤੀ ਹੈ ਉਹ ਕਹਿੰਦਾ ਜੀ ਤਕਰੀਬਨ 4 ਲੱਖ ਰੁਪਈਆ ਮੈਨੂੰ ਨੌਕਰੀ ਦਿਵਾਉਣ ਦੇ ਨਾਂ ਤੇ ਲੈ ਲਿਆ ਝਾਂਸਾ ਦੇ ਕੇ। ਹੁਣ ਨਹੀਂ ਲਿਆ, ਪਿਛਲੀ ਸਰਕਾਰ ਵੇਲੇ ਤਾਂ ਲਿਆ। ਕਹਿੰਦੇ ਸ਼ਿਕਾਇਤਾਂ ਬਹੁਤ ਦਿੱਤੀਆਂ ਪਰ ਬੀਬੀ ਮੋਹਰੇ ਧਮਕੀਆਂ ਦਿੰਦੀ ਸੀ। ਉਹਨਾਂ ਨੇ ਕਿਹਾ ਦਾਅਵਾ ਹੈ, ਸੱਚ ਕੀ ਹੈ ਝੂਠ ਕੀ ਹੈ ਉਹ ਹੁਣ ਜਾਂਚ ਪੜਤਾਲ ਤੋਂ ਬਾਅਦ ਪਤਾ ਲੱਗੂ। ਹੁਣ ਸੰਧਾਲੀਆ ਸਾਹਿਬ ਜੇ ਲੋਕ ਵੀਡੀਓ ਬਣਾਉਣ ਲੱਗ ਪਏ ਆ, ਜੇ ਇਸ ਤਰੀਕੇ ਤੁਰੰਤ ਐਕਸ਼ਨ ਹੋ ਗਿਆ, 5 7 10 ਐਕਸ਼ਨ ਜੇ ਕਿਤੇ ਹੋਰ ਹੋ ਗਿਆ ਨਾ, ਡਰ ਹੋਰ ਵੱਧ ਜਾਊਗਾ। ਕੁਲਤਾਰ ਸਿੰਘ ਸੰਧਵਾ ਸਾਹਿਬ ਨਾਲ ਅਮੋਲਕ ਸਿੰਘ ਹੋਰੀ ਜੈਤੋਂ ਦੇ ਐਮਐਲਏ ਨੇ, ਫਰੀਦਕੋਟ ਦੇ ਐਮਐਲਏ ਗੁਰਦਿੱਤ ਸਿੰਘ ਸੇਖੋ ਸਾਹਿਬ, ਤਿੰਨਾਂ ਨੇ ਜਨਤਾ ਦਰਬਾਰ ਲਾਇਆ। ਤਿੰਨੋਂ ਆਮ ਆਦਮੀ ਪਾਰਟੀ ਦੇ ਸਾਰਾ ਜ਼ਿਲ੍ਹਾ ਉਹਨਾਂ ਨੇ ਜਿੱਤ ਲਿਆ। ਲੋਕ ਆਉਂਦੇ ਸੀ ਤੇ ਉੱਥੇ ਫਿਰ ਪੱਤਰਕਾਰਾਂ ਨੇ ਪੁੱਛ ਲਿਆ, ਬੇਟਾ ਸਾਹਿਬ ਆਪਣੇ ਵੀ ਗਏ ਸੀ, ਉਹਨਾਂ ਨੇ ਵੀ ਪੁੱਛ ਲਿਆ ਕਿ ਦੀ ਉੱਥੇ ਤਾਂ ਕੈਮਰਾ ਕੁਮਰਾ ਤਾਂ ਅੰਦਰ ਮੋਬਾਈਲ ਤਾਂ ਲਿਜਾਣ ਨਹੀਂ ਦਿੰਦੇ। ਡੀਸੀ ਸਾਹਿਬ ਨਾਲ ਹੀ ਬੈਠੇ, ਕਹਿੰਦੇ ਡੀ ਸਾਹਿਬ ਅੱਜ ਤੋਂ ਹੁਕਮ ਦੇ ਦਿਓ ਕਿ ਜੇ ਕੋਈ ਬੰਦਾ ਅੰਦਰ ਵੀਡੀਓ ਬਣਾਉਂਦਾ ਨਾ, ਕੋਈ ਗੱਲ ਕਰਨ ਲੱਗੇ ਤਾਂ ਬਣਾਉਣ ਦਿਓ, ਤੁਸੀਂ ਰੋਕਣਾ ਨਹੀਂ ਜਾਓ। ਕਹਿੰਦੇ ਕੋਈ ਗੱਲ ਨਹੀਂ ਰੋਕਦੇ, ਸਾਨੂੰ ਕੀ ਹੈ। ਜਾਣੀ ਹੋ ਸਕਦਾ ਕਿ ਇਹ ਵੀ ਚੀਜ਼ਾਂ ਇੰਪਲੀਮੈਂਟ ਹੋ ਜਾਣ। ਇਧਰਲੇ ਪਾਸੇ ਜੇ ਬੀਬੀ ਜੀ ਨੂੰ ਹਿਰਾਸਤ 'ਚ ਲੈ ਲਿਆ, ਪਰਚਾ ਦਰਜ ਹੋ ਗਿਆ, ਇਹ ਵੀ ਵਧੀਆ ਹੈ। ਪਰ ਇੱਕ ਅਪ੍ਰਤੱਖ ਜਿਹਾ ਅੰਕੜਾ ਸੰਧਾਲੀਆ ਸਾਹਿਬ ਹੋਰ ਸੀ। 3 ਦਿਨ ਹੋਏ ਆ, ਪਤਾ ਲੱਗਾ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਸੁਨੇਹੇ ਚਲੇ ਗਏ। ਹਾਲਾਂਕਿ ਬਹੁਤਿਆਂ ਦੇ ਵਿੱਚ ਸਬੂਤ ਨਹੀਂ, ਆਡੀਓ ਜਾਂ ਵੀਡੀਓ ਪ੍ਰੂਫ ਨਹੀਂ, ਸ਼ਿਕਾਇਤਾਂ ਹੀ ਨੇ, ਪੁਰਾਣੀਆਂ ਵੀ ਨੇ। ਕੋਈ ਤਾਂ ਇੱਥੋਂ ਤੱਕ ਵੀ ਕਹਿੰਦਾ ਕਿ 3 ਦਿਨਾਂ ਦੇ ਵਿੱਚ 30,000 ਮੈਸੇਜ ਚਲੇ ਗਏ ਆ। ਆਹੀ ਹਾਲਾਤ ਰਹੇ ਤਾਂ ਇੱਥੋਂ ਘੱਟੋ ਘੱਟ ਇੱਕ ਅੰਦਾਜ਼ਾ ਤਾਂ ਲਾਇਆ ਜਾ ਸਕਦਾ। ਮੈਂ ਕਹਿੰਦਾ 10% ਝੂਠੀਆਂ ਹੋਣਗੀਆਂ, ਕੁਝ ਨਾਲ ਸਬੂਤ ਨਹੀਂ ਹੋਣਗੇ। ਪਰ ਜੇ ਲੋਕ ਇੱਦਾਂ ਜ਼ਿਆਦਾ ਜੜੀ ਅਗਰੈਸਿਵ ਨੇ, ਗਰਮ ਨੇ ਕਿ ਭਾਈ ਸਾਡੇ ਨਾਲ ਧੱਕਾ, ਇਹਦਾ ਮਤਲਬ ਕਿ ਜੜ੍ਹਾਂ ਵੱਡੇ ਬਾਦਲ ਸਾਹਿਬ ਦੇ ਕਹਿਣਾ ਨੂੰ ਸੱਚੀ ਡੂੰਘੀਆਂ, ਪੱਟਣ ਨੂੰ ਦੋਨਾਂ ਹੱਥਾਂ ਨਾਲ ਜ਼ੋਰ ਲਾਉਣਾ ਪੈਣਾ। ਜੀ ਕਿਸੇ ਵੇਲੇ ਇਦਾਂ ਹੁੰਦਾ ਨਾ ਵੀ ਜਿਹੜਾ ਰੋਕਿਆ ਉਹ ਜੜਾਂ ਵਾਲਾ ਬਹੁਤ ਦੂਰ ਤੱਕ ਜੜਾਂ ਕਰ ਗਏ, ਇਹ ਤਾਂ ਮਹਾਰਾਜ ਇਹ ਔਖਾ ਪੁੱਟਿਆ ਜਾਣਾ। ਕਿਸੇ ਵੇਲੇ ਕਰਦਿਆਂ ਜਿਹੜੀ ਸੈਂਟਰ ਵਾਲੀ ਮੂਲੀ ਹੁੰਦੀ ਨਾ, ਉਹਨੂੰ ਹੱਥ ਪੈ ਜਾਂਦਾ। ਕਿਸੇ ਵੇਲੇ ਹੋ ਸਕਦਾ ਵੀ ਕਿਤੇ ਨਾ ਕਿਤੇ ਉਹਨੂੰ ਆਰੀ ਲੱਗ ਜਾਵੇ ਤੇ ਉਦੋਂ ਬਾਅਦ ਬਾਹਰ ਵਾਲੀਆਂ ਜੜਾਂ ਜੁੜਾਂ ਜਿਹੜੀਆਂ ਹੁੰਦੀਆਂ ਉਹ ਇਹੇ ਖਿੱਚੀਆਂ ਜਾਂਦੀਆਂ ਹੁੰਦੀਆਂ ਰੁੱਖ ਦੇ ਨਾਲ। ਉਹਦੀ ਆਸ ਆਪਾਂ ਕਰਦੇ ਕਿਉਂਕਿ ਆ ਜਿਹੜੀ ਫੋਨ ਅੰਦਰ ਨਾ ਖੜਨ ਵਾਲੀ ਗੱਲ ਹੈ, ਇਹ ਤਾਂ ਚਲੋ ਇਸ ਡੀਸੀ ਸਾਹਿਬ ਨੇ ਕਹਿਤਾ। ਮੈਂ ਮੋਹਾਲੀ ਵਾਲੀ ਮੈਡਮ ਜਿਹੜੇ ਡੀਸੀ ਨੇ ਉਹਨਾਂ ਦੀ ਵੀ ਗੱਲ ਸੁਣ ਰਿਹਾ ਸੀ ਜੀ। ਉਹ ਕਹਿੰਦੇ ਅਸੀਂ ਵੀ ਨਿਰਦੇਸ਼ ਦੇ ਦਿੱਤੇ ਨੇ ਸਾਰਿਆਂ ਨੂੰ ਸੱਦ ਕੇ ਵੀ ਜੇ ਕੋਈ ਵੀ ਆਉਂਦਾ ਹੈ ਜੀ, ਪਹਿਲੀ ਗੱਲ ਤੇ ਜੇ ਤੁਹਾਡੇ ਦਫ਼ਤਰ ਦੇ ਬਾਹਰ ਉਹ ਸਾਈਨ ਲੱਗਾ ਵੀ ਹਾਂਜੀ ਮੋਬਾਈਲ ਅੰਦਰ ਨਹੀਂ ਲੈ ਕੇ ਆਉਣਾ ਜਾਂ ਬੰਦ ਕਰਨਾ, ਉਹਨੂੰ ਹੁਣ ਥੋੜ੍ਹਾ ਜਿਹਾ ਲਾ ਦਿਓ, ਕੋਈ ਗੱਲ ਨਹੀਂ। ਤੇ ਜਿਹੜਾ ਵੀ ਬੰਦਾ ਆਉਂਦਾ ਉਹਦਾ ਉਸੇ ਵੇਲੇ ਮੌਕੇ ਤੇ ਨਿਪਟਾਰਾ ਹੋਣਾ ਚਾਹੀਦਾ, ਤੰਗ ਪਰੇਸ਼ਾਨ ਨਹੀਂ ਹੋਣਾ। ਤੇ ਹਾਂ ਹੰਬਲਨੈਸ ਰੱਖਣੀ ਹੈ ਬੋਲਬਾਣੀ ਦੇ ਵਿੱਚ, ਧਿਆਨ ਰੱਖਣਾ। ਹਾਂ ਮਤਲਬ ਅਗਲੇ ਨਾਲ ਗਰਮ ਹੋ ਕੇ ਨਹੀਂ ਬੋਲਣਾ ਜੀ। ਸੰਧਾਲੀਆ ਸਾਹਿਬ ਕੱਲ ਸੋਲਰ ਦੀ ਆਪਾਂ ਗੱਲ ਕੀਤੀ ਸੀ ਨਾ, ਸੋਲਰ ਪਲਾਂਟ ਲੱਗਣੇ ਚਾਹੀਦੇ ਆ, ਸੂਰਜੀ ਊਰਜਾ ਤੋਂ ਬਿਜਲੀ ਪੈਦਾ ਕਰ ਲਈਏ, ਕੋਲੇ ਦੇ ਪੈਸੇ ਬਚ ਜਾਣਗੇ, ਹੋਰ ਬਹੁਤ ਸਭ ਕੁਝ ਬਚ ਜਾਊਗਾ। ਉੱਤਰ ਪ੍ਰਦੇਸ਼ ਦੇ ਨਾਲ ਸੰਬੰਧਿਤ ਇੱਕ ਫੋਨ ਆਇਆ, ਰਹਿੰਦੇ ਤਾਂ ਸੱਜਣ ਵਿਦੇਸ਼ ਦੇ ਵਿੱਚ ਨੇ। ਉਹ ਕਹਿੰਦੇ ਜੀ ਸਾਡੇ ਤਾਂ ਇੰਨੇ ਸਾਲ ਹੋ ਗਏ, 4 ਲੱਖ ਰੁਪਈਆ ਲੱਗਾ ਸੀ, ਸੋਹਣਾ ਕੰਮ ਚੱਲਦਾ ਹੈ ਕਿ ਉਹਦੇ ਨਾਲ ਚੱਲੀ ਜਾਂਦਾ ਹੈ। ਮੈਂ ਇਹ ਗੱਲ ਤਾਂ ਦੱਸਣ ਲੱਗਿਆ, ਖਟਕੜ ਕਲਾਂ ਭਗਵੰਤ ਮਾਨ ਸਾਹਿਬ ਨੇ ਸਹੁੰ ਚੁੱਕੀ ਉੱਥੋਂ ਮੁੱਖ ਮੰਤਰੀ ਦੇ ਰੂਪ 'ਚ ਪੰਜਾਬ ਦੇ 'ਚ, ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦਾ ਪਿੰਡ। ਜਾਣੀ ਐਸੀ ਧਰਤੀ ਜਿੱਥੇ ਜਾ ਕੇ ਤੁਹਾਨੂੰ ਐਂ ਲੱਗਦਾ ਹੁੰਦਾ ਯਾਰ ਕੋਈ ਥੋੜ੍ਹੇ ਬਹੁਤ ਆਪਾਂ ਵੀ ਚੱਜ ਦੇ ਬੰਦਿਆਂ ਵਾਲੇ ਕੰਮ ਕਰੀਏ। ਜਦੋਂ ਉੱਥੇ ਜਾਂਦੇ ਆ ਐਸਾ ਪ੍ਰਭਾਵ ਹੈ, ਘਰ ਉਹਨਾਂ ਦਾ ਉੱਥੇ ਹੈ। ਹੁਣ ਅਮਰੀਕਾ ਤੋਂ ਫੋਨ ਆਇਆ, ਉਹ ਕਹਿੰਦੇ ਜੀ ਗੱਲ ਤੁਸੀਂ ਕੀਤੀ ਬਹੁਤ ਵਧੀਆ ਕਿ ਅਸੀਂ 3 ਲੱਖ ਰੁਪਈਆ ਲਾਇਆ, 7-8 ਮਹੀਨੇ ਹੋ ਗਏ ਆ, ਤੇ ਘਰ ਕਹਿੰਦੇ ਸਾਡਾ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੇ ਘਰ ਦੇ ਬਿਲਕੁਲ ਨੇੜੇ ਆ। ਐਤਕੀ ਵੀ ਕਹਿੰਦੇ ਜਦੋਂ ਸਹੁੰ ਚੁੱਕ ਸਮਾਗਮ ਸੀ, ਅਫਸਰ ਆਏ ਤਾਂ ਬਹੁਤਿਆਂ ਨੇ ਉੱਥੇ ਕਹਿ ਰਹੇ ਹੁੰਦੇ ਨਾ ਮੰਜਾ ਡਾਇਓ ਜੀ 2 ਕੁਰਸੀਆਂ ਦਿਓ, ਕਹਿੰਦੇ ਜੀ ਉੱਥੇ ਰਹੇ ਆ ਅਫਸਰ। ਉਹ ਕਹਿੰਦੇ ਜੀ ਅਸੀਂ ਵੀ ਹੁਣ 2.5-3 ਲੱਖ ਰੁਪਈਆ ਲਾਤਾ, 8-9 ਮਹੀਨੇ ਹੋ ਗਏ, ਸਾਰਾ ਕੁਝ ਲਿਆ ਕੇ ਰੱਖਿਆ, ਸਾਰਾ ਕੁਝ ਫਿੱਟ ਹੈ, ਫਿਟਿੰਗ ਕਰਾਤੀ, ਜਿਹੜਾ ਅਰਥ ਜਿਹਾ ਦੇਣਾ ਹੁੰਦਾ ਉਹ ਵੀ ਦੇਤਾ। ਪਰ ਕਹਿੰਦੇ ਗੇੜੇ ਮਾਰ ਕੇ ਸਾਡੇ ਭਾਈ ਸਾਹਿਬ ਥੱਕ ਗਏ, ਬਿਜਲੀ ਬੋਰਡ ਦੇ ਦਫ਼ਤਰ ਕਨੈਕਸ਼ਨ ਜਿਹਾ ਜੋੜਨਾ ਹੁੰਦਾ ਮੇਰਾ ਖਿਆਲ। ਉਹ ਕਹਿੰਦੇ ਲੜ ਪੱਲਾ ਨਹੀਂ ਫੜਾਉਂਦੇ। ਤੁਸੀਂ ਇਹ ਦੇਖੋ ਕਿ ਜੇ ਇਸ ਗੱਲ ਦੇ ਉੱਤੇ ਆਪਾਂ ਵੀ ਜ਼ੋਰ ਦੇ ਰਹੇ ਹਾਂ, ਦੁਨੀਆ ਜ਼ੋਰ ਦੇ ਰਹੀ ਹੈ, ਜੇ ਕਿਤੇ ਹੋਰ ਹੁੰਦੇ ਤਾਂ ਗੱਲ ਵੱਖਰੀ ਸੀ। ਜਿੱਥੋਂ ਮੁੱਖ ਮੰਤਰੀ ਸਾਹਿਬ ਨੇ ਸਹੁੰ ਚੁੱਕੀ ਹੈ, ਜਿਸ ਥਾਂ ਤੇ ਸਹੁੰ ਚੁੱਕੀ ਹੈ, ਜਿੱਥੇ ਉਹ ਸ਼ਹੀਦ ਆਜ਼ਮ ਭਗਤ ਸਿੰਘ ਸਾਹਿਬ ਦਾ ਘਰ ਦੇਖਣ ਗਏ ਸੀ, ਉਹਦੇ ਬਿਲਕੁਲ ਸਾਹਮਣੇ ਘਰ ਹੋਵੇ। 8 ਮਹੀਨੇ ਹੋ ਗਏ ਹੁਣ, ਤੇ ਜੇ ਆਪਾਂ ਨੂੰ ਇਦਾਂ ਹੀ ਲੇਲੜੀਆਂ ਕਢਾਉਣੀਆਂ ਫਿਰ ਤਾਂ
ਕੋਲੇ ਦੇ ਵਿੱਚ ਹੀ ਮੂੰਹ ਕਾਲਾ ਹੋਊਗਾ ਸਾਰੀ ਉਮਰ, ਫੇਰ ਤਾਂ ਅਸੀਂ ਪੈਸੇ ਹੀ ਦਿੰਦੇ ਰਹਾਂਗੇ। ਅਸੀਂ ਬੇਨਤੀ ਕਰਦੇ ਹਾਂ ਕਾਰਵਾਈ ਨਾ ਹੋਵੇ, ਜੇ ਨਾ ਕਰਿਓ ਕਾਰਵਾਈ, ਘੱਟੋ ਘੱਟ ਜੇ ਉਹ ਸਾਡੇ ਬੰਦੇ ਗੱਲ ਸੁਣਦੇ ਆ, ਮੇਰੇ ਖਿਆਲ ਬੰਗਿਆਂ ਉਹਨਾਂ ਨੂੰ ਪੈਂਦਾ ਹੀ ਦਫ਼ਤਰ ਜਿਹੜਾ, ਉੱਥੇ ਤੱਕ ਸਾਡੀ ਗੱਲ ਪਹੁੰਚਾ ਦਿਓ ਭਾਈ, ਉਹਨਾਂ ਦਾ ਕਨੈਕਸ਼ਨ ਜੋੜਿਓ। ਜੇ ਕੋਈ ਘਾਟ ਆ ਤਾਂ ਉੱਪਰਲੇ ਅਫਸਰਾਂ ਨੂੰ ਚਿੱਠੀ ਲਿਖੋ, ਜੇ ਕੁਝ ਨਹੀਂ ਪਤਾ, ਜੇ ਕਿਸੇ ਚੀਜ਼ ਦੀ ਘਾਟ ਹੈ, ਉਹ ਕਹਿੰਦੇ ਨਹੀਂ ਸਰ ਉਹ ਕਨੈਕਸ਼ਨ ਹੀ ਜੋੜਨ ਵਾਲਾ ਰਹਿੰਦਾ, ਪਰ ਸਾਡੇ ਹਾੜੇ ਕਢਾਤੇ ਉਹਨਾਂ ਨੇ। ਨਹੀਂ, ਇਹ ਗੱਲ ਹੈਗੀ ਆ। ਕੱਲ ਵੀ ਜਦੋਂ ਆਪਾਂ ਇਹਦਾ ਜ਼ਿਕਰ ਕੀਤਾ ਉਦੋਂ ਬਾਅਦ ਕਈ ਮੈਸੇਜ ਆਏ, ਕੋਈ ਮੈਂ ਪੋਸਟ ਵੀ ਸਾਂਝੀ ਕਰਤੀ ਸੀ, ਮੈਂ ਕਿਹਾ ਬਾਅਦ ਚ ਕੋਈ ਦੇਖ ਲਵੇ ਜੀ। ਉਹਦੇ ਥੱਲੇ ਵੀ ਕੁਝ ਟਿੱਪਣੀਆਂ ਸੀ ਵੀ ਭਾਜੀ ਇਹਦੇ 'ਚ ਵੀ ਬੜੀਆਂ ਘੁੰਡੀਆਂ ਨੇ ਮਹਾਰਾਜ, ਉਹ ਦੇਖੋ ਉਹ ਤਾਂ ਰੇਟ ਹੀ ਕੁਝ ਨਹੀਂ ਦਿੰਦੇ ਜੀ, ਉਹ ਤਾਂ ਪੈਸੇ ਹੀ ਪੂਰੇ ਨਹੀਂ ਹੁੰਦੇ ਮਹਾਰਾਜ, ਇਦਾਂ ਨਹੀਂ ਗੱਲ ਬਣਦੀ। ਦੇਖੋ ਕਾਰਨ ਹੈ ਵੀ ਰੇਟ ਪੂਰਾ ਨਹੀਂ ਮਿਲਦਾ, ਪੈਸੇ ਪੂਰੇ ਨਹੀਂ ਹੁੰਦੇ, ਉਹ ਤਾਂ ਹੁੰਦੇ ਆ ਜੇ ਉੱਥੇ ਤੁਸੀਂ ਬੋਲੀ ਲਾਉਣ ਵਾਲੇ ਪਾਸੇ ਤੁਰ ਪਾਓ ਜੀ। ਤੇ ਇਹ ਸਾਰੀਆਂ ਸ਼ਰਤਾਂ ਡਿਸਾਈਡ ਤੇ ਸਰਕਾਰ ਨੇ ਕਰਨੀਆਂ ਨਾ। ਹੁਣ ਮੰਨ ਲਓ ਬੋਲੀ ਵਾਲੀ ਗੱਲਬਾਤ ਜਾਂ ਆਪਸ ਦੇ ਵਿੱਚ ਕਹਿ ਲਓ ਕਿ ਵੀ ਮੁਕਾਬਲੇਬਾਜ਼ੀ ਤੇ ਤਾਂ ਹੋਊਗੀ ਨਾ ਜੇ ਦੋ ਧਿਰਾਂ ਅਲੱਗ-ਅਲੱਗ ਆ ਜੀ। ਤੇ ਜੇ ਕਿਰਾਏ ਸਰਕਾਰ ਰਹੀ ਤੇ ਉਹਦੇ ਤੇ ਮੁਕਾਬਲੇ 'ਚ ਹੈ ਕੋਈ ਨਹੀਂ। ਵੀ ਮੰਨ ਲਓ ਸਰਕਾਰ ਨੇ ਕਿਹਾ ਵੀ ਹਾਂਜੀ ਆਹ ਇੱਕ ਪੰਚਾਇਤ ਹੈ ਜੀ, ਇਹ ਪੰਚਾਇਤ ਨੇ ਆਹ ਕੰਮ ਕਰਨਾ, ਇਸ ਪਿੰਡ ਨੂੰ ਇੰਨੀ ਬੱਤੀ, ਇਹਦਾ ਇਸ ਹਿਸਾਬ ਨਾਲ ਰੇਟ ਦੇ ਹਿਸਾਬ ਨਾਲ ਆਪਾਂ ਤੈਅ ਕਰ ਲਿਆ, ਤੁਸੀਂ ਸਰਕਾਰ ਨੂੰ ਦਿਓ ਚਾਹੇ ਨਾ ਦਿਓ, ਆ ਜਿਹੜਾ ਤੁਸੀਂ ਤਾਮਝਾਮ ਲਾਉਨੇ ਇਹਦੇ 'ਚ ਇੰਨੀ ਤੁਹਾਨੂੰ ਸਬਸਿਡੀ ਦੇ ਦੇਣੇ, ਤੁਸੀਂ ਆਪਣਾ ਪਿੰਡ ਤਾਂ ਜਗਾਓ ਜੀ। ਉਹ ਛੋਟੇ ਥੋੜੇ ਹੈ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵੀ ਉਹ ਛੋਟਾ ਕੰਮ, ਪਰ ਇਹ ਛੋਟਾ ਕੰਮ ਜੇ ਪਿੰਡ ਪੱਧਰ ਤੇ ਹੋਣ ਲੱਗ ਪਿਆ, ਇੱਕ ਇਕਾਈ ਦੇ ਤੌਰ ਤੇ ਕੰਮ ਚੱਲਣ ਲੱਗ ਪਿਆ, ਤੇ ਉਹ ਜਿਹੜਾ ਬੋਝ ਤੇ ਉੱਥੋਂ ਹੀ ਘਟਣਾ ਨਾ, ਜਿੱਥੇ ਆਪਾਂ ਨੇ ਉਹ ਫਲਾਣੇ ਥਰਮਲ ਪਲਾਂਟ 'ਚ ਬਾਹਰ ਅੱਧੇ ਕੁ ਦਿਨ ਦਾ ਕੋਲਾ ਰਹਿ ਗਿਆ, ਹੁਣ ਕੀ ਕਰੀਏ ਜੀ, ਹੈ ਨਾ। ਹੁਣ ਕੋਲਾ ਇਹ ਤੇ ਹੈ ਨਹੀਂ ਵੀ ਉਹ 2 ਦਿਨ ਦਾ ਬਚਿਆ, 8 ਘੰਟੇ ਦਾ ਬਚਿਆ, ਵੀ ਕਿਸੇ ਉੱਥੇ ਵੀ ਫਟਾਫਟ ਹਲਵਾਈ ਵੀਰ ਨੂੰ ਕਹਿ ਦੇਣਾ, ਸੁਨੇਹਾ ਦੇਣਾ ਵੀ ਇਦਾਂ ਕਰਨਾ 10 ਕਿਲੋ ਦੁੱਧ ਦਾ ਤੂੰ ਕੋਲਾ ਮਾਰ ਦੇ, ਖੋਆ ਤਾਂ ਰਹਿ ਨਹੀਂ ਗਿਆ ਹੁਣ। ਉਹ ਵਾਲਾ ਕੰਮ ਨਹੀਂ ਹੋ ਸਕਣਾ। ਇਸ ਕਰਕੇ ਜ਼ਰੂਰ ਇਸ ਪਾਸੇ ਸੋਚਿਆ ਜਾਵੇ ਵੀ ਜਿਹੜੀਆਂ ਕਮੀਆਂ ਨੇ ਉਹ ਪਹਿਲਾਂ ਕਿਉਂ ਰਹੀਆਂ ਤੇ ਕਿਵੇਂ ਆਪਾਂ ਦਰੁਸਤ ਕਰ ਸਕਦੇ ਹਾਂ, ਆਪੇ ਮਸਲਾ ਹੱਲ ਹੋ ਜੂ। ਦੇਖੋ ਹਰਭਜਨ ਸਿੰਘ ਈਟੀਓ ਸਾਹਿਬ ਮੰਤਰੀ ਨੇ ਸੰਬੰਧਿਤ ਮਹਿਕਮੇ ਦੇ, ਕਿਉਂਕਿ ਸਮਾਂ ਅਜੇ ਥੋੜਾ ਹੋਇਆ, ਹੌਲੀ ਜਿੱਦਾਂ ਵੀ ਸਮਾਂ ਲੱਗਾ ਇੱਧਰਲੇ ਪਾਸੇ ਦੇਖਣ। ਮੈਂ ਕਹਿੰਦਾ ਕਿ ਅਸੀਂ ਕੋਲੇ ਦੇ ਵੀ ਪੈਸੇ ਦਿੰਨੇ ਹੀ ਆ, ਅਸੀਂ ਲੋੜ ਪੈਣ ਤੇ ਮਹਿੰਗੀ ਬਿਜਲੀ ਵੀ ਤਾਂ ਖਰੀਦਦੇ ਹੀ ਆ, 20 ਚੀਜ਼ਾਂ ਹੋਰ ਸਮੱਸਿਆ ਦੇ ਵਿੱਚ ਉੱਥੇ ਵੀ ਤਾਂ ਪੈਸੇ ਭਰਦੇ ਹੀ ਆ। ਲੋਕਾਂ ਨੂੰ ਥੋੜਾ ਜਿਹਾ ਵੱਧ ਪਾ ਦੇ ਦਿਓ, ਥੋੜਾ ਜਿਹਾ ਈਜ਼ੀ ਕਰ ਦਿਓ ਪ੍ਰੋਸੈਸ। ਬਿਜਲੀ ਬੋਰਡ ਦੇ ਪਾਵਰਕਾਮ ਦੇ ਜਿੰਨੇ ਦਫ਼ਤਰ ਆ ਉੱਥੇ ਹਦਾਇਤਾਂ ਜਾਰੀ ਕਰ ਦਿਓ। ਹਾਂ, ਉਹਨਾਂ ਦੀ ਵੀ ਇੱਕ ਸਮੱਸਿਆ ਹੋ ਸਕਦੀ, ਸਾਡੇ ਕੋਲ ਬੰਦੇ ਘੱਟ ਹੈ, ਲਾਈਨਮੈਨ ਜਿੱਥੇ 5 ਚਾਹੀਦੇ 1 ਹੀ ਕੰਮ ਕਰਦਾ ਹੈ। ਜੇ ਉਹਨਾਂ ਦੇ ਕੋਲੇ ਮੈਨ ਪਾਵਰ ਘੱਟ ਹੈ ਤਾਂ ਜ਼ਰੂਰ ਸੋਚਿਆ ਜਾਵੇ, ਨਿਆਣੇ ਸਾਡੇ ਡਿਗਰੀਆਂ ਡਿਪਲੋਮਾ ਕਰਕੇ ਵਿਹਲੇ ਬੈਠੇ ਆ, ਉਹਨਾਂ ਨੂੰ ਕੰਮ ਮਿਲੇ, ਬਿਜਲੀ ਬੋਰਡ ਵਾਲੇ ਛੇਤੀ ਲੋਕਾਂ ਦਾ ਕੰਮ ਕਰਨ, ਇਦਾਂ ਦੇ ਮਸਲੇ ਜਿਹੜੇ ਆ ਉਹ ਨਾ ਖੜਨ, ਸੋਲਰ ਲੱਗਣ, ਬਿਜਲੀ ਦੀਆਂ ਤਾਰਾਂ ਛੇਤੀ ਕੱਸੀਆਂ ਜਾਣ, ਨਾ ਕਣਕ ਸੜੇ ਨਾ ਝੋਨਾ ਸੜੇ, ਤੇ ਲੋਕਾਂ ਦੇ ਘਰ ਸੂਰਜੀ ਊਰਜਾ ਨਾ ਜਗੇ। ਨਾਲੇ ਉਹ ਕੋਈ ਜ਼ਰੂਰੀ ਥੋੜਾ ਹੁੰਦਾ ਵੀ ਤੁਸੀਂ ਮਹਾਰਾਜ ਵੀ ਇੱਕ ਮਹਿਕਮੇ 'ਚ ਇੱਕ ਬੰਦਾ ਰੱਖ ਕੇ ਉਹਦੀ ਤਨਖਾਹ ਕਿਤੇ ਹੋਰ ਥਾਂ ਤੋਂ ਕੱਢਣੀ ਆ। ਉਹ ਜਿੱਥੇ ਤੁਸੀਂ ਜਿਹੜਾ ਪ੍ਰੋਜੈਕਟ ਲਾਉਣਾ ਉਹਦੇ 'ਚ ਉਹਦੀ ਤਨਖਾਹ ਐਡਜਸਟ ਕਰ ਲਓ ਵੀ ਆਹ ਨਵੇਂ 3 ਮੁੰਡੇ ਵੀ ਆਪਣੇ ਲੋਕਲ ਏਰੀਏ ਦੇ ਵੀ ਇਸ ਚੀਜ਼ ਦੀ ਦੇਖ ਰੇਖ ਕਰਨਗੇ, ਇਹਦੇ ਲਈ ਇੰਨਾ ਕੁ ਖਰਚਾ ਆਪਾਂ ਇਹਨਾਂ ਦੀ ਤਨਖਾਹ ਦਾ ਵੀ ਬੰਨ ਦਿੰਦੇ ਜੀ। ਅਗਲੇ ਨੂੰ ਇਹ ਹੁੰਦਾ ਵੀ ਭਾਈ ਸਾਹਿਬ ਮੈਂ ਕਰਮਚਾਰੀ, ਆਹੋ ਤੂੰ ਵੀਰ ਕਰਮਚਾਰੀ ਤਗੜਾ ਹੋ ਕੇ ਕੰਮ ਕਰ। ਬਾਜਵਾ ਸਾਹਿਬ ਦੀ ਚਿੱਠੀ ਦਾ ਜ਼ਿਕਰ ਜ਼ਰੂਰ ਕਰ। ਉਹਦੇ 'ਚ ਇਹ ਆ ਵੀ ਬਾਜਵਾ ਸਾਹਿਬ ਨੇ ਤਾਂ ਉਹ ਜ਼ਿਕਰ ਕੀਤਾ, ਉਹ ਕਹਿੰਦੇ ਵੀ ਮਾਨ ਸਾਹਿਬ ਦੇਖੋ ਗੱਲ ਤੇ ਆ ਵੀ ਵਿਰੋਧ ਤੇ ਆਪਣੀ ਥਾਂ ਤੇ ਆ, ਤੁਸੀਂ ਆਏ, ਤੁਸੀਂ ਇਹ ਕਿਹਾ ਵੀ ਆਪਾਂ ਹੁਣ ਲੋਕਾਂ ਦੇ ਕੰਮ ਕਰਨੇ, ਸਵਾਗਤ, ਬੜੀ ਵਧੀਆ ਗੱਲ ਹੈ। ਉਹ ਕਹਿੰਦੇ ਵੀ ਪਿਛਲੀ ਸਰਕਾਰ ਨੇ ਪੰਚਾਇਤਾਂ ਨੂੰ ਦਿੱਤੇ ਸੀਗੇ ਫੰਡ ਤੇ ਤੁਸੀਂ ਰੋਕਤੇ ਆ, ਤੇ ਗੱਲ ਤੇ ਫਿਰ ਉਹੀ ਹੋ ਗਈ ਵੀ ਜੇ ਸਰਕਾਰ ਸਾਡੀ ਹੋ ਤੇ ਫਿਰ ਫੰਡ ਆਉਣਗੇ, ਤੇ ਜੇ ਤੁਸੀਂ ਕਿਤੇ ਦੂਜੀ ਪਾਰਟੀ ਦੇ ਸਰਪੰਚ ਆ ਫਿਰ ਅਸੀਂ ਫੰਡ ਨਹੀਂ ਦੇਣੇ। ਇਹ ਤੇ ਫਿਰ ਉਦਾਂ ਹੀ ਹੈ ਨਾ ਵੀ ਤੁਸੀਂ ਹੁਣ ਮੋਦੀ ਸਾਹਿਬ ਵੀ ਤੇ ਵਿਰੋਧੀ ਪਾਰਟੀ ਦੇ ਹੀ ਆ, ਤੁਸੀਂ ਉਹਨਾਂ ਕੋਲੋਂ ਫੰਡ ਮੰਗੀ ਜਾਂਦੇ, ਜੇ ਅਗਲੇ ਫੰਡ ਨਾ ਦੇਣ ਤੇ ਫਿਰ ਤੁਸੀਂ ਕਹਿਣਾ ਉਹ ਵਿਰੋਧ ਕਰਦੇ ਆ। ਤੇ ਫਿਰ ਹੁਣ ਤੁਹਾਡੀ ਗੱਲ ਦਾ ਵੀ ਤੇ ਲੋਕਾਂ ਨੇ ਇਹੋ ਕਹਿਣਾ ਵੀ ਹਾਂ ਭਾਈ ਸਾਹਿਬ ਅਸੀਂ ਸਰਪੰਚ ਦੂਜੀ ਪਾਰਟੀ ਨੇ ਤਾਂ ਸਾਨੂੰ ਤੰਗ ਕਰਦੇ। ਦੇਖੋ ਸੰਧਾਲੀਆ ਸਾਹਿਬ, ਗਰੰਟਾਂ ਤਾਂ ਵੈਸੇ ਸਾਰਿਆਂ ਦੀਆਂ ਰੋਕੀਆਂ, ਜਦੋਂ ਕੈਪਟਨ ਸਾਹਿਬ ਮੁੱਖ ਮੰਤਰੀ ਬਣੇ ਸੀ ਉਦੋਂ ਵੀ ਫਰਮਾਨ ਹੋਇਆ ਸੀ, ਮੋਸਟਲੀ ਹੁੰਦਾ। ਪਰ ਹਾਂ ਇਹ ਦੇਖ ਲਿਆ ਜਾਵੇ ਕਿ ਜਿਹੜੇ ਇਮਾਨਦਾਰੀ ਨਾਲ ਖਰਚਦੇ, ਵਧੀਆ ਤਰੀਕੇ ਨਾਲ ਖਰਚਦੇ ਆ, ਉਹਨਾਂ ਨੂੰ ਗਰੰਟਾਂ ਦੁਬਾਰਾ ਵੀ ਦਿਓ। ਜਿੱਥੇ ਲੋੜ ਹੈ ਤਰਜੀਹੀ ਤੌਰ ਦੇ ਉੱਤੇ, ਹਾਂ ਗੇਟ ਬਣਾਉਣ ਨੂੰ ਨਾ ਦਿਓ, ਸ਼ਮਸ਼ਾਨ ਘਾਟ ਨੂੰ ਹਾਲ ਦੀ ਘੜੀ ਭਾਵੇਂ ਰੋਕ ਦਿਓ, ਕਿਉਂਕਿ ਉੱਥੇ ਤਾਂ ਕੰਮ ਚੱਲੇ ਹੀ ਜਾਊਗਾ। ਸਕੂਲਾਂ ਵਾਲੇ ਪਾਸੇ ਜਾਂ ਹੋਰ ਜਿੱਥੇ ਪਾਸੇ ਲੋੜੀਂਦਾ, ਇਹ ਕੰਮ ਆਮ ਆਦਮੀ ਪਾਰਟੀ ਬਿਲਕੁਲ ਨਾ ਕਰੇ, ਕਿਉਂਕਿ ਕਿੰਨੇ ਕੁ ਸਰਪੰਚ ਨੇ ਜਿਹੜੇ ਉਹਨਾਂ ਦੇ ਨਾਲ ਨੇ। ਸਰਪੰਚ ਤਾਂ ਸੱਤਾਧਾਰੀ ਧਿਰ ਨਾਲ ਹੁੰਦੇ ਆ, ਫਿਰ ਵੀ ਲੋਕਾਂ ਤੁਹਾਨੂੰ ਵੋਟਾਂ ਪਾਈਆਂ, ਤੇ ਸਰਪੰਚ ਆਪਣੇ ਆਪ 'ਚ ਸਰਪੰਚ ਨਹੀਂ ਹੁੰਦਾ, ਉਹਦੇ ਥੱਲੇ ਲੋਕਾਂ ਨੂੰ ਸਹੂਲਤ ਮਿਲਣੀ ਹੈ। ਨਹੀਂ ਨਾਲੇ ਗੱਲ ਇਹ ਆ ਨਾ, ਫੰਡ ਚਲੇ ਗਿਆ, ਅਗਲਿਆਂ ਨੇ ਲਾਉਣਾ ਉੱਥੇ ਲਾਉਣਾ ਜੀ। ਹਾਂ ਤੁਸੀਂ ਹੁਣ ਜਿਹੜਾ ਉਹ ਦੂਸਰਾ ਹਿਸਾਬਤਾ ਵਾਲਾ ਰਜਿਸਟਰ ਹੈ ਉਹ ਕਾਇਮ ਕਰ ਲਓ, ਕਾਇਮ ਰੱਖ ਲਓ ਵੀ ਵੀਰ ਮੇਰੇ ਵੀ ਤੇ ਆਹ ਹਿਸਾਬਤਾ ਅੱਜ ਲੈ ਜਾ ਰੁਪਈਆ ਜੀ, ਚਾਹੇ ਜਿਹੜਾ ਪਿਛਲਾ 100 ਆਇਆ ਉਹਦੀ ਵੀ ਗੱਲ ਕੋਈ ਨਹੀਂ, ਪਰ ਇਹ ਸਾਰੇ ਦਾ ਹਿਸਾਬ ਹੈ ਬਿਲਕੁਲ ਕਾਗਜ਼ਾਂ 'ਚ ਰਲਣਾ ਚਾਹੀਦਾ। ਜੇ ਨਾ ਰਲਿਆ ਤੇ ਫਿਰ ਆਪਣੀ ਹਿਸਾਬ ਲਾਵਾਂਗੇ, ਉਹ ਜ਼ਿਆਦਾ ਵਧੀਆ। ਚਲੀਏ ਜੀ, ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਹਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।